ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਘਰ ਪਹਿਲਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿਸ ਦੀ ਲੜੀਵਾਰ ਕਥਾ ਅੰਮ੍ਰਿਤ ਵੇਲੇ ਜੋ ਸਮਾਂ ਨਿਯਤ ਹੈ ਉਹਦੇ ਅਨੁਸਾਰ ਆਓ ਸਮਾਂ ਹੋਇਆ ਤੇ ਕੱਲ 17 ਅਸ਼ਟਪਦੀਆਂ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੀਆਂ ਹੋਈਆਂ ਸਮਾਪਤ ਹੋ ਚੁੱਕੀਆਂ ਹਨ ਸ੍ਰੀ ਰਾਗ ਦੀਆਂ। ਤੇ ਅੱਗੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਰਸਨਾ ਤੋਂ ਜਿਸ ਪ੍ਰਕਾਰ ਇਹ ਅੰਮ੍ਰਿਤ ਬਾਣੀ ਗੋਇੰਦਵਾਲ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਹੈ, ਉਹਨਾਂ ਦੇ ਵਿੱਚੋਂ ਇੱਕ ਸ਼ਬਦ ਹੈ। ਆਓ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆ ਸੁਣਨਾ ਕਰੋ ਜੀ। ਸ੍ਰੀ ਰਾਗ ਮਹੱਲਾ ਤੀਜਾ। ਘਰ ਪਹਿਲਾ ਅਸ਼ਟਪਦੀਆ। ਸ੍ਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਰਾਗ ਦੇ ਪਹਿਲੇ ਸੁਰਤਾਲ ਵਿੱਚ 8 ਪਦਿਆਂ ਵਾਲਾ ਸ਼ਬਦ ਉਚਾਰਨ ਕਰਦੇ ਆ। ਇਸ ਕਰਕੇ ਅਸ਼ਟਪਦੀ ਇੱਕ ਸ਼ਬਦ ਹੋਵੇ ਤਾਂ ਇੱਕ ਦਾ ਵਾਚਕ ਹੁੰਦਾ ਹੈ, ਜਿੱਥੇ ਅਸ਼ਟਪਦੀਆਂ ਬਹੁ ਵਚਨ ਹੈ। ਇਹਦਾ ਮਤਲਬ ਬਹੁਤ ਸਾਰੀਆਂ ਅਸ਼ਟਪਦੀਆਂ ਮਹਾਰਾਜ ਨੇ ਉਚਾਰਨ ਕੀਤੀਆਂ ਹਨ। ਇਸ ਕਰਕੇ ਇਹ ਸਿਰਲੇਖ ਦੇ ਵਿੱਚ ਸੂਚਨਾ ਦਿੱਤੀ ਹੈ ਤੇ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਗੋਇੰਦਵਾਲ ਸਾਹਿਬ, ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ, ਜਿੱਥੇ ਹਿੰਦੁਸਤਾਨ ਦਾ ਸਮਰਾਟ ਅਕਬਰ ਵਰਗੇ ਨੰਗੇ ਪੈਰੀ ਚੱਲ ਕੇ ਦਰਸ਼ਨ ਕਰਨ ਆਏ। ਛੋਟੀ ਜੀ ਬਾਤ ਨਹੀਂ ਹੈ। ਗੁਰੂ ਸਾਹਿਬ ਨੇ ਲਿਖ ਕੇ ਲਾਇਆ ਹੋਇਆ ਸੀ ਕਿ ਜਿਸ ਨੇ ਦਰਸ਼ਨ ਕਰਨੇ ਹਨ ਉਹ ਪਹਿਲੇ ਪੰਗਤ ਪਾਛੇ ਸੰਗਤ, ਪਹਿਲਾਂ ਲੰਗਰ ਦੇ ਪ੍ਰਸ਼ਾਦਾ ਛਕੋ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇਸ ਨਿਯਮਾਂ ਦੇ ਅਨੁਸਾਰ, ਹਾਲਾਂਕਿ ਅਕਬਰ ਜਦੋਂ ਪਾਲਕੀ ਤੋਂ ਹੇਠਾਂ ਉਤਰਦਾ ਸੀ ਉਹਦੇ ਹੇਠਾਂ ਕੱਪੜਾ ਵਿਛਾਇਆ ਜਾਂਦਾ ਸੀ। ਉਸ ਦਿਨ ਅਕਬਰ ਨੇ ਨੰਗੇ ਪੈਰੀਂ ਚੱਲ ਕੇ ਜੋੜਾ ਵੀ ਨਹੀਂ ਸੀ ਪਾਇਆ। ਤੇ ਮਹਾਰਾਜ ਸਾਹਿਬ ਜੀ ਨੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਇਹ ਹਿੰਦੁਸਤਾਨ ਦੇ ਵਿੱਚ ਸਤਯੁਗ ਤੋਂ ਲੈ ਕੇ ਕਲਯੁਗ ਤੱਕ ਇਹ ਇੱਕ ਪਹਿਲੀ ਘਟਨਾ ਸੀ ਕਿ ਹਿੰਦੁਸਤਾਨ ਦਾ ਗਰੀਬ ਤੋਂ ਗਰੀਬ ਮਜ਼ਦੂਰ ਉਹ ਵੀ ਪੰਗਤ 'ਚ ਉੱਥੇ ਬੈਠਾ ਤੇ ਉਸੇ ਪੰਗਤ 'ਚ ਹਿੰਦੁਸਤਾਨ ਦਾ ਬਾਦਸ਼ਾਹ ਬੈਠਾ ਸੀ। ਪ੍ਰਭਾਵਿਤ ਹੋਇਆ, ਆਪਣਾ ਚਿਹਰਾ ਵੇਖਦਾ ਹੈ ਕਿ ਗੁਰੂ ਸਾਹਿਬ ਇਹ ਕਹਿਣ ਲੱਗੇ, ਮਹਾਰਾਜ ਮੈਂ ਹਿੰਦੁਸਤਾਨ ਦਾ ਬਾਦਸ਼ਾਹ, ਮੇਰੇ ਚਿਹਰੇ ਤੇ ਐਡੀ ਰੌਣਕ ਨਹੀਂ ਜਿੰਨੀ ਤੁਹਾਡੇ ਹੈ। ਜਿਹੜੇ ਕਾਮੀ ਕ੍ਰੋਧੀ ਸਰੀਰ ਹਨ ਜਾਂ ਚਿੰਤਾਗ੍ਰਸਤ ਸਰੀਰ ਹਨ, ਤਾਂ ਜਿਨ੍ਹਾਂ ਦੇ ਦਿਮਾਗ ਦੇ ਉੱਤੇ ਬਹੁਤ ਸਾਰੇ ਚਿੰਤਾ ਹੋਵੇ, ਉਹਨਾਂ ਦੇ ਚਿਹਰੇ ਜਿਹੜੇ ਨੇ ਉਹ ਕਦੇ ਵੀ ਖਿੜਾ ਦੇ ਵਿੱਚ ਨਹੀਂ ਹੁੰਦੇ। ਜਿਨ੍ਹਾਂ ਨੂੰ ਅੰਦਰ ਤੋਂ ਨਾਮ ਦਾ ਰਸ ਆਉਂਦਾ ਹੈ ਉਹਨਾਂ ਦੇ ਚਿਹਰਿਆਂ ਦੇ ਉੱਤੇ ਪ੍ਰਭਾਵ ਹੁੰਦਾ ਹੈ। ਮਹਾਰਾਜ ਸਾਹਿਬ ਨੇ ਦਿਖਾਇਆ ਵੀ ਆਹ ਸਾਡਾ ਖਾਣਾ 8 ਪਹਿਰ ਬਾਅਦ ਖਾਣਾ ਹੈ। ਲੂਣ ਤੋਂ ਬਿਨਾਂ ਉਗਰਾ ਦਲੀਆ ਜਿਹੜਾ ਸੀ, 36 ਪ੍ਰਕਾਰ ਦੇ ਭੋਜਨਾਂ ਦਾ ਆਨੰਦ ਆਇਆ। ਇੰਨਾ ਪ੍ਰਸੰਨ ਹੋਇਆ, ਕਹਿੰਦਾ ਮਹਾਰਾਜ ਮੈਨੂੰ ਸੇਵਾ ਬਖਸ਼ੋ। ਕਹਿੰਦੇ ਗੁਰੂ ਨਾਨਕ ਦਾ ਘਰ ਹੈ, ਇੱਥੇ ਸੇਵਾ ਕੀ ਬਖਸ਼ਣੀ ਹੈ, ਇੱਥੇ ਸਭ ਕੁਝ ਹੋ ਰਿਹਾ ਹੈ, ਪਰਮੇਸ਼ਰ ਦਾ ਘਰ ਹੈ ਗੁਰੂ ਨਾਨਕ ਦਾ। ਕਹਿੰਦਾ ਨਹੀਂ ਮਹਾਰਾਜ ਮੇਰੀ ਸੇਵਾ ਭੇਟਾ ਕਬੂਲ ਕਰੋ। ਮਹਾਰਾਜ ਕਹਿੰਦੇ ਅਸੀਂ ਤਾਂ ਜੇ ਕੋਈ ਆਉਂਦਾ ਵੀ ਹੈ ਰਾਤ ਦੇ ਟਾਈਮ ਜਿੰਨਾ ਲੰਗਰ ਵਰਤ ਜਾਂਦਾ ਹੈ ਪਹਿਰ ਰਾਤ ਤੱਕ, ਉਦੋਂ ਬਾਅਦ ਜਿਹੜਾ ਬਚ ਗਿਆ ਪਸ਼ੂਆਂ ਨੂੰ ਪਾ ਦਿੰਦੇ ਆ, ਜਿਹੜਾ ਉਦੋਂ ਵੀ ਬਚ ਗਿਆ ਮੱਛੀਆਂ ਵਾਸਤੇ ਜਲ ਪ੍ਰਵਾਹ ਕਰਦੇ ਨੇ, ਵੀ ਘੜੇ ਮੁੱਦੇ ਮਾਰ ਦਿੰਦੇ ਆ ਪਰਤਨ। ਸਵੇਰੇ ਉੱਠ ਕੇ ਫੇਰ ਗੱਡੇ ਖੜੇ ਰਹਿੰਦੇ ਸੀ, ਰਸਤਾਂ ਦੇ ਲੈਂਦੇ ਨਹੀਂ ਸੀ। ਤੇ ਤੇਰੀ ਭੇਟਾ ਕੀ ਲੈਣੀ ਆ? ਕਹਿੰਦਾ ਨਹੀਂ ਮਹਾਰਾਜ, ਵੀ ਜੇ ਤੁਸੀਂ ਫਿਰ ਇੰਨੀ ਕੁ ਬੇਨਤੀ ਮੰਨ ਲਓ ਵੀ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨਾ, ਤੁਹਾਡੀ ਬੇਟੀ ਹੈ ਬੀਬੀ ਭਾਨੀ, ਮੈਂ ਇਹਦੇ ਨਾਂ ਤੇ ਕੁਝ ਧੀਆਂ ਦਾ ਜਿਹੜਾ ਹੈ ਉਹ ਸਾਰੇ ਸਮਾਜ ਦੀਆਂ ਸਾਂਝੀਆਂ ਹੁੰਦੀਆਂ ਨੇ,
ਹੁਣ ਤੁਸੀਂ ਮਹਾਰਾਜ ਇਹ ਨਾ ਮੋੜਿਓ। ਮਹਾਰਾਜ ਧੀ ਦਾ ਨਾਂ ਸੁਣ ਕੇ ਚੁੱਪ ਕਰ ਗਏ। 84 ਪਿੰਡ ਫਿਰੇ ਨੇ, ਲਿਖ ਕੇ ਦੇ ਦਿੱਤਾ ਪਟਾ ਵੀ 84 ਪਿੰਡਾਂ ਦਾ ਮਾਮਲਾ ਜਿਹੜਾ ਸਰਕਾਰ ਨਹੀਂ ਕਰਾਊਗੀ, ਇਹ ਬੀਬੀ ਭਾਨੀ ਦੇ ਨਾਂ ਤੇ ਦਿੱਤਾ। ਤੋ ਇਸ ਕਰਕੇ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਐਡਾ ਪ੍ਰਭਾਵ ਸੀ ਤੇ ਗੁਰੂ ਮਹਾਰਾਜ ਸਾਹਿਬ ਜੀ ਨੇ ਉੱਥੇ ਫਿਰੇ। ਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ, ਪਰਮੇਸ਼ਰ ਦੀ ਭਗਤੀ ਕਿਵੇਂ ਹੋ ਸਕਦੀ ਹੈ। ਸਤਿਗੁਰੂ ਨੇ ਆਪਣੇ ਮੁਖਾਰਬਿੰਦ ਤੋਂ ਵੀ ਸ਼ਬਦ ਬਖਸ਼ਿਆ, ਜਿਹੜਾ ਸ੍ਰੀ ਰਾਗ ਦੇ ਵਿੱਚ ਹੈ ਤੇ ਰਾਗ ਦੇ ਸੁਰਤਾਲ ਹੁੰਦੇ ਨੇ। ਪਹਿਲੇ ਸੁਰਤਾਲ ਦੇ ਵਿੱਚ ਹੈ, ਫਿਰ ਵਸਤੂ ਨਿਰਦੇਸ਼ ਮੰਗਲ ਮਹਾਰਾਜ ਨੇ ਉਚਾਰਨ ਕੀਤਾ ਹੈ। ਇਹ 8 ਪਦਿਆਂ ਵਾਲਾ ਸ਼ਬਦ ਉਸ ਵੇਲੇ ਉਚਾਰ, ਇੱਕ ਓੰਕਾਰ ਬੋਲਦੇ ਹੋ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਵਸਤੂ ਨਿਰਦੇਸ਼ਕ ਮੰਗਲ ਹੈ। ਵੈਸੇ ਤਾਂ ਪ੍ਰਮਾਤਮਾ ਉਹ ਕਿਸੇ ਵਸਤੂ ਦੇ ਵਿੱਚ ਵੰਡਿਆ ਨਹੀਂ ਜਾਂਦਾ। ਵਸਤੂ ਪ੍ਰਸ਼ੇਦ ਰਹਿਤ ਹੈ, ਉਤੋਂ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਕਿਹਾ ਜਾਂਦਾ ਉਹਨੂੰ। ਤੋ ਇਸ ਕਰਕੇ ਸਜਾਤੀ ਵਿਜਾਤੀ ਸੁਗਤ ਭੇਦ ਰਹਿਤ ਹੈ, ਪਰ ਸਮਝਾਉਣ ਵਾਸਤੇ ਉਹ 2 ਸਰੂਪ ਮੰਨ ਲਏ ਹੈ। ਗੁਰਬਾਣੀ 'ਚ ਵੀ ਲਿਖਿਆ ਹੈ ਕਿ ਨਿਰਗੁਣ ਇੱਕ ਸਰਗੁਣ। ਨਿਰਗੁਣ ਤੇ ਸਰਗੁਣ ਦੇ ਸਾਂਝੀ ਇਹ ਵਿਚਾਰ ਜਿਹੜੀ ਹੈ ਮੰਗਲ ਕੀਤਾ ਹੈ। ਇੱਕ ਅਦੁੱਤੀ ਓੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਤੇ ਪ੍ਰਸਾਦ ਆਨੰਦ ਸਰੂਪ ਹੈ। ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ। ਇਹ ਮੰਗਲ ਕਰਕੇ ਹੁਣ ਮਹਾਰਾਜ ਸਾਹਿਬ ਜੀ ਨੂੰ ਜੋ ਸਿੱਖਾਂ ਨੇ ਪ੍ਰਸ਼ਨ ਕੀਤਾ, ਬਾਬਾ ਬੁੱਢਾ ਸਾਹਿਬ ਵਰਗੇ, ਭਾਈ ਪਾਰੋ ਵਰਗੇ ਬ੍ਰਹਮ ਗਿਆਨੀ, ਬੜੇ ਬੜੇ ਸਤਪੁਰਸ਼ ਬੈਠੇ ਹੈ, ਨਵੇਂ ਪ੍ਰੇਮੀ ਜਿਹਨਾਂ ਨੂੰ ਭਗਤੀ ਦਾ ਰੰਗ ਲੱਗ ਰਿਹਾ ਉਹ ਬੈਠੇ ਹੈ। ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਫਿਰ ਆ ਪਾਵਨ ਬਚਨ ਕੀਤਾ ਹੈ, ਗੁਰਮੁਖ ਕਿਰਪਾ ਕਰੇ ਭਗਤ ਕੀਜੈ। ਕਹਿੰਦੇ ਭਾਈ, ਜੇ ਮੁਖੀ ਗੁਰੂ ਸਾਹਿਬ, ਗੁਰਮੁਖ ਦਾ ਅਰਥ ਸਿੱਖ ਵੀ ਹੁੰਦਾ ਹੈ ਤੇ ਮੁਖੀ ਗੁਰੂ ਸਾਹਿਬ, ਇੱਥੇ ਇਹੀ ਅਰਥ ਬਣਦਾ ਹੈ। ਮੁਖੀ ਗੁਰੂ ਸਾਹਿਬ ਜੇ ਕਿਰਪਾ ਦ੍ਰਿਸ਼ਟੀ ਕਰੇ ਕਰ ਦੇਣ ਤਾਂ ਭਗਤ ਕੀਜੈ, ਵੇ ਭਗਤੀ ਤਾਂ ਹੋ ਸਕਦੀ ਹੈ। ਗੁਰੂ ਸਾਹਿਬ ਜੀ ਨੇ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ 8 ਪੈਰ ਆਪਣੇ ਸਿਮਰਨ ਦਾ ਰੋਮ ਰੋਮ ਵਿੱਚ ਪ੍ਰਵਾਹ ਚਲਾ ਦਿੱਤਾ ਹੈ, ਜਾਂ ਫਿਰ ਉਹਨਾਂ ਗੁਰਸਿੱਖਾਂ ਦੀ ਸੰਗਤ, ਉਹ ਵੀ ਗੁਰੂ ਦੀ ਸੰਗਤ ਹੀ ਹੈ, ਉਹਨਾਂ ਗੁਰਮੁਖਾਂ ਦੀ ਕਿਰਪਾ ਹੋ ਜਾਏ ਤਾਂ ਫਿਰ ਭਗਤੀ ਕੀਤੀ ਜਾ ਸਕਦੀ ਹੈ। 2 ਹੀ ਗੱਲਾਂ, ਜਾਂ ਗੁਰੂ ਦੀ ਕਿਰਪਾ ਹੋ ਜਾਂ ਗੁਰੂ ਕੇ ਸਿੱਖਾਂ ਦੀ ਕਿਰਪਾ ਹੋ ਜਾਏ। ਇਹ ਤੋਂ ਬਿਨਾਂ ਤਾਂ ਅਸੰਭਵ ਹੈ। ਬਿਨ ਗੁਰ ਭਗਤ ਨਾ ਹੋਏ। ਬਿਨਾਂ ਸਤਿਗੁਰੂ ਤੋਂ, ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਕਿਸੇ ਪਾਸੋਂ ਵੀ ਭਗਤੀ ਨਹੀਂ ਹੋ ਸਕਦੀ ਹੈ। ਆਪੇ ਆਪ ਮਿਲਾਈ ਬੂਝੈ। ਜੇ ਕੋਈ ਆਪੇ ਆਪਣੇ ਆਪ ਨੂੰ ਗੁਰਾਂ ਦੀ ਸੰਗਤ ਦੇ ਵਿੱਚ, ਗੁਰਾਂ ਦੇ ਸੰਗ ਦੇ ਨਾਲ ਮਿਲਾ ਦੇਵੇ ਤਾਂ ਫਿਰ ਵਾਹਿਗੁਰੂ ਨੂੰ ਬੂਝੈ ਸਮਝ ਸਕਦਾ ਹੈ, ਬੂਝੈ ਜਾਣ ਲਊਗਾ ਫਿਰ ਉਹ। ਇਸ ਕਰਕੇ ਸਤਿਗੁਰੂ ਜੀ ਆਪਣੇ ਸਰੂਪ ਦੇ ਗਿਆਨ ਕਰਕੇ ਤੇ ਤੂੰ ਪਦ ਦੇ ਲੱਖ ਅਰਥ ਨੂੰ ਤੇ ਆਪ ਜੋ ਤਤ ਪਦ ਦਾ ਲੱਖ ਅਰਥ ਹੈ ਉਹਦੇ ਚ ਮਿਲਾ ਦਿੰਦੇ। ਭਾਵ ਕੀ ਹੈ, ਜਿਹੜੀ ਪ੍ਰਤੱਖ ਜੋਤ ਹੈ ਉਹ ਅਦਵੈਤ ਆਨੰਦ ਸਰੂਪ ਦੇ ਵਿੱਚ ਮਿਲਾ ਦਿੰਦੇ ਤੇ ਫਿਰ ਬੂਝੈ ਸਮਝ ਆਉਂਦੀ ਹੈ। ਕੀ ਸਮਝ ਆਉਂਦੀ ਹੈ? ਵੀ ਆਪਣੇ ਅੰਤਸਕਰਨ ਦੇ ਅੰਦਰ ਜਿਹੜਾ ਜੋ ਸਾਧਨਾ ਸੰਪੰਨ ਪੁਰਸ਼ ਹੈ ਉਹਨਾਂ ਦੇ ਹਿਰਦੇ 'ਚ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਕਰਕੇ ਤੇ ਬ੍ਰਹਮਾਨੰਦ ਆਪਣੇ ਸਰੂਪ ਦੇ ਵਿੱਚ ਮੇਲ ਲੈਂਦੇ ਆ ਸਤਿਗੁਰੂ। ਤੇ ਇਹ ਇਸ ਕਰਕੇ ਇਉਂ ਕਿਰਪਾ ਕਰਕੇ ਸਤਿਗੁਰੂ ਜੀ ਮੇਲਦੇ ਆ। ਪ੍ਰਤੱਖ ਜੋਤ ਕਿਹਨੂੰ ਕਹਿੰਦੇ ਆ? ਜਿਹੜੇ ਹਰ ਇੱਕ ਦੇ ਅੰਦਰ ਵੱਖਰਾ ਸਰੀਰ ਹੋਣ ਕਰਕੇ ਬ੍ਰਹਮ ਦੀ ਜਿਹੜੀ ਜੋਤ ਹੈ ਉਹਨੂੰ ਪ੍ਰਤੱਖ ਜੋਤ ਕਹਿੰਦੇ ਆ। ਅਦਵੈ ਆਨੰਦ ਸਰੂਪ ਜੋਤ ਜਿਹੜੀ ਆ ਉਹ ਪਰਮੇਸ਼ਰ, ਪਾਰਬ੍ਰਹਮ ਪਰਮੇਸ਼ਰ। ਜਿਵੇਂ ਸਮੁੰਦਰ ਤੇ ਸਮੁੰਦਰ ਦੀ ਬੂੰਦ ਦਾ ਫਰਕ ਹੈ, ਫਰਕ ਕੋਈ ਨਹੀਂ ਹੈ, ਉਹ ਵੀ ਪਾਣੀ ਹੈ, ਉਹ ਵੀ ਪਾਣੀ, ਵੱਖਰਾ ਹੋਣ ਕਰਕੇ ਬੂੰਦ ਹੈ, ਸਮੁੰਦਰ 'ਚ ਮਿਲ ਗਈ ਸਮੁੰਦਰ ਹੈ। ਤੋ ਇਸ ਤਰ੍ਹਾਂ ਫਿਰ ਉਹ ਪ੍ਰਤੱਖ ਜੋਤ ਅਦਵੈ ਆਨੰਦ ਸਰੂਪ ਦੇ ਵਿੱਚ ਮਿਲ ਜਾਂਦੀ ਹੈ, ਬੂਝੇ ਸਮਝ ਪੈ ਜਾਂਦੀ ਹੈ। ਤਾਂ ਨਿਰਮਲ ਹੋਵੇ ਕੋਏ। ਤਾਂ ਕੋਈ ਪੁਰਖ ਜਿਹੜਾ ਨਿਰਮਲ ਸੁੱਧ ਮੈਲ ਤੋਂ ਰਹਿਤ। ਕਿਹੜੀ ਮੈਲ ਸੀ? ਰਾਗ ਦਵੈਸ਼ ਦੀ ਮੈਲ ਸੀ, ਪਾਪਾਂ ਦੀ ਮੈਲ ਸੀ। ਇਹ ਲੈ ਜਾਂਦੀ ਹੈ ਤੇ ਸੁੱਧ ਹੋ ਜਾਂਦਾ ਹੈ, ਸੁੱਧ ਪਵਿੱਤਰ ਹੋ ਜਾਂਦਾ ਹੈ। ਹਰਿ ਜੀਓ ਸੱਚਾ ਸੱਚੀ ਬਾਣੀ। ਹਰੀ ਅਕਾਲ ਪੁਰਖ ਵਾਹਿਗੁਰੂ ਆਪ ਵੀ ਸੱਚਾ ਹੈ। ਉਹਦੀ ਜਿਹੜੀ ਬਾਣੀ ਹੈ ਇਹ ਧੁਰ ਤੋਂ ਆਈ ਹੈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਬਾਣੀ ਵੀ ਸੱਚੀ ਹੈ।
ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਵੀ ਸੱਚੀ ਤੇ ਆਪ ਵੀ ਸੱਚੇ ਹਨ। ਸ਼ਬਦ ਮਿਲਾਵਾ ਹੋਏ, ਸ਼ਬਦ ਦੇ ਵਿੱਚ ਜਦੋਂ ਸਾਡੀ ਸੁਰਤ ਮਿਲੇਗੀ, ਸ਼ਬਦ ਕੀ ਆ? ਉਪਦੇਸ਼। ਵਾਹਿਗੁਰੂ ਦਾ ਮਿਲਾਵਾ ਮਿਲਾਪ ਤਾਂ ਹੀ ਹੋਏਗਾ ਜੇ ਗੁਰੂ ਦੇ ਉਪਦੇਸ਼ ਦੇ ਵਿੱਚ ਸਾਡਾ ਮਨ ਮਿਲੇਗਾ। ਭਾਈ ਰੇ ਭਗਤਹੀਣ ਕਾਹੇ ਜਗ ਆਇਆ। ਹੇ ਭਾਈ, ਭਾਈ ਕਿਉਂ ਕਹਿੰਦੇ ਆ ਮਹਾਰਾਜ? ਭਾਈ ਕਹਿੰਦੇ ਚੇਤਨ ਦੀ ਅੰਸ਼ ਹੋਣ ਕਰਕੇ। ਬਰਾਬਰ ਦੇ ਨੂੰ ਭਾਈ ਕਹੀਦਾ, ਚੇਤਨ ਦੀ ਅੰਸ਼ ਬਰਾਬਰ ਹੈ, ਇਸ ਕਰਕੇ ਇਹ ਭਾਵ ਦੇ ਨਾਲ ਭਾਈ ਕਹਿੰਦੇ ਆ। ਤੇ ਭਾਈ ਰੇ, ਤੇ ਮਹਾਰਾਜ ਸਾਹਿਬ ਕਹਿੰਦੇ ਹੇ ਭਾਈ, ਭਾਈ ਰੇ ਭਗਤਹੀਣ ਕਾਹੇ ਜਗ ਆਇਆ। ਦੁਬਾਰੇ ਬੋਲੋ ਜੀ। ਭਾਈ ਰੇ ਭਗਤਹੀਣ ਕਾਹੇ ਜਗ ਆਇਆ। ਹੁਣ ਇਹਦੇ ਵਿੱਚ ਸਵਾਲੀਆ ਫਿਕਰ ਹੈ, ਜਿਹਨੂੰ ਪ੍ਰਸ਼ਨ ਰੂਪ ਪੰਕਤੀ ਕਹਿੰਦੇ। ਤੇ ਇਹਦੇ ਵਿੱਚ ਉਚਾਰਨ ਇਹ ਕੀਤਾ ਹੈ ਕਿ ਭਾਈ ਰੇ, ਹੇ ਭਾਈ, ਹੇ ਭਰਾਵੋ, ਜਿਹੜੇ ਪੁਰਸ਼ ਪਰਮੇਸ਼ਰ ਦੀ ਭਗਤੀ ਤੋਂ ਹੀਣ, ਖਾਲੀ ਨ। ਹੀਣ ਹੁੰਦਾ ਖਾਲੀ ਦਾ ਨਾਮ। ਕਹਿੰਦੇ ਉਹ ਕਾਹੇ ਕਿਸ ਵਾਸਤੇ ਜਗ ਵਿੱਚ ਆਏ ਹੈ। ਜਾਣੀ ਮਤਲਬ ਕੀ ਹੈ? ਨਾ ਆਉਂਦੇ ਤਾਂ ਚੰਗਾ ਸੀ, ਜੋ ਕਰਿਆ ਹੀ ਕੱਖ ਨਹੀਂ, ਭਗਤੀ ਨਹੀਂ ਕੀਤੀ। ਇਹੋ ਜਿਹੇ ਪੁਰਸ਼ਾਂ ਦਾ ਸੰਸਾਰ ਵਿੱਚ ਆਉਣ ਦਾ ਕੋਈ ਅਰਥ ਨਹੀਂ ਹੈ। ਪਰਮੇਸ਼ਰ ਦੀ ਭਗਤੀ ਤੋਂ ਬਿਨਾ ਪੂਰੇ ਗੁਰ ਕੀ ਸੇਵਾ ਨਾ ਕੀਨੀ। ਤੇ ਕਹਿੰਦੇ ਗੱਲਾਂ ਦੋ ਸੀ, ਇੱਕ ਸੀ ਭਗਤੀ, ਇੱਕ ਸੀ ਸੇਵਾ। ਨਾ ਨਾਮ ਜਪਿਆ ਤੇ ਨਾ ਸੇਵਾ ਕੀਤੀ। ਕਹਿੰਦੇ ਫਿਰ ਤਾਂ ਜੀਵਨ ਦਾ ਅਰਥ ਕੋਈ ਨਾ ਰਹਿ ਗਿਆ। ਇਹਨਾਂ ਦੋਨਾਂ ਗੱਲਾਂ ਚੋਂ ਇੱਕ ਗੁਣ ਤਾਂ ਪੈਦਾ ਹੋ ਜਾਂਦਾ, ਜਾਂ ਭਗਤੀ ਹੋ ਜਾਂਦੀ ਜਾਂ ਸੇਵਾ ਹੁੰਦੀ। ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ। ਇਹ ਇੰਨਾ ਕੁ ਭੇਦ ਹੈ, ਜਿਵੇਂ ਫੰਡਰ ਗਊ ਹੋਵੇ, ਮੱਝ ਹੋਵੇ, ਤੇ ਉਹਦੀ ਸੇਵਾ ਕਰਨ ਤੋਂ ਦੁੱਧ ਨਹੀਂ ਪ੍ਰਾਪਤ ਹੁੰਦਾ। ਸੇਵਾ ਤਾਂ ਹੈਗੀ, ਲੇਕਿਨ ਸੇਵਾ ਕੀਤੀ ਵੀ, ਪਰ ਦੁੱਧ ਨਹੀਂ ਮਿਲਿਆ। ਕਿਉਂ ਨਹੀਂ ਮਿਲਿਆ? ਉਹ ਫੰਡਰ ਸੀ। ਇਸੇ ਤਰ੍ਹਾਂ ਜਿਹੜਾ ਪਖੰਡੀ ਹੈ, ਉਹਦੀ ਸੇਵਾ ਤੋਂ ਬ੍ਰਹਮਾਨੰਦ ਰੂਪੀ ਦੁੱਧ ਨਹੀਂ ਮਿਲਦਾ ਹੈ, ਪਰਮਾਤਮਾ ਦੀ ਪ੍ਰਾਪਤੀ ਰੂਪੀ ਦੁੱਧ ਨਹੀਂ ਮਿਲਦਾ ਹੈ। ਇਸ ਕਰਕੇ ਵੀ ਪੂਰੇ ਗੁਰੂ ਦੀ ਸੇਵਾ ਹੀ ਠੀਕ ਹੈ। ਪੂਰਾ ਗੁਰੂ ਕਲਯੁਗ ਦੇ ਗੁਰੂ ਨਾਨਕ ਤੋਂ ਬਿਨਾਂ ਹੋ ਨਹੀਂ ਸਕਦਾ। ਇਸ ਕਰਕੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਤੇ ਗੁਰੂ ਗ੍ਰੰਥ ਸਾਹਿਬ, ਇਹ ਪੂਰੇ ਗੁਰੂ ਦੀ ਸੀ। ਪੂਰੇ ਗੁਰ ਕੀ ਸੇਵ ਨਾ ਕੀਨੀ। ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ। ਮਨੁੱਖਾ ਜਨਮ ਪ੍ਰਾਪਤ ਹੋਇਆ ਸੀ, ਸੇਵਾ ਨਾਮ ਟਹਿਲ ਦਾ, ਤੂੰ ਟਹਿਲ ਨਹੀਂ ਕੀਤੀ ਹੈ। ਬਿਰਥਾ ਜਨਮ ਗਵਾਇਆ। ਜਿਨ੍ਹਾਂ ਜੀਵਾਂ ਨੇ ਸੇਵਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਤੇ ਜਨਮ ਵੀ ਬੇਅਰਥ ਗਵਾ ਲਿਆ। ਅਮੋਲਕ ਜਨਮ ਸੀ ਜਿਹੜਾ ਵਿਅਰਥ ਹੋ ਗਿਆ ਹੈ। ਧੰਦਿਆਂ ਦੇ ਵਿੱਚ ਐਵੇਂ ਗਵਾ ਲਿਆ ਹੈ, ਪਰਿਵਾਰ ਦੀ ਪਾਲਣ ਪੋਸ਼ਣ 'ਚ ਗਵਾ ਲਿਆ ਹੈ। ਜਿਨ੍ਹਾਂ ਨੇ ਨਾਲ ਨਹੀਂ ਜਾਣਾ, ਝੂਠੇ ਲੋਕਾਂ ਦੀ, ਉਹਨਾਂ ਦੇ ਮੋਹ ਦੇ ਵਿੱਚ ਗ੍ਰਸ ਕਰਕੇ ਜਨਮ ਆਪਣਾ ਬਰਬਾਦ ਕਰ ਲਿਆ ਹੈ। ਤੇ ਇਸ ਕਰਕੇ ਐਸਾ ਜਿਹੜਾ ਵਿਰਥਾ ਜਨਮ ਗਵਾਇਆ, ਵਿਅਰਥੀ ਗਵਾ ਲਿਆ ਜਨਮ। ਅਸਥਾਈ ਦੇ ਕੇ ਫਰਮਾਉਂਦੇ ਆ ਜੀ, ਆਪੇ ਹਰ ਜਗ ਜੀਵਨ ਦਾਤਾ। ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ। ਉਹ ਆਪ ਹੀ ਜਗਤ ਦਾ ਜੀਵਨ ਰੂਪ ਹੈ। ਸੰਸਾਰ ਜੇ ਜਿਉਂਦਾ ਹੈ, ਸੰਸਾਰ ਕੋਲ ਜੇ ਜੀਵਨ ਹੈ, ਤਾਂ ਉਹ ਜਗ ਜੀਵਨ ਪਰਮਾਤਮਾ ਦਾ ਦਿੱਤਾ ਹੋਇਆ। ਇਸ ਕਰਕੇ ਉਹ ਜਗਤ ਦਾ ਜੀਵਨ ਰੂਪ ਹੈ, ਸਭ ਨੂੰ ਜੀਵਨ ਦੇ ਰਿਹਾ। ਤੇ ਆਪ ਹੀ ਸਤਿਗੁਰੂ ਜੀ ਦਾਤਾ ਰੂਪ ਨੇ। ਦਾਤਾ ਵੀ ਉਹ ਆਪ ਹੀ ਹੈ। ਦਾਤਾ ਸਭ ਨੂੰ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਸਭਨਾ ਜੀਆਂ ਕਾ ਇੱਕ ਦਾਤਾ। ਦਾਤੇ ਕੋਈ 10-20 ਨਹੀਂ ਹੈ, 100-50 ਨਹੀਂ ਹੈ। ਹਿੰਦੂਆਂ ਦਾ ਦਾਤਾ ਵੱਖਰਾ, ਵੀ ਮੁਸਲਮਾਨਾਂ ਦਾ ਦਾਤਾ ਵੱਖਰਾ, ਸਿੱਖਾਂ ਦਾ, ਐ ਨਹੀਂ ਹੈ। ਸਾਰਿਆਂ ਜੀਵਾਂ ਦਾ ਇੱਕੋ ਦਾਤਾ ਵਾਹਿਗੁਰੂ ਹੈ। ਤੇ ਉਹ ਪਰਮੇਸ਼ਰ ਆਪ ਹੀ ਜਗਤ ਦਾ ਜੀਵਨ ਰੂਪ ਹੈ, ਤੇ ਦਾਤਾ ਦੇਣ ਵਾਲਾ ਵੀ ਆਪ ਹੀ ਹੈ। ਆਪੇ ਬਖਸ਼ ਮਿਲਾਏ। ਇਹ ਗੁਰੂ ਸਾਹਿਬ ਜੀ ਆਪ ਹੀ ਸਿੱਖਾਂ ਦੇ ਔਗੁਣਾਂ ਨੂੰ ਵੇਖ ਕੇ ਬਖਸ਼ ਦਿੰਦੇ ਹੈ। ਸਿੱਖਾਂ ਨੂੰ ਭਗਤੀ ਤੇ ਸ਼ਰਧਾ, ਇਹ ਗਿਆਨ ਬਖਸ਼ ਦਿੰਦੇ। ਆਪੇ ਬਖਸ਼ ਮਿਲਾਏ। ਜਿਨ੍ਹਾਂ ਨੂੰ ਭਗਤੀ ਤੇ ਗਿਆਨ ਬਖਸ਼ ਦਿੰਦਾ ਹੈ, ਆਪਣੇ ਸਰੂਪ ਦੇ ਨਾਲ ਮਿਲਾਏ, ਅਭੇਦ ਕਰ ਲੈਂਦਾ ਹੈ। ਜੀਵ ਜੰਤ ਇਹ ਕਿਆ ਵਿਚਾਰੇ। ਤੇ ਜੀ ਤੇ ਜੰਤ ਦੋ ਹੁੰਦੇ ਆ। ਜੰਤ ਹੁੰਦੇ ਨੇ ਜਿਨ੍ਹਾਂ ਦੇ ਹੱਡੀਆਂ ਨਹੀਂ ਹੁੰਦੀਆਂ, ਜਿਵੇਂ ਮੱਛਰ ਹੈ, ਮੱਖੀ ਹੈ। ਜੀ ਹੁੰਦੇ ਨੇ ਜਿਹੜੇ ਹੱਡੀਆਂ ਸਹਿਤ ਹੁੰਦੇ ਆ। ਦੂਸਰਾ ਪਾਵੇ ਸਮਝੋ ਵੀ ਜੀ ਜਿਹੜੇ ਨੇ ਅਸਥੂਲ ਹੁੰਦੇ ਨੇ, ਜੰਤ ਹੁੰਦੇ ਨੇ ਸੂਖਮ।
ਭਾਵੇਂ ਜੀਵਨ ਭਾਵੇਂ ਜੰਤਨ, ਇਹ ਕਿਆ ਵਿਚਾਰੇ, ਇਹਨਾਂ ਦੇ ਵਿਚਾਰਿਆਂ ਦੇ ਵਸ ਦੇ ਵਿੱਚ ਕੀ ਹੈ? ਇਹ ਜੀਵ ਵਿਚਾਰੇ ਕਿਆ ਕੀ ਕਰ ਸਕਦੇ ਨੇ ਆਪਣੇ ਆਪ ਵਿੱਚ? ਕਿਆ ਕੋ ਆਖ ਸੁਣਾਏ। ਇਸ ਕਰਕੇ ਕਿਆ ਕੀ ਕਰ ਸਕਦੇ ਆ, ਭਾਵ ਕੀ ਕੋ ਆ ਕੇ ਸੁਣਾਉਣ, ਕੀ ਕਹਿਣ। ਉਹ ਮੁਖੋਂ ਕਹਿ ਨਹੀਂ ਸਕਦੇ ਕੁਝ ਵੀ, ਤੇ ਕੁਝ ਵੀ ਕਰ ਨਹੀਂ ਸਕਦੇ। ਕਿਆ ਕੋ ਆਖ ਸੁਣਾਏ, ਆਖ ਨਾਮ ਕਥਨ ਕਰਨ ਦਾ, ਸੁਣਾਏ ਸੁਣਾਉਣ ਦਾ। ਉਹਦੀ ਸੱਤਾ ਤੋਂ ਬਿਨਾਂ ਕੋਈ ਸੁਣਾ ਨਹੀਂ ਸਕਦਾ, ਉਹਦੀ ਸੱਤਾ ਤੋਂ ਬਿਨਾਂ ਕੋਈ ਬੋਲ ਨਹੀਂ ਸਕਦਾ। ਇਹ ਬ੍ਰਹਮਾਕਾਰ ਦ੍ਰਿਸ਼ਟੀ ਕਰਕੇ ਮਹਾਰਾਜ ਐਸਾ ਪਰਮਾਤਮਾ ਦਾ ਚਿੰਤਨ ਕਰ ਰਹੇ ਨੇ ਬਾਣੀ ਵਿੱਚ। ਗੁਰਮੁਖ ਆਪੇ ਦੇ ਵਡਿਆਈ, ਜਿਨ੍ਹਾਂ ਗੁਰਮੁਖਾਂ ਨੂੰ ਵਾਹਿਗੁਰੂ ਗੁਰੂ ਸਰੂਪ ਧਾਰ ਕੇ ਆਪ ਹੀ ਨਾਮ ਜਪਣ ਦੀ ਵਡਿਆਈ ਸੋਭਾ ਬਖਸ਼ਦੇ ਹੈ। ਵਡਿਆਈ ਨਾਮ ਸੋਭਾ ਦਾ ਹੈ, ਉਹਨਾਂ ਨੂੰ ਦੇ ਦਿੰਦੇ ਨੇ ਨਾਮ ਜਪਣ ਦੀ ਵਡਿਆਈ। ਉਹ ਫਿਰ ਨਾਮ ਜਪ ਕੇ ਆਪੇ ਸੇਵ ਕਰਾਏ। ਉਹ ਫਿਰ ਕੀ ਕਰਦੇ ਆ? ਨਾਲੇ ਤਾਂ ਆਪ ਸੇਵਾ ਕਰਦੇ ਆ, ਨਾਲੇ ਦੂਸਰੇ ਨੂੰ ਕਹਿੰਦੇ ਗੁਰਸਿੱਖਾ ਇਹ ਭਾਂਡੇ ਮਾਂ ਝਾੜੂ ਮਾਰ, ਤੇਰਾ ਭਲਾ ਹੈ ਇਹਦੇ ਵਿੱਚ। ਦੂਆਂ ਤੋਂ ਵੀ ਸੇਵਾ ਕਰਾਉਂਦੇ ਆ। ਜੇ ਕੋਈ ਗੁੱਸਾ ਕਰੇ ਫਿਰ ਉਹ ਆਪ ਨਹੀਂ ਗੁੱਸਾ ਕਰਦੇ, ਕਹਿੰਦੇ ਚੰਗਾ ਤੇਰੇ ਕਰਮ ਨੇ ਅਜੇ ਨਹੀਂ ਖੁੱਲੇ। ਉਹ ਫਿਰ ਹੋਰਾਂ ਦੇ ਕੋਲੋਂ ਆਪੇ ਸੇਵ ਕਰਾਏ, ਹੋਰਾਂ ਦੇ ਕੋਲੋਂ ਵੀ ਸੇਵਾ ਕਰਾਉਣ ਵਾਲੇ ਹੋ ਜਾਂਦੇ ਨੇ। ਤੋ ਇਸ ਕਰਕੇ ਹੋਰਨਾਂ ਨੂੰ ਨਾਮ ਜਪਾਉਣ ਦੀ ਸੇਵਾ ਕਰਦੇ ਨੇ, ਸੇਵਾ ਕਰਾਉਣ ਦੀ ਸੇਵਾ ਕਰਦੇ ਨੇ। ਜੇ ਕੋ ਕੁਟੰਬ ਮੋਹਿ ਲੋਭਾਣਾ, ਤੇ ਹੁਣ ਜਿਹੜੇ ਲੋਕ ਕੁਟੰਬ ਨਾਮ ਇਸਤਰੀ ਤੋਂ ਪੁੱਤਰ ਧੀਆਂ ਆਦ ਵਧਿਆ ਹੋਇਆ ਪਰਿਵਾਰ ਨੂੰ ਕੁਟੰਬ ਕਹਿੰਦੇ ਆ, ਤੇ ਉਹਨਾਂ ਦੇ ਮੋਹ ਦੇ ਵਿੱਚ ਫਸ ਕੇ ਲੁਭਾਣਾ ਲਵਾਇਮਾਨ ਹੋ ਰਹੇ ਨੇ। ਤੇ ਇਹ ਫਿਰ ਉਹ ਨਹੀਂ ਸਮਝਦੇ ਹਨ, ਐਸਾ ਭੁਲੇਖਾ ਪਿਆ ਹੋਇਆ ਹੈ, ਇਹਦੇ ਵਿੱਚ ਹੀ ਖਚਤ ਹੋ ਗਏ ਵੀ ਜਿਵੇਂ ਹਮੇਸ਼ਾ ਹੀ ਰਹਿਣਾ ਹੁੰਦਾ ਹੈ। ਚਲਦਿਆਂ ਨਾਲ ਨਾ ਜਾਈ, ਉਹਨਾਂ ਦੇ ਨਾਲ ਪਰਲੋਕ ਨੂੰ ਚੱਲਦਿਆਂ ਨਾ ਪੁੱਤਰਾਂ ਨੇ ਨਾਲ ਜਾਣਾ, ਤੇ ਨਾ ਧੀਆਂ ਨੇ ਨਾਲ ਜਾਣਾ, ਨਾ ਇਸਤਰੀ ਨੇ ਨਾਲ ਜਾਣਾ ਹੈ। ਇਹ ਐਨੀ ਵੀ ਸਮਝ ਨਹੀਂ ਤੈਨੂੰ, ਕਿਸੇ ਨੇ ਵੀ ਨਹੀਂ ਨਾਲ ਜਾਣਾ। ਚਲਦਿਆਂ ਨਾਲ ਨਾ ਜਾਈ, ਜਿਨ੍ਹਾਂ ਦੇ ਲਵਾਇਮਾਨ ਹੋ ਕੇ ਤੋਂ ਇਸ ਪ੍ਰਕਾਰ ਫਿਰ ਸਾਰਾ ਜੀਵਨ ਬਰਬਾਦ ਕਰ ਲਿਆ ਹੈ। ਚੱਲਣ ਵੇਲੇ ਯਾਦ ਰੱਖ ਚੱਲਦੇ ਆ। ਫਿਰ ਬੋਲੋ ਜੀ। ਚਲਦਿਆਂ ਨਾਲ ਨਾ ਜਾਈ, ਅੱਜ ਤੱਕ ਕਿਸੇ ਦੇ ਚੱਲਦਿਆਂ ਨਾਲ ਗਏ ਨਹੀਂ, ਜੇ ਨਹੀਂ ਗਏ ਤੇਰੇ ਨਾਲ ਕਿਵੇਂ ਜਾਣਗੇ? ਫਿਰ ਜਦੋਂ ਚੱਲਦਿਆਂ ਨਾਲ ਹੀ ਨਹੀਂ ਜਾਣਾ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਇਹ ਜਿਹੜੇ ਪਰਿਵਾਰ ਨੂੰ ਦੇਖ ਰਹੇ ਆ, ਚੱਲੇ ਨਹੀਂ ਤੇਰੇ ਨਾਲ, ਤੇਰੇ ਨਾਲ ਜਾਣਾ ਨਹੀਂ ਇਹਨੇ, ਸਾਥ ਤੇਰੇ ਚੱਲੇ ਨਹੀਂ, ਤਿਸ ਨਾਲ ਕਿਉਂ ਚਤਲਾਈ ਹੈ? ਰੋਜ਼ ਕਹਿੰਦੇ ਆ ਇੱਕ ਵਾਰ। ਨਫ਼ਰਤ ਕਿਸੇ ਨਾਲ ਨਹੀਂ ਕਰਨੀ, ਪਰ ਮੋਹ ਚ ਵਸਣਾ ਕਿਸੇ ਨਾਲ ਵੀ ਨਹੀਂ। ਇਹ ਉਪਦੇਸ਼ ਦਿੰਦੇ ਨੇ ਮਹਾਰਾਜ। ਇਹਨਾਂ ਨੇ ਚੱਲਦਿਆਂ ਹੋਇਆਂ ਨਾਲ ਨਹੀਂ ਜਾਣਾ ਕਿਸੇ ਨੇ। ਮੋਹ ਵਿੱਚ ਫਸ ਕੇ ਬਾਰ-ਬਾਰ ਜੂਨਾਂ ਵਿੱਚ ਆਉਣਗੇ। ਜਿਹੜੇ ਕੁਟੰਬ ਦੇ ਵਿੱਚ ਫਸੇ ਹੋਏ ਟੇਢੀਆਂ ਵਿੰਗੀਆਂ ਜੂਨਾਂ ਪਸ਼ੂ ਆਦ ਬਣ ਕੇ ਉਹਨਾਂ ਦੇ ਕੋਲ ਹੀ ਵਿਚਰਨਗੇ। ਉਹਨੂੰ ਪਤਾ ਵੀ ਨਹੀਂ ਹੁੰਦਾ ਕਿਹੜਾ ਸੰਬੰਧੀ ਬਣ ਕੇ, ਕੁੱਤਾ ਬਣ ਕੇ ਉੱਥੇ ਟੁਕੜ ਖਾਣ ਆ ਗਿਆ। ਕੱਲ ਘਰ ਦਾ ਮਾਲਕ ਸੀ, ਅੱਜ ਡੰਡੇ ਪੈਂਦੇ ਨੇ ਉਸੇ ਘਰ ਦੇ। ਉਹ ਮਮਤਾ ਕਰਦਾ ਵੀ ਮੇਰਾ ਘਰ ਸੀ, ਪਸ਼ੂ ਬਣ ਗਿਆ, ਉਹਨੂੰ ਪਤਾ ਵੀ ਨਹੀਂ। ਇਸ ਕਰਕੇ ਇਹ ਹਾਲਤ ਹੋ ਜਾਂਦੀ ਆ। ਫਿਰ ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਧੰਨ ਉਹ ਗੁਰਮੁਖ ਨੇ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸੇਵਾ ਕੀਤੀ, ਟਹਿਲ ਕੀਤੀ ਗੁਰੂ ਘਰ ਦੀ, ਤੇ ਉਹਨਾਂ ਨੇ ਫਿਰ ਗੁਣਾਂ ਦੇ ਨਿਧਾਨ ਖਜ਼ਾਨੇ ਪਰਮੇਸ਼ਰ ਨੂੰ ਪਾਇਆ ਦਾ ਅਰਥ ਹੈ ਪ੍ਰਾਪਤ ਕਰ ਲਿਆ ਹੈ। ਜਿਸ ਕੀ ਕੀਮਤ ਨਾ ਪਾਈ, ਤਿਸ ਉਸ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਕੀਮਤ ਪਾਈ ਨਹੀਂ ਜਾ ਸਕਦੀ। ਉਹ ਤਤ ਵੇਤੇ ਸੰਸਾਰ ਪਾਸੋਂ ਕੀਮਤ ਨੇ। ਸੰਸਾਰ ਕੀ ਕੀਮਤ ਪਾ ਲੂਗਾ ਉਹਨਾਂ ਤਤ ਵੇਤਿਆਂ ਦੀ? ਉਹਦਾ ਗੁਣਾਂ ਦਾ ਖਜ਼ਾਨਾ ਹੀ ਮਹਾਰਾਜ ਨੇ ਬਖਸ਼ ਦਿੱਤਾ ਉਹਨਾਂ ਨੂੰ। ਪ੍ਰਭ ਸਖਾ ਹਰ ਜੀਉ ਮੇਰਾ, ਪ੍ਰਭੂ ਮਾਲਕ ਹਰੀ ਵਾਹਿਗੁਰੂ ਪਰਮੇਸ਼ਰ ਮਾਤਾ ਦੇ ਗਰਭ ਦੇ ਵਿੱਚ ਮੇਰਾ ਸਖਾ ਮਿੱਤਰ ਸੀ। ਆਪਣਾ ਸਿਮਰਨ ਦੇ ਕੇ ਗਰਭ ਦੇ ਵਿੱਚ ਸਾਡੀ ਰੱਖਿਆ ਕੀਤੀ, ਸੜਨ ਨਹੀਂ ਦਿੱਤਾ ਜਠਰਾ ਅਗਨੀ ਵਿੱਚ। ਤਾਂ ਮੇਰੇ ਇਸ ਮਾਤ ਲੋਕ ਵਿੱਚ ਵੀ ਹਰੀ ਪਰਮੇਸ਼ਰ ਸਾਡਾ ਜੀਵਨ ਰੂਪ ਹੈ। ਉਹ ਮਹਾਰਾਜ ਸਾਹਿਬ ਜਿਹੜਾ ਮਾਤਾ ਦੇ ਗਰਭ ਦੇ ਵਿੱਚ ਤੇ ਹੁਣ ਜੀਵਨ ਰੂਪ ਦੇ ਕੇ ਐਡੀ ਕਿਰਪਾ ਕਰ ਰਿਹਾ ਹੈ। ਅੰਤੇ ਹੋਏ ਸਖਾਈ, ਤੇ ਅੰਤ ਨੂੰ ਸਾਡੇ ਮਿੱਤਰ ਦੀ ਨਿਆਈ ਸਹਾਈ ਸਹਾਇਤਾ ਕਰੇਗਾ, ਵਾਹਿਗੁਰੂ ਕਰੇਗਾ, ਹੋਰ ਨਹੀਂ ਕੋਈ ਕਰ ਸਕਦਾ।
ਇਸ ਕਰਕੇ ਸੱਜਣ ਤੂੰ ਹੈ ਸੈਣ ਤੂੰ ਹੈ, ਤੁਝੇ ਉੱਪਰ ਬਹੁ ਬਾਣੀਆਂ। ਉਹ ਵਾਹਿਗੁਰੂ ਸੱਜਣ ਸੱਚਾ ਪਾਤਸ਼ਾਹ ਹੈ, ਹੋਰ ਨਹੀਂ, ਬਾਕੀ ਤਾਂ ਸਾਰੇ ਝੂਠੇ ਹਨ। ਪਈੜਾ ਜਗ ਜੀਵਨ ਦਾਤਾ। ਇਹ ਰੂਪ ਕਲੰਕਾਰ ਦੀ ਝਲਕ ਦਿੰਦੇ ਆ। ਹੁਣ ਇਹ ਸੰਸਾਰ ਰੂਪੀ ਪੇਕਾ ਘਰ ਹੈ, ਜੀਵ ਰੂਪ ਇਸਤਰੀਆਂ ਦਾ। ਪੇਕੇ ਘਰ ਵਿੱਚ ਪਈ ਜਿਹੜੇ ਜਗ ਜੀਵਨ ਦਾਤਾ, ਜਗ ਦਾ ਜੀਵਨ ਰੂਪ ਜੀਵਨ ਬਖਸ਼ਣ ਵਾਲਾ ਪਰਮੇਸ਼ਰ ਜਿਹੜਾ, ਉਹ ਪਰਮੇਸ਼ਰ ਦਾਤਾ ਪਰਮੇਸ਼ਰ ਹੀ ਹੈ। ਇੱਥੇ ਵੀ ਪਈ ਘਰ ਦੇ ਵਿੱਚ ਉਹੀ ਰੱਖਿਆ ਕਰਨ ਵਾਲਾ ਹੈ। ਇਹ ਜੀਵ ਸਾਰੇ ਇਸਤਰੀਆਂ ਦੀ ਨਿਆਈ ਹਨ ਠਾਕਰੇ ਇੱਕ ਸਬਾਈ ਨਾਲ। ਇਹ ਸੰਸਾਰ ਪੇਕੇ ਘਰ ਦੀ ਨਿਆਈ ਹੈ। ਇਸ ਲੋਕ ਦੇ ਵਿੱਚ ਆ ਕੇ ਪਰ ਜਿਹੜੇ ਮਨਮੁਖ ਹਨ, ਮਨੁੱਖ ਪਤ ਗਵਾਈ। ਜਿਵੇਂ ਕਚੱਜੀ ਔਰਤ, ਉਹ ਆਪਣੀ ਇੱਜ਼ਤ ਗਵਾ ਲੈਂਦੀ ਹੈ, ਪੇਕੇ ਰਹਿੰਦੀ ਇੱਜ਼ਤ ਗਵਾ ਲੈਂਦੀ ਹੈ, ਸਹੁਰੇ ਜਾ ਕੇ ਫਿਰ ਬੇਇੱਜ਼ਤੀ ਹੁੰਦੀ ਹੈ ਉਸਦੀ। ਉਹ ਪਤ ਇੱਜ਼ਤ ਗਵਾ ਲੈਂਦੀ ਹੈ ਔਗਣਾ ਕਰਕੇ। ਇਹ ਤਾਂ ਜਿਹੜੇ ਮਨਮੁਖ ਨੇ, ਨਾਮ ਨਾ ਜਪਣ ਕਰਕੇ, ਸੇਵਾ ਨਾ ਕਰਕੇ, ਸਤਸੰਗਤ ਨਾ ਕਰਕੇ, ਆ ਮਾਤ ਲੋਕ ਪੇਕੇ ਘਰ 'ਚ ਇੱਜ਼ਤ ਗਵਾ ਲਈ ਉਹਨਾਂ ਨੇ। ਤਾਂ ਨਸ਼ੇ ਛਕਣੇ ਤੇ ਮਾੜੇ ਬੰਦਿਆਂ ਦਾ ਸੰਗਤ ਉਹਨਾਂ ਦੀ ਕਰਨੀ, ਕੁਸੰਗਤ ਕਰਨੀ, ਦੁਰਾਚਾਰ ਕਰਨਾ, ਚੋਰੀਆਂ ਠੱਗੀਆਂ, ਕਿਸੇ ਦਾ ਗਲ ਵੱਢ ਦਿੱਤਾ, ਕਿਸੇ ਦਾ ਕੋਈ ਨੁਕਸਾਨ ਕਰ ਦਿੱਤਾ। ਇੱਥੇ ਵੀ ਪਤ ਗਵਾ ਦਿੱਤੀ ਤੇ ਪਰਲੋਕ ਦੇ ਵਿੱਚ ਸਜ਼ਾ ਵੀ ਮਿਲੇਗੀ ਤੇ ਨਾਲੇ ਬਿਨ ਨਾਵੈ ਪਤ ਜਾਏ, ਉੱਥੇ ਬੇਇੱਜ਼ਤ ਹੋਣਾ ਪੈਂਦਾ ਹੈ। ਬਿਨ ਸਤਿਗੁਰ ਕੋ ਮਗ ਨ ਪਾ ਜਾਣੈ। ਸਤਿਗੁਰੂ ਜੀ ਤੋਂ ਬਿਨਾ ਮਗ ਨਾਮ ਹੈ ਰਸਤੇ ਦਾ। ਕਿਹੜਾ ਰਸਤਾ ਭਾਈ? ਭਗਤੀ ਇੱਕ ਆਪਣੇ ਆਪ ਵਿੱਚ ਰਸਤਾ ਹੈ। ਰਸਤਾ ਕਿੱਥੇ ਹੁੰਦਾ? ਰਸਤਾ ਮੰਜ਼ਿਲ ਦੇ ਨਾਲ ਮਿਲਾਉਂਦਾ ਹੁੰਦਾ ਹੈ। ਮੰਜ਼ਿਲ ਵਾਹਿਗੁਰੂ ਪਰਮੇਸ਼ਰ ਹੈ ਤੇ ਰਸਤਾ ਭਗਤੀ ਦਾ ਜਾਂ ਫਿਰ ਗਿਆਨ ਮਾਰਗ, ਜਾਂ ਇਉਂ ਕਹਿ ਲਓ ਭਗਤੀ ਸਹਿਤ ਗਿਆਨ ਮਾਰਗ ਦਾ ਰਸਤਾ ਹੈ। ਇਹ ਬਿਨ ਸਤਿਗੁਰ ਕੋ ਮਗ ਨਾ ਜਾਣੇ। ਸਤਿਗੁਰੂ ਤੋਂ ਬਿਨਾ ਨਾ ਗਿਆਨ ਪ੍ਰਾਪਤ ਹੁੰਦਾ ਹੈ। ਭਾਈ ਰੇ ਗੁਰਬਿਨ ਗਿਆਨ ਨਾ ਹੋਏ ਨਾ ਭਗਤੀ ਪ੍ਰਾਪਤ ਹੁੰਦੀ ਹੈ। ਇਸ ਕਰਕੇ ਫਿਰ ਇਹ ਜੀਵ ਖਾਲੀ ਰਹਿ ਜਾਂਦਾ ਹੈ। ਅੰਧੇ ਠੌਰ ਨਾ ਕਾਈ। ਅੰਧੇ ਅਗਿਆਨੀ ਜੀਵ ਨੂੰ, ਜਿਹਦੇ ਕੋਲ ਵੈਰਾਗ ਵਿਵੇਕ ਦੇ ਨੇਤਰ ਨਹੀਂ ਹੈ, ਪਰਲੋਕ ਦੇ ਵਿੱਚ ਕੋਈ ਠੌਰ ਨਾਮ ਟਿਕਾਣੇ ਦਾ ਹੈ, ਨਹੀਂ ਮਿਲਦਾ ਕੋਈ ਟਿਕਾਣਾ। ਫੇਰ ਕੀ ਹੋਏਗਾ? ਟੇਢੀਆਂ ਵਿੰਗੀਆਂ ਜੂਨਾਂ ਵਿੱਚ ਭਰਮਦੇ ਫਿਰਨਗੇ। ਅੰਧੇ ਅਗਿਆਨੀ ਜੀਵ ਤੁਰਿਆ ਪਦ ਰੂਪੀ ਸੱਚਖੰਡ ਰੂਪੀ ਜਾਂ ਇਹ ਟਿਕਾਣਾ ਉਹਨਾਂ ਨੂੰ ਪ੍ਰਾਪਤ ਹੀ ਹੋਣਾ। ਉਹ ਤਾਂ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਇਹ ਧੱਕੇ ਖਾਂਦੇ ਫਿਰਦੇ ਹਨ। ਹਰ ਸੁਖ ਦਾਤਾ ਮਨ ਨਹੀਂ ਵਸਿਆ। ਹਰੀ ਪਰਮੇਸ਼ਰ ਭਾਈ ਸੁੱਖਾਂ ਦਾ ਦਾਤਾ ਹੈ, ਸੁਖ ਦੇਣ ਵਾਲਾ ਆਤਮਿਕ ਸੁਖ ਦਾ ਦਾਤਾ ਹੈ। ਤੇ ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਮਨ ਨਾ ਵਸਿਆ। ਮਨ ਦੇ ਵਿੱਚ ਸੰਸਾਰ ਵਸਦਾ ਹੈ, ਨਾਮ ਤੇਰੇ ਮਨ 'ਚ ਨਹੀਂ ਵਸਿਆ ਹੈ। ਅੰਤ ਗਿਆ ਪਛਤਾਈ। ਜਿਹਦੇ ਮਨ ਵਿੱਚ ਸੰਸਾਰ ਹੀ ਵਸਦਾ ਰਿਹਾ, ਵਿਸ਼ੇ ਵਿਕਾਰ ਹੀ ਵਸਦੇ ਰਹੇ, ਅੰਤ ਨੂੰ ਤਾਂ ਭਾਈ ਫਿਰ ਉਹ ਪਛਤਾਵਾ ਕਰਦਾ ਹੀ ਜਾਊਗਾ, ਕਿਉਂਕਿ ਪੱਲੇ ਕੁਝ ਨਹੀਂ ਹੋਣਾ ਉਸ ਵੇਲੇ। ਪੀੜਾ ਜਗ ਜੀਵਨ ਦਾਤਾ। ਜੋ ਜਗ ਦਾ ਜੀਵਨ ਰੂਪ ਪਰਮੇਸ਼ਰ ਵਾਹਿਗੁਰੂ ਸਭ ਦਾ ਦਾਤਾ ਹੈ ਤੇ ਜਿਨ੍ਹਾਂ ਨੇ ਸੰਸਾਰ ਰੂਪੀ ਪੇਈੜੇ ਪੇਕੇ ਘਰ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਹੈ, ਉਹਨਾਂ ਲਾਇਕ ਬੀਬੀਆਂ ਦੀ ਨਿਆਈ ਜੋ ਘਰਾਣੇ ਦੀਆਂ ਹਨ। ਗੁਰਮਤਿ ਮਨ ਵਸਾਇਆ। ਤੇ ਜਿਵੇਂ ਜਿਹੜੀ ਲੜਕੀ ਲਾਇਕ ਹੁੰਦੀ ਹੈ, ਉਹ ਮਾਤਾ ਪਿਤਾ ਦੀ ਸਿੱਖਿਆ ਧਾਰਨ ਕਰਕੇ ਸਹੁਰੇ ਘਰ ਸੁਖ ਪਾਉਂਦੀ ਹੈ। ਮਾਤ ਰੋਕ ਰੂਪੀ ਪੇਕੇ ਘਰ ਦੇ ਵਿੱਚ ਜਿਨ੍ਹਾਂ ਨੇ ਗੁਰੂ ਦੀ ਮੱਤ, ਮਾਤਾ ਪਿਤਾ ਦੀ ਨਿਆਈ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਉਹਨਾਂ ਦੀ ਸਿੱਖਿਆ ਧਾਰਨ ਕਰ ਲਈ, ਨਾਮ ਦੇ ਵਿੱਚ ਜੁੜ ਗਏ, ਸੇਵਾ ਵਿੱਚ ਜੁੜ ਗਏ ਤੇ ਗੁਰਮਤਿ ਨੂੰ ਮਨ ਦੇ ਵਿੱਚ ਉਹਨਾਂ ਨੇ ਵਸਾਉਣਾ ਕੀਤਾ। ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਉਹਨਾਂ ਦਾ ਹੀ ਭਲਾ ਹੋਇਆ ਹੈ, ਜੀਵਨ ਸਫਲ ਹੋ ਗਿਆ। ਅਨਦਿਨ ਭਗਤ ਕਰਹਿ ਦਿਨ ਰਾਤੀ। ਤੇ ਉਹ ਅਨਦਿਨ, ਇਹ ਦੇਖੋ ਇਹਦੇ ਵਿੱਚ ਦੋ ਪਦ ਜਿਹੜੇ ਨੇ, ਅਨਦਿਨ ਵੀ ਆ ਗਿਆ ਤੇ ਦਿਨ ਔਰ ਰਾਤੀ ਵੀ ਆ ਗਏ। ਜੇ ਤਾਂ ਵੱਖਰਾ ਵੱਖਰਾ ਹੋਵੇ ਵੀ ਇਕੱਲਾ ਅਨਦਿਨ ਹੁੰਦਾ ਤਾਂ ਦਿਨ ਰਾਤ ਦਾ ਅਰਥ ਬਣਨਾ ਸੀ। ਹੁਣ ਦਿਨ ਰਾਤੀ ਪਦ ਵੀ ਪਿਆ ਇਹਦੇ 'ਚ ਤੇ ਅਨਦਿਨ ਵੀ ਪਿਆ। ਇਹ ਭੇਦ ਨਾ ਉਹਦੇ 'ਚ ਫਿਰ ਅਨਦਿਨ ਦਾ ਅਰਥ ਇੱਕ ਰਸ ਕਰ ਰਿਹਾ। ਇੱਕ ਰਸ ਅਨਦਿਨ, ਇੱਕ ਦਾ ਜਿਹੜਾ ਅਨਦਿਨ ਇਕੱਠਾ ਪਾਠ ਕਰਕੇ ਇਹਦਾ ਬਣ ਗਿਆ ਇੱਕ ਰਸ। ਇੱਕ ਰਸ ਕੀ ਕਰਦੇ ਆ? ਇੱਕ ਰਸ ਦਿਨ ਰਾਤੀ, ਉਹ ਰਾਤ ਦਿਨ ਇੱਕ ਰਸ ਭਗਤ ਕਰੇ, ਭਗਤੀ ਕਰਦੇ ਆ, ਐ ਇਹਦਾ ਅਰਥ ਬਣੂਗਾ। ਤੋ ਇਸ ਕਰਕੇ ਫਿਰ ਉਹਨਾਂ ਨੂੰ ਫਿਰ ਜਿਹੜੇ ਅਵਿਦਿਆ ਰੂਪੀ ਜਿਹੜੀ ਰਾਤ ਹੈ ਇਹ ਸਾਰਿਆਂ ਦੇ ਉੱਤੇ ਵਾਪਰ ਰਹੀ ਹੈ ਤੇ ਇਹ ਤੋਂ ਬ੍ਰਹਮ ਗਿਆਨ ਰੂਪੀ ਦਿਨ ਗਿਆਨ
ਗਿਆਨ ਰੂਪੀ ਦਿਨ ਚੜ ਜਾਂਦਾ ਹੈ ਤੇ ਸਤਿਗੁਰਾਂ ਨੇ ਉਹਨਾਂ ਦੀ ਫਿਰ ਹਉਮੈ ਮੋਹ ਚੁਕਾਇਆ, ਹਉਮੈ ਹੰਗਤਾ ਮਮਤਾ ਸੰਬੰਧੀਆਂ ਦਾ ਮੋਹ ਚੁਕਾ ਦਿੱਤਾ ਹੈ, ਨਿਵਰਤ ਕਰ ਦਿੱਤਾ ਹੈ। ਇਸ ਕਰਕੇ ਉਹ ਵਿਦਿਆ ਰੂਪੀ ਰਾਤ ਨਿਵਰਤ ਹੋ ਗਈ, ਦੂਰ ਹੋ ਗਈ, ਬ੍ਰਹਮ ਗਿਆਨ ਰੂਪੀ ਦਿਨ ਚੜ ਗਿਆ। ਤੇ ਇਸ ਪ੍ਰਕਾਰ ਦਾ ਮਹਾਰਾਜ ਨੇ ਗੁੱਝਾ ਭੇਦ ਵਿੱਚ ਰੱਖਿਆ ਹੈ ਜੀ। ਜਿਸ ਸਿਉ ਰਾਤਾ ਤੈਸੋ ਹੋਵੇ, ਤੇ ਇਸ ਕਰਕੇ ਭਾਈ ਜਿਸ ਵਾਹਿਗੁਰੂ ਸਿਉ ਨਾਲ ਪੁਰਸ਼ ਦਾ ਚਿੱਤ ਰੰਗਿਆ ਗਿਆ ਹੈ ਉਹ ਤੈਸੋ ਉਸੇ ਦਾ ਹੀ ਰੂਪ ਹੋ ਜਾਂਦਾ ਹੈ। ਜੇ ਨਾਮ ਦੇ ਨਾਲ ਰੰਗਿਆ ਨਾਮ ਦਾ ਰੂਪ ਹੋ ਜਾਂਦਾ, ਵਿਸ਼ਿਆਂ ਨਾਲ ਰੰਗਿਆ ਵਿਸ਼ਿਆਂ ਦਾ ਰੂਪ ਹੋ ਜੂ। ਮਨਮੁਖਾਂ ਦੇ ਨਾਲ ਰੰਗਿਆ ਗਿਆ ਮਨਮਤ ਦੇ ਨਾਲ ਤਾਂ ਮਨਮੁਖਾਂ ਦਾ ਰੂਪ ਹੋ ਜਾਊਗਾ। ਚੋਰਾਂ ਦੇ ਨਾਲ ਮਿਲ ਕੇ ਚੋਰਾਂ ਦਾ ਰੂਪ ਹੋ ਜਾਂਦਾ ਹੈ, ਡਾਕੂਆਂ ਨਾਲ ਮਿਲ ਕੇ ਡਾਕੂਆਂ ਦਾ ਰੂਪ ਹੋ ਜਾਂਦਾ ਹੈ, ਨਸ਼ਈਆਂ ਨਾਲ ਮਿਲ ਕੇ ਨਸ਼ਈਆਂ ਦਾ ਰੂਪ ਹੋ ਜਾਂਦਾ ਹੈ, ਸਾਧਾਂ ਨਾਲ ਮਿਲ ਕੇ ਸਾਧਾਂ ਦਾ ਰੂਪ ਹੋ ਜਾਂਦਾ ਹੈ, ਸਤਸੰਗੀ ਦੇ ਨਾਲ ਮਿਲ ਕੇ ਸਤਸੰਗੀ ਬਣ ਜਾਂਦਾ ਹੈ। ਇਸ ਕਰਕੇ ਜੋ ਜਿਸ ਪ੍ਰਕਾਰ ਜਿਹਦੀ ਵੀ ਸੰਗਤ ਮਿਲ ਗਈ, ਜਿਸਿਉ ਰਾਤਾ ਤੈਸੋ ਹੋਵੇ। ਹੁਣ ਗੰਗਾ ਹੈ, ਗੰਗਾ ਦੇ ਵਿੱਚ ਨਾਲੇ ਮਿਲ ਜਾਣ ਗੰਗਾ ਦਾ ਰੂਪ ਨਹੀਂ ਹੋ ਜਾਂਦੇ। ਇਸੇ ਪ੍ਰਕਾਰ ਦੱਸਦੇ ਹਨ ਜੇ ਸੱਚੇ ਸੱਚ ਸਮਾਇਆ, ਸੱਚੇ ਅਕਾਲ ਪੁਰਖ ਨੇ ਸੱਚਾ ਨਾਮ ਜਪਣ ਵਾਲਿਆਂ ਨੂੰ ਆਪਣੇ ਵਿੱਚ ਸਮਾਇਆ, ਅਭੇਦ ਕਰ ਲਿਆ। ਜਿਵੇਂ ਗੰਗਾ ਨੇ ਗੰਦੇ ਨਾਲਿਆਂ ਨੂੰ ਵੀ ਆਪਣੇ ਵਿੱਚ ਲੈ ਕੇ ਗੰਦੇ ਨਹੀਂ ਰਹਿਣ ਦਿੱਤਾ, ਗੰਗਾ ਦਾ ਰੂਪ ਬਣ ਗਿਆ। ਜਿਹੜੇ ਜੀਵ ਵਿਕਾਰ ਕਰਨ ਵਾਲੇ ਪਾਪ ਆਤਮਾ ਉਹ ਵੀ ਫਿਰ ਪਰਮੇਸ਼ਰ ਦਾ ਰੂਪ ਬਣ ਜਾਂਦੇ ਹਨ। ਆਪੇ ਨਦਰ ਕਰੇ ਭਾਉ ਲਾਏ, ਜਿਨ੍ਹਾਂ ਤੇ ਆਪ ਪਰਮੇਸ਼ਰ ਨਿਸ਼ਕਾਮ ਕਰਮ ਕਰਕੇ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ। ਉਹਨਾਂ ਦੇ ਹਿਰਦੇ ਵਿੱਚ ਭਾਉ ਨਾਮ ਪ੍ਰੇਮ ਦਾ ਹੈ, ਪ੍ਰੇਮ ਭਾਵਨਾ ਸ਼ਰਧਾ ਲਾ ਦਿੰਦਾ ਹੈ। ਗੁਰ ਸਬਦੀ ਵਿਚਾਰ, ਫਿਰ ਉਹ ਪੁਰਖ ਗੁਰ ਸਤਿਗੁਰਾਂ ਦੀ ਸ਼ਬਦ ਨਾਮ ਉਪਦੇਸ਼ ਦਾ ਸ਼ਬਦੀ ਉਪਦੇਸ਼ ਦੀ ਵਿਚਾਰ ਕਰਦੇ ਰਹਿੰਦੇ ਹਨ। ਸਤਿਗੁਰ ਸੇਵਿਆ ਸਹਿਜ ਊਪਜੈ, ਜੋ ਸਤਿਗੁਰੂ ਦੀ ਸੇਵਿਆ ਟਹਿਲ ਕਰਦੇ ਹੈ ਉਹਨਾਂ ਦੇ ਹਿਰਦੇ ਸਹਿਜ ਗਿਆਨ ਉਪਜੈ ਪੈਦਾ ਹੋ ਜਾਂਦਾ। ਭਾਈ ਇਹ ਟਹਿਲ ਤੋਂ ਹੀ ਪੈਦਾ ਹੋਊਗਾ, ਬ੍ਰਹਮ ਗਿਆਨ ਸਿੱਧਾ ਆਕਾਸ਼ ਤੋਂ ਨਹੀਂ ਆਉਣ ਲੱਗਾ ਹੈ। ਇਹ ਕੋਈ ਦਰਖਤ ਨੂੰ ਲੱਗਿਆ ਹੋਇਆ ਫਲ ਨਹੀਂ ਜਿਹੜਾ ਹੱਥ ਨਾਲ ਤੋੜ ਲਾਂਗੇ। ਪਹਿਲਾਂ ਸੇਵਾ ਨਿਸ਼ਕਾਮ ਨਿਮਰਤਾ ਵਾਲਾ ਸੁਭਾਅ, ਜਰਨਾ ਸ਼ਕਤੀ ਪੈਦਾ ਕਰਨੀ, ਆਪ ਨਾ ਉੱਚਾ ਨੀਵਾਂ ਸ਼ਬਦ ਕਹਿਣਾ, ਜੇ ਕੋਈ ਕਹਿੰਦਾ ਸਹਿਨ ਕਰ ਲੈਣਾ, ਫਿਰ ਸਤਿਗੁਰੂ ਗਿਆਨ ਕਰਵਾ ਦਿੰਦੇ ਹੈ। ਜਦੋਂ ਗਿਆਨ ਹੋ ਜਾਂਦਾ ਹੈ ਹਉਮੈ ਤ੍ਰਿਸ਼ਨਾ ਮਾਰ, ਹਉਮੈ ਹੰਗਤਾ ਮਮਤਾ ਰਸਾਂ ਕਸਾਂ ਦੀ ਭੋਗਾਂ ਦੀ ਤ੍ਰਿਸ਼ਨਾ ਉਹ ਮਾਰ ਦਿੰਦੇ ਨੇ ਸਤਿਗੁਰੂ। ਉਹ ਗੁਰਮੁਖ ਮੌਤ ਨੂੰ ਵੀ ਮਾਰ ਲੈਂਦੇ ਆ, ਜੰਮਣ ਮਰਨ ਤੋਂ ਮੁਕਤ ਹੋ ਜਾਂਦੇ ਨੇ। ਮੌਤ ਕੀ ਵਿਗਾੜ ਸਕਦੀ ਹੈ? ਸਾਹਮਣੇ ਮਿਸਾਲਾਂ ਨੇ। ਮੌਤ ਨੇ ਆਪਣਾ ਕਰਤਵ ਦਿਖਾਤਾ, ਸਿਰ ਤੇ ਧੜ ਵੱਖਰਾ ਹੋ ਗਿਆ ਬਾਬਾ ਦੀਪ ਸਿੰਘ ਦਾ। ਕੀ ਫਿਰ ਮੌਤ ਨੇ ਮਾਰ ਲਿਆ ਸੀ ਬਾਬਾ ਦੀਪ ਸਿੰਘ ਨੂੰ? ਤੇ ਉੱਥੋਂ ਕਿੰਨੀ ਦੂਰ ਹੈ ਜਿੱਥੋਂ ਚੱਲ ਕੇ ਗਏ। ਤੇ ਜਿਹੜੇ ਗਿਲਜੇ ਸੀ, ਜਿਹੜੇ ਲੜਨ ਆਏ ਸੀ, ਡਰਦੇ ਮਾਰੇ ਕਹਿੰਦੇ ਨੱਠਿਆਂ ਪਿੱਛਾ ਨੂੰ ਮੁੜ ਕੇ ਦੇਖਿਆ ਵੀ ਸਿੱਖ ਇਹਨਾਂ ਦੇ ਧੜ ਵੀ ਲੜਨ ਲੱਗੇ। ਲਾਹੌਰ ਜਾ ਵੜੇ ਸੀ। ਬਾਬਾ ਦੀਪ ਸਿੰਘ ਤੁਰ ਕੇ ਜਾ ਕੇ ਸੀਸ ਭੇਟ ਕੀਤਾ। ਇਹ ਮਨਮਤੀਆਂ ਦੇ ਜਿਹੜੇ ਨਾਸਤਕ ਨੂੰ ਉਹਨਾਂ ਦੇ ਥੋੜੀ ਮੇਚ ਆ ਸਕਦੀਆਂ ਨੇ ਗੱਲਾਂ, ਤਾਂ ਭਾਵਨਾ ਵਾਲਿਆਂ ਦੀਆਂ ਗੱਲਾਂ ਹੈ। ਤੋ ਇਸ ਕਰਕੇ ਭਾਈ ਮੌਤ ਵੀ ਨਹੀਂ ਮਾਰ ਸਕਦੀ। ਆਰੇ ਦੇ ਨਾਲ ਚੀਰ ਕੇ ਦੋ ਫਾੜੇ ਕਰਤੇ ਮਤੀਦਾਸ, ਫੇਰ ਵੀ ਮੇਰੇ ਆਵਾਜ਼ ਆ ਰਹੀ ਹੈ। ਭਾਈ ਮਨੀ ਸਿੰਘ ਦਾ ਬੰਦ ਕੱਟਿਆ ਗਿਆ, ਮੌਤ ਫੇਰ ਵੀ ਨਹੀਂ ਮਾਰ ਸਕੀ। ਇਸ ਤਰ੍ਹਾਂ ਦੇ ਉਹ ਮੌਤ ਦੇ ਮਾਰੇ ਹੋਏ ਨਹੀਂ ਮਰਦੇ ਹਨ। ਐਸੀ ਉਹਨਾਂ ਦੀ ਅਵਸਥਾ, ਉਹ ਜੀਵਨ ਮੁਕਤ ਐਸੇ ਹੋ ਜਾਂਦੇ ਨੇ। ਹਰ ਗੁਣ ਦਾਤਾ ਸਦ ਮਨ ਵਸੈ, ਕਿਉਂਕਿ ਹਰੀ ਪਰਮੇਸ਼ਰ ਗੁਣਾਂ ਦਾ ਦਾਤਾ ਸਦਾ ਹੀ ਉਹਨਾਂ ਦੇ ਹਿਰਦੇ ਵਿੱਚ ਬਸਦਾ ਹੈ। ਸੱਚ ਰੱਖਿਆ ਔਰ ਧਾਰ, ਉਹਨਾਂ ਨੇ ਸੱਚੇ ਨਾਮ ਨੂੰ ਔਰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ। ਜਿਵੇਂ ਸੱਪ ਮਣੀ ਨੂੰ ਸਾਂਭ ਕੇ ਰੱਖਦਾ ਹੈ, ਜਾਨ ਹੈ ਉਹਦੀ ਮਣੀ, ਉਹ ਨਾਮ ਨੂੰ ਹਿਰਦੇ 'ਚ ਸਾਂਭ ਕੇ ਰੱਖਦੇ ਹੈ। ਜੇ ਕਿਤੇ ਮੜ ਜਾ ਵੀ ਇੱਧਰ ਉੱਧਰ ਹੋ ਜਾ, ਤੜਫਣ ਲੱਗ ਜਾਂਦਾ ਉਸ ਵੇਲੇ। ਇਸ ਪ੍ਰਕਾਰ ਉਹਨਾਂ ਦੀ ਨਾਮ ਦੇ ਨਾਲ ਲਗਾਅ ਹੋ ਜਾਂਦਾ ਹੈ। ਜੇ ਕਿਸੇ ਨੂੰ ਗੱਲ ਕਰਨੀ ਹੈ, ਕਿਸੇ ਨਾਲ ਬਚਨ ਕਰਨਾ, ਇਹ ਨਹੀਂ ਵੀ ਉਹ ਗੂੰਗੇ ਹੋਏ ਰਹਿੰਦੇ ਹੈ, ਪਰ ਗੱਲ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਤਿਆਰ ਕਰਦੇ ਹੈ ਕਿ ਮੈਂ ਗੱਲ ਕਰਦੇ ਕਰਦੇ ਨਾਮ ਵੀ ਜਪਣਾ, ਨਾ ਨਾਮ ਨੂੰ ਭੁੱਲਣਾ ਨਹੀਂ। ਗੱਲਾਂ ਵੀ ਕਰਦੇ ਆ, ਉਦੋਂ ਪਹਿਲਾਂ ਤਿਆਰੀ ਕਰ ਲਈ। ਜੇ ਤਿਆਰੀ ਨਹੀਂ ਕੀਤੀ ਫਿਰ ਤਾਂ ਮਾਰ ਖਾ ਜਾਊਗਾ। ਹੰਗੂਰਾ ਦੇਣ ਵੇਲੇ ਤਾਂ ਚਲੋ ਸੌਖਾ ਹੀ ਕੰਮ, ਨਾਮ ਜਪਿਆ ਜਾ ਸਕਦਾ, ਪਰ ਗੱਲਾਂ ਕਰਦੇ ਹੋਏ ਵੀ ਧਿਆਨ ਦੇ ਵਿੱਚ ਨਾਮ ਜਪਣਾ। ਤੋ ਇਸ ਕਰਕੇ ਫਿਰ ਉਹਨਾਂ ਨੇ ਹਿਰਦੇ ਵਿੱਚ ਧਾਰਨ ਕਰ ਲਿਆ, ਧਾਰਨ ਕਰਕੇ ਰੱਖਿਆ ਹੈ। ਪ੍ਰਭ ਮੇਰਾ ਸਦਾ ਨਿਰਮਲਾ, ਮੇਰਾ ਵਾਹਿਗੁਰੂ ਸਦਾ ਹੀ ਨਿਰਮਲਾ ਉਜਲ ਸਰੂਪ ਹੈ। ਮਾਇਆ ਦੀ ਮੈਲ ਤੋਂ ਰਹਿਤ ਹੋਣ ਕਰਕੇ
ਉਹਨੂੰ ਉਜਲਾ ਕਿਹਾ ਹੈ, ਉਹਨੂੰ ਨਿਰਮਲ ਸਰੂਪ ਕਿਹਾ ਹੈ। ਮਨ ਨਿਰਮਲ ਪਾਇਆ ਜਾਏ, ਜਿਨ੍ਹਾਂ ਦਾ ਮਨ ਨਿਰਮਲ ਹੈ, ਸੁੱਧ ਹੈ, ਉਹ ਵਾਹਿਗੁਰੂ ਨੂੰ ਪਾਇਆ ਜਾਏ, ਪਾਇਆ ਜਾ ਸਕਦਾ ਹੈ, ਪਾਉਂਦੇ ਹੈ। ਜਿਹੜਾ ਭਾਂਡਾ ਸੁੱਧ ਨਹੀਂ, ਦੁੱਧ ਵੀ ਪਵਿੱਤਰ ਹੈ, ਤੇ ਜਿਹੜਾ ਭਾਂਡਾ ਹੈ, ਜੇ ਭਾਂਡਾ ਪਵਿੱਤਰ ਹੋਊਗਾ ਤਾਂ ਪਵਿੱਤਰ ਦੁੱਧ ਉਹਦੇ ਵਿੱਚ ਪਾਇਆ ਜਾਊਗਾ। ਜੇ ਭਾਂਡਾ ਮਲ ਮੂਤਰ ਵਾਲਾ ਹੈ, ਉਹਦੇ ਵਿੱਚ ਹੁਣ ਜੇ ਭਾਂਡਾ ਮਲੀਨ ਹੈ, ਉਹਦੇ ਵਿੱਚ ਦੁੱਧ ਪਾਇਆ ਨਹੀਂ ਜਾ। ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਆਪ ਨਿਰਮਲ ਹੈ ਭਾਈ। ਜਿਹਦਾ ਮਨ ਨਿਰਮਲ ਹੈ ਉਹਦੇ 'ਚ ਠਹਿਰਦਾ ਹੈ, ਨਾਮ ਠਹਿਰਦਾ ਨਹੀਂ। ਦੁੱਧ ਮਾੜੇ ਭਾਂਡੇ 'ਚ ਪਾ ਦਿਓ, ਦੁੱਧ ਉਹਦੇ 'ਚ ਰਹੂਗਾ ਨਹੀਂ। ਦੁੱਧ ਦਾ ਆਪਣਾ ਰੂਪ ਜਿਹੜੀ ਆ ਉਹ ਨਹੀਂ ਰਹਿੰਦਾ ਫਿਰ ਉਹ। ਇਸ ਕਰਕੇ ਨਾ ਪਰਮੇਸ਼ਰ ਦਾ ਨਾਮ ਸੁੱਧ ਹਿਰਦੇ ਵਿੱਚ ਹੀ ਰਹਿੰਦਾ ਹੈ। ਨਾਮ ਨਿਧਾਨ ਹਰ ਮਨ ਵਸੈ, ਤੇ ਨਾਮ ਦਾ ਖਜ਼ਾਨਾ ਉਹਨਾਂ ਦੇ ਹਿਰਦੇ ਵਿੱਚ ਸਦਾ ਹੀ ਵਸ ਜਾਂਦਾ ਹੈ। ਹਉਮੈ ਦੁੱਖ ਸਭ ਜਾਏ, ਹੰਗਤਾ ਮਮਤਾ ਜੰਮਣ ਮਰਨ ਦੇ ਜਿਹੜੇ ਦੁੱਖ ਸੀ ਉਹ ਚਲੇ ਗਏ ਉਹਨਾਂ ਦੇ। ਸਤਿਗੁਰ ਸ਼ਬਦ ਸੁਣਾਇਆ, ਸਤਿਗੁਰਾਂ ਨੇ ਆਪਣਾ ਗੁਰਸਿੱਖਾਂ ਨੂੰ ਉਪਦੇਸ਼ ਸੁਣਾ ਦਿੱਤਾ ਹੈ। ਹਉ ਸਦ ਬਲਿਹਾਰੈ ਜਾਓ, ਮੈਂ ਉਹਨਾਂ ਸਤਿਗੁਰਾਂ ਤੋਂ ਬਲਿਹਾਰ ਕੁਰਬਾਨ ਜਾਵਾਂ ਜਿਨ੍ਹਾਂ ਨੇ ਨਾਮ ਦੇ ਨਾਲ ਸਾਨੂੰ ਜੋੜਿਆ ਹੈ। ਆਪਣੇ ਮਨ ਚਿਤ ਕਹਿ ਕਹਾਏ, ਬਾਕੀ ਸੰਸਾਰ ਦੀ ਬਾਤ ਵੀ ਦੱਸਦੇ ਹੈ। ਜਿਨ੍ਹਾਂ ਨੇ ਗੁਰੂ ਸਾਹਿਬ ਦੁਆਰਾ ਸ਼ਬਦ ਦੀ ਕਮਾਈ ਕਰਕੇ ਨਾਮ ਨਹੀਂ ਜਪਿਆ ਹੈ, ਨਾ ਕਮਾਈ ਕੀਤੀ, ਆਪਣੇ ਮਨ ਦੇ ਵਿੱਚ ਤੇ ਚੇਤਵਣੀ ਦੇ ਵਿੱਚ, ਮਨ ਚਿਤ ਚੇਤਵਣੀ ਦੇ ਵਿੱਚ ਵੀ ਤੇ ਮਨ ਦੇ ਵਿੱਚ ਵੀ ਹਉਮੈ ਨਹੀਂ ਛੱਡੀ ਹੈ, ਤੇ ਫਿਰ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਾ ਲਿਆ, ਆਪਣੇ ਆਪ ਨੂੰ ਮਹਾਨ ਪੁਰਸ਼ ਕਹਾ ਲਿਆ, ਆਪਣੇ ਜਿਹੜੇ ਸੰਗੀ ਨੂੰ ਉਹਨਾਂ ਤੋਂ ਕਹਾ ਲਿਆ, ਉਹਨਾਂ ਤੋਂ ਆਪਣੀ ਵਡਿਆਈ ਕਰਾ ਲਈ। ਢੰਗ ਤਰੀਕਾ ਹੁੰਦਾ ਵਡਿਆਈ ਦਾ, ਇਸ ਤਰੀਕੇ ਨਾਲ ਕਰਨੀ ਹੈ। ਕਈ ਸਿੱਖਿਆ ਦਿੰਦੇ ਵੀ ਜਦੋਂ ਸਟੇਜ ਤੇ ਬੋਲਣਾ ਮੈਨੂੰ ਐਂ ਕਹਿ ਕੇ ਬੋਲਣਾ। ਇਸ ਕਰਕੇ ਇਸ ਪ੍ਰਕਾਰ ਦੇ ਉਹ ਕਹਿੰਦੇ ਕਹਾਉਂਦੇ ਹੈ। ਆ ਇੱਕ ਘਟਨਾ ਵਾਪਰੀ ਸੀ, ਚਲੋ ਹੁਣ ਤਾਂ ਸੰਸਾਰ ਤੋਂ ਦੋਨੇ ਚਲੇ ਗਏ, ਦੋਨੇ ਨਹੀਂ ਹੈਗੇ, ਫਿਰ ਵੀ ਨਾਂ ਲੈ ਕੇ ਕਿਸੇ ਦਾ ਉਹ ਚੰਗਾ ਨਹੀਂ ਹੁੰਦਾ। ਉਹ ਦੋ ਪਖੰਡੀ ਇਕੱਠੇ ਹੋ ਗਏ। ਉਹ ਕਹਿਣ ਲੱਗਾ ਵੀ ਤੂੰ ਇਸ ਤਰ੍ਹਾਂ ਕਰ ਵੀ ਟਾਈਮ ਹੋ ਚੱਲਿਆ, ਆਪਾਂ ਜਾਣਾ, ਸੰਗਤ ਇਕੱਠੀ ਹੋ ਗਈ। ਉਹਦੇ ਘਰ ਵਾਲੀ ਚਾਹ ਬਣਾਉਂਦੀ ਸੀ, ਉਹ ਰਸੋਈ ਸੁਣਦੀ ਸੀ, ਬੜੀ ਲੜਾਕੀ। ਉਹਦੇ ਘਰ ਵਾਲੀ ਇੱਕ ਸ਼ਾਦੀशुदा ਸੀ ਪਖੰਡੀ ਤੇ ਇੱਕ ਹੈਗੀ। ਉਹ ਕਹਿੰਦਾ ਵੀ ਤੂੰ ਐਂ ਕਰੀ, ਤੂੰ ਮੈਨੂੰ ਬ੍ਰਹਮ ਗਿਆਨੀ ਕਹੀਂ, ਮੈਂ ਤੈਨੂੰ ਬ੍ਰਹਮ ਗਿਆਨੀ ਕਹੂੰਗਾ। ਉਹ ਕਹਿੰਦਾ ਵੀ ਠੀਕ ਹੈ। ਤੇ ਘਰ ਵਾਲੀ ਬੁੜਬੁੜ ਕਰਨ ਲੱਗੀ, ਕਹਿੰਦੀ ਮੈਂ ਦੋਨਾਂ ਬ੍ਰਹਮ ਗਿਆਨੀਆਂ ਨੂੰ ਜਾਣਦੀ ਹਾਂ, ਕਹੀਆਂ ਜਿਹੀਆਂ ਗੱਲਾਂ ਕਰਦੇ ਆ ਲੋਕਾਂ ਨੂੰ ਠੱਗਣ ਵਾਸਤੇ। ਉਹ ਕਹਿੰਦਾ ਤੂੰ ਚਾਹ ਬਣਾ, ਚੁੱਪ ਕਰਕੇ, ਤੂੰ ਸਾਡੇ ਵਿੱਚ ਦਖਲ ਨਾ ਦੇ। ਚਲੋ ਜੀ, ਉਹ ਚਾਹ ਚੂ ਬਣਾਈ, ਪੀ ਕੇ ਬ੍ਰਹਮ ਗਿਆਨੀ ਕਹਾਉਣ ਵਾਲੇ ਪਖੰਡੀ ਦੋਨੇ ਚਲੇ ਗਏ। ਪਹਿਲਾਂ ਇੱਕ ਲੱਗਿਆ, ਕਹਿੰਦਾ ਵੀ ਦੇਖੋ ਮੈਂ ਅੱਜ ਤੁਹਾਨੂੰ ਕੀ ਸੁਣਾਵਾਂ। ਸੰਗਤ ਦੇ ਵਿੱਚ ਇੱਕ ਬ੍ਰਹਮ ਗਿਆਨੀ ਮਹਾਂਪੁਰਸ਼ ਬੈਠਾ ਹੈ, ਬ੍ਰਹਮ ਗਿਆਨੀ ਦੇ ਸਾਹਮਣੇ ਕਿੰਨੀ ਕੁ ਹਿੰਮਤ ਪੈਂਦੀ ਹੈ। ਕਹਿੰਦਾ ਇਹ ਬ੍ਰਹਮ ਗਿਆਨੀ ਹੈ, ਵਿਉਂ ਉਪਮਾ ਲੱਗਿਆ ਕਰਨ, ਜਿਉਂ ਲੱਗਿਆ ਕਰਨ। ਮੈਂ ਦੋਨਾਂ ਨੂੰ ਨੇੜੇ ਹੋ ਕੇ ਦੇਖਿਆ ਜਿਨ੍ਹਾਂ ਦੀ ਮੈਂ ਗੱਲ ਕਰਦਾ। ਤੇ ਉਹ ਫਿਰ ਉਦੋਂ ਬਾਅਦ ਜਦੋਂ ਦੂਏ ਦੀ ਵਾਰੀ ਆਈ, ਉਹ ਕਹਿੰਦਾ ਵੀ ਬਾਣੀ ਪੜ੍ਹਦੇ ਨੂੰ ਤਾਂ ਹੋ ਗਈ ਬੜੀ ਦੇਰ, ਪਰ ਅੱਜ ਪਤਾ ਲੱਗਿਆ। ਕਹਿੰਦਾ ਇੱਕ ਅਰਥ ਤਾਂ ਅੱਜ ਹੋ ਗਿਆ, ਕਹਿੰਦਾ ਸਾਹਮਣੇ ਪ੍ਰਤੱਖ। ਕਹਿੰਦਾ ਕੀ? ਕਹਿੰਦੇ ਵੀ ਮੈਨੂੰ ਅੱਜ ਤੱਕ ਬ੍ਰਹਮ ਗਿਆਨੀ ਨਹੀਂ ਸੀ ਕਿਹਾ ਕਿਸੇ ਨੇ। ਕਿਉਂ ਨਹੀਂ ਸੀ ਕਿਹਾ? ਕਹਿੰਦਾ ਵੀ ਇੱਕ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀ ਸਮਝ ਸਕਦਾ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਕਹਿੰਦਾ ਅੱਜ ਪਤਾ ਲੱਗਿਆ ਵੀ ਬ੍ਰਹਮ ਗਿਆਨੀ ਪਛਾਣ ਸਕਦਾ ਬ੍ਰਹਮ ਗਿਆਨੀ ਨੂੰ। ਲੈ ਉਹ ਆਪਣੇ ਆਪ ਨਾਲੇ ਕਹਾ ਲਿਆ ਨਾਲੇ ਕਹਿ ਲਿਆ। ਮਹਾਰਾਜ ਕਹਿੰਦੇ ਆਪਣੇ ਮਨ ਚ ਤੇ ਕਹੇ ਕਹਾਏ, ਐਂ ਕਹਿਣ ਕਹਾਉਣ ਨਾਲੇ ਨਾਲ। ਹੁਣ ਇਦੋਂ ਜਿਹੜਾ ਪਖੰਡੇ ਹੁੰਦਾ ਸਾਧ ਸੰਗਤ ਜੀ, ਉਹਦੇ ਘਰ ਵਾਲੀ ਸੰਗਤ ਚ ਉੱਠ ਕੇ ਖੜੀ ਹੋ ਗਈ। ਕਹਿੰਦੀ ਸਾਧ ਸੰਗਤ ਜੀ ਐਵੇਂ ਧੋਖਾ ਨਾ ਖਾ ਲਿਓ, ਨਾ ਮੇਰੇ ਘਰ ਵਾਲਾ ਬ੍ਰਹਮ ਗਿਆਨੀ ਆ, ਨਾ ਇਹ ਆ। ਉਹਦੇ ਕੰਨੀ ਹੱਥ ਕਰਕੇ, ਮੈਂ ਚਾਹ ਬਣਾਉਂਦੀ ਸੀ, ਸਲਾਹ ਕਰਕੇ ਆਏ ਨੇ ਵੀ ਤੂੰ ਮੈਨੂੰ ਬ੍ਰਹਮ ਗਿਆਨੀ ਕਹੀ, ਮੈਂ ਤੈਨੂੰ ਕਹੂੰਗਾ। ਇਉਂ ਕਹਿਣ ਕਹਾਉਣ ਦੇ ਨਾਲ ਥੋੜਾ ਕੋਈ ਬ੍ਰਹਮ ਗਿਆਨੀ ਬਣ ਜਾਂਦਾ। ਇਹ ਸਿੱਧ ਕਰਨ ਵਾਸਤੇ ਸਰਲ ਗੱਲਾਂ ਹੁੰਦੀਆਂ ਨੇ ਕਿ ਜਿਹੜੀਆਂ ਆਪਣੋਂ ਬਣਾਈਆਂ ਹੋਣ ਉਹ ਨਹੀਂ ਚੰਗੀਆਂ ਹੁੰਦੀਆਂ। ਐਸਾ ਉਹਨੇ ਗੁਰਮੁਖ ਨੇ ਦੱਸਿਆ, ਬੜਾ ਇੱਜ਼ਤਦਾਰ ਬੰਦਾ ਸੀ। ਕਹਿੰਦਾ ਜੀ ਆਹ ਗੱਲ ਹੋਈ ਆ ਫਲਾਣੇ ਤੋਂ। ਇਸ ਕਰਕੇ ਕਹਿਣ ਕਹਾਉਣ ਦੇ ਨਾਲ ਕੋਈ ਕੁਛ ਨਹੀਂ ਬਣ ਜਾਂਦਾ ਹੈ। ਬਿਨ ਗੁਰ ਆਪ ਨਾ ਜਾਏ, ਬਿਨਾਂ ਗੁਰੂ ਦੇ ਉਪਦੇਸ਼ ਤੋਂ ਹੰਕਾਰ ਨਹੀਂ ਜਾ ਸਕਦਾ, ਨਿਮਰਤਾ ਨਹੀਂ ਆਏਗੀ। ਨਿਮਰਤਾ ਨਹੀਂ ਆਏਗੀ, ਨਾਮ ਨਹੀਂ ਜਪਿਆ ਜਾਏਗਾ। ਕਿੰਨਾ ਹੀ ਕੋਈ ਕਹੀਂ ਜਾਵੇ ਆਪਣੇ ਆਪ ਨੂੰ। ਤੇ ਇਹਦੇ ਵਿੱਚ ਇਸ ਤਰ੍ਹਾਂ ਦੀ ਵੀ ਉਹ ਵਿਚਾਰ ਹੈ। ਕਹਿੰਦੇ ਇੱਕ ਮੁੱਲਾ ਸੀ ਤੇ ਇੱਕ ਕਾਜੀ ਸੀ। ਉਹ ਦੋਨੇ ਚੱਲੇ
ਹਜ ਕਰਨ ਵਾਸਤੇ ਤੁਰ ਕੇ ਜਾਂਦੇ ਹੁੰਦੇ ਸੀ, ਦੋਨਾਂ ਨੂੰ ਕੋਈ ਪੁੱਛੇ ਨਾ। ਉਹ ਕਾਜੀ ਮੁੱਲਾ ਕਹਾਉਣ ਵਾਸਤੇ ਹੀ ਸਾਧ ਸੰਗਤ ਜੀ ਬਣੇ ਹੋਏ ਸੀ, ਨਕਲੀ ਅਸਲ ਦੇ ਵਿੱਚ ਨਾ ਉਹ ਕਾਜੀ ਸੀ ਨਾ ਉਹ ਮੁੱਲਾ ਸੀ। ਉਹ ਕਹਿੰਦਾ ਵੀ ਐਂ ਕਰ ਵੀ ਲੋਕ ਤਾਂ ਮੰਨਣਗੇ ਆਪਾਂ ਨੂੰ ਵੀ ਮੈਂ ਤਾਂ ਤੈਨੂੰ ਕਾਜੀ ਸਾਹਿਬ ਕਹੂੰਗਾ, ਤੂੰ ਮੈਨੂੰ ਮੁੱਲਾ ਕਹੀਂ। ਕਹਿੰਦਾ ਠੀਕ ਹੈ। ਕਹਿੰਦਾ ਮੈਂ ਤੁਝੇ ਕਾਜੀ ਆਖਸਾਂ, ਤੂੰ ਮੁਝੇ ਮੁੱਲਾ ਬੁਗੋ। ਉਹ ਫਾਰਸੀ ਦੇ ਬੱਚੇ ਆ ਵੀ ਲੋਕ ਤਾਂ ਮੰਨਣਗੇ। ਇਹ ਕਹਿਣ ਦੇ ਨਾਲ ਨਾ ਉਹ ਮੁੱਲਾ ਬਣ ਗਿਆ ਨਾ ਉਹ ਕਾਜੀ ਬਣ ਗਿਆ, ਨਾ ਤੂੰ ਮੁੱਲਾ ਤੋਂ। ਇਹ ਤਾਂ ਕਾਜੀ ਮੁੱਲਾ ਕਹਿਣ ਕਹਾਉਣ ਦੇ ਨਾਲ ਜਿਵੇਂ ਨਹੀਂ, ਬ੍ਰਹਮ ਗਿਆਨੀ ਕਹਿਣ ਕਹਾਉਣ ਦੇ ਨਾਲ ਨਹੀਂ। ਬਿਨ ਗੁਰ ਆਪ ਨਾ ਜਾਈ, ਬਿਨਾ ਗੁਰੂ ਤੋਂ ਆਪਾ ਹੰਕਾਰ ਨਹੀਂ ਜਾ ਸਕਦਾ ਹੈ। ਹਰਿ ਜੀਉ ਭਗਤ ਵਿਸਲ ਸੁਖ ਦਾਤਾ, ਹਰੀ ਪਰਮੇਸ਼ਰ ਭਾਈ ਭਗਤਾਂ ਦਾ ਪਿਆਰਾ ਹੈ, ਭਗਤ ਬਚਲਾ ਤੇ ਸੁਖਾਂ ਦਾ ਦਾਤਾ ਹੈ। ਕਰ ਕਿਰਪਾ ਮਨ ਵਸਾਈ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਗਈ ਹੈ ਉਹਨਾਂ ਦੇ ਮਨ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ। ਨਾਨਕ ਸੋਭਾ ਸੁਰਤ ਜੇ ਪ੍ਰਭ, ਇਹ ਪ੍ਰਭ ਤੇ ਵਿਸਰਾਮ ਹੈ ਤੇ ਥੋੜਾ ਜਿਹਾ ਔਖਾ ਹੈ, ਧਿਆਨ ਰੱਖਿਓ। ਸਤਿਗੁਰੂ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ, ਉਹਨਾਂ ਨੂੰ ਪ੍ਰਭੂ ਪਰਮੇਸ਼ਰ ਨੇ ਭਗਤੀ ਦੀ ਸੁਰਤ ਗਿਆਤ। ਸੋ ਨਾਮ ਸ੍ਰੇਸ਼ਟ ਦਾ ਹੁੰਦਾ, ਰਤ ਨਾਮ ਪ੍ਰੀਤੀ ਦਾ ਹੁੰਦਾ ਹੈ। ਸ੍ਰੇਸ਼ਟ ਪ੍ਰੀਤੀ ਤੇ ਸ੍ਰੇਸ਼ਟ ਪ੍ਰੀਤੀ ਦੀ ਸ਼ੋਭਾ ਵਡਿਆਈ ਦੇ ਦਿੱਤੀ ਹੈ। ਆਪੇ ਗੁਰਮੁਖ ਦੇ ਵਡਿਆਈ, ਆਪੇ ਗੁਰਮੁਖਾਂ ਦੀ ਤਾਈ ਬ੍ਰਹਮ ਗਿਆਨ ਦੀ ਵਡਿਆਈ ਸ਼ੋਭਾ ਦੇ ਦਿੱਤੀ ਹੈ। ਗੁਰਮੁਖ ਸੁਰਤ ਦੇ ਨਾਲ ਭਾਉ ਭਗਤੀ, ਆਪੇ ਗੁਰਮੁਖ ਦੀ ਵਡਿਆਈ, ਪ੍ਰੇਮਾ ਭਗਤੀ ਗਿਆਨ ਦੀ ਵਡਿਆਈ ਸ਼ੋਭਾ ਦਿੱਤੀ ਹੈ। ਗੁਰਮੁਖਾਂ ਦੀ ਸੁਰਤ ਨਾਲ ਭਾਉ ਭਗਤੀ ਤੇ ਸਰਵਣ ਕਰਦੇ ਰਹਿੰਦੇ ਹੈ। ਵਾਹਿਗੁਰੂ ਆਪ ਇਹ ਗੁਰਮੁਖਾਂ ਨੂੰ ਆਪਣੇ ਸਰੂਪ ਦੀ ਵਡਿਆਈ, ਆਪੇ ਗੁਰਮੁਖ ਦੀ ਵਡਿਆਈ ਸ਼ੋਭਾ ਬਖਸ਼ ਦਿੰਦੇ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਇਹ ਸ਼ੋਭਾ ਦਿੰਦੇ ਹੈ ਜੀ। ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਦੇ ਤੀਸਰੇ ਪਾਤਸ਼ਾਹ ਅੱਗੇ ਸ਼ਬਦ ਉਚਾਰਨ ਕਰਦੇ ਹਨ ਜੀ। ਹਉਮੈ ਕਰਮ ਕਵਾਵਦੇ, ਹੁਣ ਦੂਸਰਾ ਪੱਖ ਦੱਸਦੇ ਆ ਜਿਹੜੇ ਭਗਤੀ ਕਰਦੇ ਨਹੀਂ ਹੈ, ਹਉਮੈ ਦੇ ਸਹਿਤ ਕਰਮ ਕਰਦੇ ਹੈ। ਹਉਮੈ ਦੇ ਸਹਿਤ ਨਿਮਿਤ ਪ੍ਰਾਸ਼ਚਿਤ ਨਿਖੇਧ ਕਾਮਕ ਕਰਮ ਇਹਨਾਂ ਨੂੰ ਕਮਾਉਂਦੇ ਰਹਿੰਦੇ ਹਨ ਹਰ ਵੇਲੇ। ਜਮ ਡੰਡ ਲੱਗੇ ਤਿਨ ਆਏ, ਤਿਨ ਉਹਨਾਂ ਨੂੰ ਹਮੇਸ਼ਾ ਵਾਸਤੇ ਇਹ 4-5 ਡੰਡ ਨ, ਜਮ ਡੰਡ ਹੈ, ਲੋਕ ਡੰਡ ਹੈ, ਪਿਤਰ ਡੰਡ ਹੈ, ਦੇਵ ਡੰਡ ਹੈ, ਰਾਜ ਡੰਡ ਹੈ, ਇਹ ਆ ਕੇ ਲੱਗਦੇ ਨੇ। ਜਮ ਡੰਡ ਲੱਗੇ ਤਿਨ ਆਏ, ਉਹਨਾਂ ਦੇ ਸਿਰ ਤੇ ਜਮਾਂ ਦੇ ਡੰਡ ਕੀ ਡੰਡੇ ਸਜ਼ਾ ਇਹ ਉਹਨਾਂ ਨੂੰ ਲੱਗਦੀ ਹੈ। ਜੇ ਸਤਿਗੁਰ ਸੇਵਨ ਸੇ ਉੱਬਰੇ, ਅੱਗੇ ਮਹਾਰਾਜ ਜਮਾਂ ਦੇ ਡੰਡਿਆਂ ਤੋਂ ਬਚੂਗਾ ਵੀ ਕੋਈ? ਕਹਿੰਦੇ ਹਾਂ, ਜੇ ਸਤਿਗੁਰ ਸੇਵਨ, ਜੇ ਸਤਿਗੁਰੂ ਦੀ ਸੇਵਾ ਕਰਨਗੇ ਸੇ ਉਹ ਉੱਬਰੇ ਬਚ ਜਾਣਗੇ ਜਮਾਂ ਦੇ ਡੰਡਿਆਂ ਤੋਂ। ਹਰ ਸੇਤੀ ਲਿਵ ਲਾਏ, ਸੇਵਾ ਦੇ ਨਾਲ ਪਰਮੇਸ਼ਰ ਦੇ ਨਾਮ ਵਿੱਚ ਲੇਬੀ ਲਾਉਣ, ਕੱਲੀ ਸੇਵਾ ਹੀ ਨਹੀਂ ਕਰਨੀ, ਸੇਵਾ ਦੇ ਨਾਲ ਨਾਲ ਨਾਮ ਜਪਣਾ ਹੈ। ਉਹਨਾਂ ਨੂੰ ਫਿਰ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ। ਮਨ ਰੇ ਗੁਰਮੁਖ ਨਾਮ ਧਿਆਏ, ਹੇ ਮਨਾ ਮੁਖੀ ਗੁਰੂ ਸਾਹਿਬ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਧਿਆ ਕਰ, ਬਿਰਤੀ ਦੁਆਰਾ ਧਿਆਇਆ ਕਰ, ਤੂੰ ਧਿਆਉਣਾ ਕਰ। ਤੁਰ ਪੂਰਬ ਕਰਤਾ ਲਿਖਿਆ, ਜਿਨ੍ਹਾਂ ਦੇ ਧੁਰ ਧੁਰਾਂ ਤੋਂ ਪੂਰਬ ਨਿਸ਼ਕਾਮ ਕਰਮ ਕਰਤੇ ਪੁਰਖ ਨੇ ਮੱਥੇ ਤੇ ਲੇਖ ਲਿਖ ਦਿੱਤੇ ਤੇ ਉਹਨਾਂ ਗੁਰਮੁਖਾਂ ਨੇ, ਜਿਨ੍ਹਾਂ ਗੁਰਮਤਿ ਨਾਮ ਸਮਾਏ, ਉਹਨਾਂ ਨੇ ਗੁਰਮਤ ਗੁਰੂ ਦੀ ਮਤ ਦੁਆਰਾ ਨਾਮ ਜਪਣ ਦਾ ਉਹਨਾਂ ਨੂੰ ਸੁਭਾਅ ਬਣ ਗਿਆ, ਮਨ ਦੇ ਵਿੱਚ ਸਮਾ ਗਿਆ ਨਾਮ ਉਹਨਾਂ ਦੇ। ਉਹਨਾਂ ਨੂੰ ਨਾਮ ਕਰਕੇ ਫਿਰ ਮਸਤੀ ਸਮਾਈ ਰਹਿੰਦੀ ਹੈ, ਚੜੀ ਰਹਿੰਦੀ ਹੈ, ਉਹ ਨਾਮੀ ਅਭੇਦ ਹੋ ਜਾਂਦੇ ਹਨ ਜੇ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ, ਵਿਣ ਸਤਿਗੁਰ ਪ੍ਰਤੀਤ ਨ ਆਵਈ। ਸਤਿਗੁਰੂ ਪਰਮੇਸ਼ਰ ਦਾ ਸਰੂਪ ਸਰਗੁਣ ਸਰੂਪ ਹੈ। ਸਤਿਗੁਰੂ ਸਾਹਿਬ ਤੋਂ ਬਗੈਰ ਜੀਵ ਨੂੰ ਨਾਮ ਤੇ ਪਰਮੇਸ਼ਰ ਪ੍ਰਤੀਤ ਭਰੋਸਾ ਹੀ ਨਹੀਂ ਵੱਜ ਸਕਦਾ। ਸਤਿਗੁਰੂ ਭਰੋਸਾ ਵਜਾਉਂਦੇ ਹੈ, ਨਹੀਂ ਆਉਂਦਾ ਭਰੋਸਾ ਉਹਨਾਂ ਨੂੰ। ਇਸ ਕਰਕੇ ਜੋ ਕੁਝ ਵੀ ਹੋ ਬੋਲ ਬੋਲ ਕੇ ਲੋਕਾਂ ਨੂੰ ਸੁਣਾਉਂਦਾ ਹੈ ਤੇ ਉਹਦੇ ਚ ਪ੍ਰਤੀਤ ਨਹੀਂ ਇਸ ਤਰ੍ਹਾਂ ਹੋ ਸਕਦਾ, ਉਹਦੀ ਵਿਚਾਰ ਨਹੀਂ ਪ੍ਰਾਪਤ ਹੋ ਸਕਦੀ, ਸਤਿਗੁਰੂ ਤੋਂ ਹੀ ਪ੍ਰਾਪਤ ਹੋਊਗੀ। ਇਸ ਕਰਕੇ ਦੱਸਦੇ ਹਨ ਕਿ ਨਾਮ ਨਾ ਲਾਗੋ ਭਾਉ, ਨਾਮ ਦੇ ਵਿੱਚ ਪ੍ਰੇਮ ਨਹੀਂ ਲੱਗਦਾ। ਸੰਸਾਰਾਕਾਰ ਵਿਹਾਰਕਾਰ ਦੀ ਫਸਿਆ ਹੋਇਆ ਬਿਰਤੀ, ਇਸ ਕਰਕੇ ਸੁਪਨੇ ਸੁਖ ਨਾ ਪਾਵਈ। ਇਹ ਸੁਪਨੇ ਮਾਤਰ ਵੀ ਸੁਖ ਨਹੀਂ, ਉਹਨੂੰ ਆਰਾਮ ਨਹੀਂ ਮਿਲਦਾ, ਟਿਕਾ ਨਹੀਂ ਮਿਲਦਾ ਹੈ। ਉਹ ਸੰਸਾਰ ਰੂਪੀ ਸੁਪਨੇ 'ਚ
ਆਤਮ ਸੁਖ ਨੂੰ ਨਹੀਂ ਪਾ ਸਕਦੇ। ਐਸਾ ਜੀਵ ਜਿਹੜਾ ਹੈ ਦੁੱਖ ਮੈਂ ਸਭੈ ਸਮਾਏ, ਉਹ ਦੁੱਖ ਦੇ ਵਿੱਚ ਸਵੈ ਸੌਂਦਾ ਹੋਇਆ, ਸਮਾਏ ਸਮਾਇਆ ਰਹਿੰਦਾ। ਦੁੱਖ ਨਾਮ ਕਲੇਸ਼, ਦੁੱਖ ਅਤੇ ਕਲੇਸ਼ ਮੈਂ ਵਿੱਚ ਸਵੈ ਬੇਹੋਸ਼ ਹੋ ਕੇ ਸਮਾਏ ਪਿਆ ਰਹਿੰਦਾ। ਇਸ ਕਰਕੇ ਉਹਨਾਂ ਦਾ ਜੀਵਨ ਜੰਮਣ ਮਰਨ ਦੇ ਦੁੱਖ ਵਿੱਚ ਅਵਿਦਿਆ ਰੂਪੀ ਨੀਂਦ ਦੇ ਕਾਰਨ ਉਹ ਫਿਰ ਸੌਂ ਰਹਿੰਦੇ ਨੇ। ਉਹ ਅਵਿਦਿਆ ਦੀ ਨੀਂਦ ਦੇ ਵਿੱਚ ਸੌਂ ਰਹਿੰਦੇ ਨੇ, ਉਹਨਾਂ ਦਾ ਸਮਾਂ ਗੁਜ਼ਰਦਾ ਹੈ। ਜੇ ਹਰ ਹਰ ਕੀਚੈ ਬਹੁਤ ਲੋਚੀਐ, ਜੇ ਉਹਨਾਂ ਨੂੰ ਹਰ ਹਰ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਦਾ ਉਪਦੇਸ਼ ਕੀਚਾ ਕਰੀਏ ਵੀ ਭਾਈ ਨਾਮ ਜਪਿਆ ਕਰ, ਬਹੁਤਾ ਸੁਖ ਦੇਣ ਨੂੰ ਲੋਚੀਏ ਵੀ ਨਾਮ ਦੇ ਸੁਖ ਹੈ ਚਾਹੀਏ, ਤੇ ਤਾਂ ਵੀ ਉਹ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਉਹ ਜਪਦੇ ਨਹੀਂ ਹੈ। ਕਿਉਂ? ਕਾਰਨ ਕੀ ਹੈ ਮਹਾਰਾਜ ਦੱਸੋ, ਦੱਸਦੇ ਨੇ। ਕਿਰਤ ਨਾ ਮੇਟਿਆ ਜਾਏ, ਉਹਨਾਂ ਦੇ ਕਿਰਤ ਕਰਮ ਮੇਟੇ ਨਹੀਂ ਜਾ ਸਕਦੇ। ਪੂਰਵਲੇ ਜਨਮਾਂ ਦੇ ਜਿਹੜੇ ਮਾੜੇ ਕਰਮ ਹੈ ਉਹ ਉਹਨਾਂ ਨੂੰ ਨਾਮ ਨਹੀਂ ਜਪਣ ਦਿੰਦੇ, ਤੇ ਨਾ ਹੀ ਉਹਨਾਂ ਨੂੰ ਸਤਸੰਗ ਕਰਨ ਦਿੰਦੇ ਨੇ। ਜੇ ਨਾਮ ਨੂੰ ਜਪਣ ਲੋਚਣ ਵੀ ਭਾਵੇਂ ਉਹ ਕਿੰਨਾ ਨਾਮ ਜਪਣ ਨੂੰ ਲੋਚਣ, ਪਰ ਜਪਿਆ ਨਹੀਂ ਜਾਂਦਾ। ਉਹਦਾ ਕਾਰਨ ਕਿ ਕਰਮ ਮੂਹਰੇ ਰੁਕਾਵਟ ਪਾਉਂਦੇ ਆ। ਤੁਲਸੀ ਜੀ ਨੇ ਕਿਹਾ, ਕਹਿੰਦੇ ਤੁਲਸੀ ਪੂਰਵ ਕਰਮ ਤੋਂ ਹਰਜ ਸੁਣਿਓ ਨਾ ਜਾਏ। ਕਹਿੰਦੇ 3 ਦੋਸ਼ ਪੈਂਦੇ ਆ ਜਦੋਂ ਮਾੜਾ ਕਰਮ ਮੂਹਰੇ ਆਉਂਦਾ। ਉਹਦੀ ਪਹਿਲੀ ਨਿਸ਼ਾਨੀ ਕੀ ਕਹਿੰਦੇ ਨੇ? ਕਹਿੰਦੇ ਚਾਹੇ ਜਿੰਨਾ ਮਰਜ਼ੀ ਰਾਤ ਨੂੰ ਸੌਂ ਕੇ ਆਇਆ ਹੋਵੇ, ਜਦੋਂ ਸੰਗਤ ਜਾਉਣਗੇ ਉਂਗਲ ਲੱਗ ਜਾਂਦੇ ਨੇ। ਉਦੋਂ ਇਹ ਦੋਸ਼ ਸਮਝ ਲਓ ਵੀ ਮਾੜਾ ਕਰਮ ਆ ਗਿਆ ਮੂਹਰੇ। ਕਥਾ ਨਹੀਂ ਸੁਣਨ ਦੇ ਰਿਹਾ, ਕੀਰਤਨ ਨਹੀਂ ਸੁਣਨ ਦਿੰਦਾ, ਉਂਘ ਆਉਣ ਲੱਗ ਗਈ, ਸਮਝ ਨਹੀਂ ਆ ਰਹੀ ਵੀ ਕੀ ਹੋ ਰਿਹਾ। ਕਹਿ ਉਂਘਾਂ ਕਹਿ ਲੜ ਪੜੈ, ਜਾਂ ਫਿਰ ਥਾਂ ਪਿੱਛੇ ਲੜ ਪੈਣ ਵੀ ਤੂੰ ਇੱਧਰ ਨੂੰ ਹੋ ਜਾ, ਇੱਥੇ ਕਿਉਂ ਬੈਠਾ। ਉਹ ਕਹਿੰਦਾ ਤੂੰ ਇੱਧਰ ਨੂੰ ਹੋ ਜਾ, ਲੜਾਈ ਸ਼ੁਰੂ ਹੋ ਜਾਂਦੀ ਹੈ। ਮਨਮਤੀ ਕਹਿੰਦਾ ਚੱਲ ਤੂੰ ਹੀ ਲੜ ਲੈ, ਇੱਥੇ ਮੈਂ ਜਾਣਾ। ਕਹਿ ਉਂਘਾਂ ਕਹਿ ਲੜ ਪੜੈ, ਲੜ ਪੈਣਗੇ। ਕਹਿ ਘਰ ਕੋ ਉੱਠ ਜਾਏ, ਘਰ ਕੋਈ ਉੱਠ ਕੇ ਚਲੇਗਾ। ਇਹ 3 ਦੋਸ਼ ਕਰਮ ਦੇ ਦੋਸ਼ ਜਾਣਨੇ। ਇਸ ਕਰਕੇ ਉਹ ਪੂਰਵਰੇ ਜਨਮਾਂ ਦੇ ਮਾੜੇ ਕਰਮਾਂ ਦੇ ਪ੍ਰੇਰੇ ਹੋਏ ਨਹੀਂ ਨਾਮ ਜਪ ਸਕਦੇ। ਕਿੰਨਾ ਹੀ ਉਹਨਾਂ ਨੂੰ ਭਾਵੇਂ ਲੋਚੀਏ ਵੀ ਨਾਮ ਜਪ ਲੈਣ। ਹਰ ਕਾ ਭਾਣਾ ਭਗਤੀ ਮੰਨਿਆ, ਤੇ ਜਿਨ੍ਹਾਂ ਭਗਤਾਂ ਨੇ ਹਰੀ ਪਰਮੇਸ਼ਰ ਦਾ ਭਾਣਾ ਨਾਮ ਹੁਕਮ ਦਾ, ਰਜਾ ਦਾ, ਜਿਹੜੇ ਉਹਨਾਂ ਨੇ ਮੰਨ ਲਿਆ, ਮੰਨ ਕੇ ਫਿਰ ਉਹ ਰਜਾ ਦੇ ਵਿੱਚ ਚੱਲਦੇ, ਤੇ ਉਹ ਜਿਹੜੇ ਐਸੇ ਹਨ ਸੇ ਭਗਤ ਪਏ ਦਰ ਥਾਏ, ਉਹ ਮਹਾਰਾਜ ਦੇ ਭਗਤ ਵਾਹਿਗੁਰੂ ਦੇ ਦਰ ਦਰਗਾਹ ਦੇ ਵਿੱਚ ਥਾਂ ਥਾਂ ਲੇਖੇ ਵਿੱਚ ਪੈ ਜਾਂਦੇ ਆ, ਪ੍ਰਵਾਨਗੀ ਵਿੱਚ ਪੈ ਜਾਂਦੇ ਵੀ ਹਾਂ ਤੂੰ ਭਾਈ ਭਗਤ ਹੈ। ਗੁਰ ਸ਼ਬਦ ਦੜਾਵੇ ਰੰਗ ਸਿਓ, ਤੇ ਗੁਰੂ ਸਾਹਿਬ ਜੀ ਦੇ ਜਿਹੜੇ ਸਿੱਖ ਨੂੰ ਹਿਰਦੇ ਵਿੱਚ ਰੰਗ ਸਿਓ ਪ੍ਰੇਮ ਦੇ ਸਹਿਤ ਸ਼ਬਦ ਉਪਦੇਸ਼ ਦੜਾਵੇ ਦ੍ਰਿੜ ਪੱਕਾ ਕਰਾਉਂਦੇ ਆ। ਬਿਨ ਕਿਰਪਾ ਲਿਆ ਨਾ ਜਾਏ, ਸਤਿਗੁਰੂ ਦੀ ਕਿਰਪਾ ਤੋਂ ਬਿਨਾ ਪਰਮੇਸ਼ਰ ਦਾ ਆਨੰਦ ਲਿਆ ਨਹੀਂ ਜਾ ਸਕਦਾ, ਖਾਲੀ ਰਹਿ ਜਾਂਦੇ ਹਨ। ਜੇ ਸੋ ਅੰਮ੍ਰਿਤ ਨੀਰੀਐ, ਹੁਣ ਇੱਕ ਪ੍ਰਮਾਣ ਦਿੰਦੇ ਆ, ਤੁਮਾ ਹੁੰਦਾ ਹੈ, ਖਰਬੂਜੇ ਵਰਗੀ ਸ਼ਕਲ ਹੁੰਦੀ ਹੈ ਨਾ, ਬਿਲਕੁਲ ਤੁਮਾ। ਇਹ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਵੀ ਜਿਹੜੀ ਨਾ ਦੇਖੀ ਹੋਵੇ ਤੁਹਾਡੇ ਚੋਂ ਕਿਸੇ ਨੇ ਵੀ। ਕੌੜ ਤੁੰਬਾ ਬਿਲਕੁਲ ਖਰਬੂਜੇ ਵਰਗੀਆਂ ਧਾਰੀਆਂ ਹੁੰਦੀਆਂ, ਤੇ ਫਰਕ ਕਿੰਨਾ ਹੈ? ਖਰਬੂਜਾ ਮਿੱਠਾ ਹੁੰਦਾ ਹੈ, ਜ਼ਹਿਰ ਵਰਗਾ ਕੌੜਾ ਹੁੰਦਾ ਹੈ। ਜਿਹੜਾ ਤੁਮਾ ਹੈ, ਜੇ ਸੋ ਅੰਮ੍ਰਿਤ ਨੀਰੀਏ, ਤੁਮੇ ਨੂੰ 100 ਸੈਂਕੜੇ ਵਾਰੀ ਮਿੱਠਾ ਘੋਲ ਕੇ ਸ਼ੱਕਰ, ਖੰਡ, ਮਿਸਰੀ ਜਾਂ ਕਮਾਦ ਦਾ ਰਸ, ਸ਼ਹਿਦ ਦਾ ਰਸ, ਇਸ ਤਰ੍ਹਾਂ ਦੇ ਰਸ ਉਹਦੇ 'ਚ ਨੀਰੀਏ ਪਾਉਣਾ ਕਰੀਏ। ਪੀ ਵਿਕ ਫਲ ਲਾਗੈ ਧਾਏ, ਉਹਦੀਆਂ ਜੜਾਂ 'ਚ ਪਾਈ ਜਾਓ, ਫਿਰ ਫਲ ਜਿਹੜਾ ਲੱਗੂਗਾ ਕੌੜਾ ਜ਼ਹਿਰ ਵਰਗਾ ਲੱਗੂਗਾ। ਨਿੰਮ ਨੂੰ ਖੰਡ ਨਾਲ ਸਿੰਜੀ ਜਾਓ, ਫਿਰ ਕਿਹੜਾ ਮਿੱਠੀ ਹੋ ਜੂਗੀ ਉਹ। ਇਹ ਪ੍ਰਮਾਣ ਦਿੱਤਾ ਹੈ। ਕਹਿੰਦੇ ਜਿਹੜੇ ਮਨਮੁਖ ਲੋਕ ਨੇ ਉਹ ਕੌੜ ਤੁੰਬੇ ਦੀ ਨਿਆਈ ਨੇ, ਉਹਨਾਂ ਨੂੰ ਭਾਵੇਂ ਮਿੱਠੀਆਂ ਗੱਲਾਂ ਨਾਮ ਦੀਆਂ ਸੁਣਾਈ ਚਲੋ, ਉਹਨਾਂ ਮਨਮੁਖਾਂ ਨੂੰ ਨਾਸਤਕ ਬਣੇ ਦਾ ਇਹੀ ਫਲ ਵਿਸ਼ਈ ਪੁਰਸ਼ ਨੇ। ਉਹ ਤੁੰਮੇ ਵਰਗੇ ਸੈਂਕੜੇ ਸ਼ਾਸਤਰਾਂ ਦਾ ਗਿਆਨ ਸੁਣਾ ਲਓ ਉਹਨਾਂ ਨੂੰ, 100 ਵਾਰ ਤੁਸੀਂ ਨਾਮ ਦੀਆਂ ਗੱਲਾਂ ਕਰ ਲਓ, ਮੁਕਤੀ ਦੀਆਂ ਗੱਲਾਂ ਕਰ ਲਓ, ਬਰਮਾਨੰਦ ਦੀਆਂ ਗੱਲਾਂ ਕਰ ਲਓ। ਇਹ ਅੰਮ੍ਰਿਤ ਰਸ ਨੀਰੀਏ ਸਿੰਚੀਏ, ਸਵਰਗ ਦਾ ਅੰਮ੍ਰਿਤ ਲਿਆ ਕੇ ਉਹ ਸਿੰਚਣਾ ਕਰੋ ਭਾਵੇਂ, ਪਰ ਵਿਸ਼ਿਆਂ ਦੇ ਵਿੱਚ ਜੁੜਿਆ ਹੋਣ ਕਰਕੇ ਵਿਸ਼ੇ ਫਲ ਹੀ ਲੱਗੂਗਾ। ਉਹ ਵਿਸ਼ੇ ਭੋਗਣ ਦੇ ਬਰੀ ਧਾਏ ਦੌੜਦੇ ਫਿਰਨਗੇ, ਉਧਰ ਨੂੰ ਜਾਣਗੇ ਨੱਠ ਕੇ। ਬੁਰੇ ਕਾਮ ਕੋ ਊਠ ਕਲੋਇਆ,
ਨਾਮ ਕੀ ਬੇਲਾ ਪੈ ਪੈ ਸੋਇਆ, ਇਹ ਅਵਸਥਾ ਰਹੇਗੀ। ਸੇ ਜਨ ਸੱਚੇ ਨਿਰਮਲੇ, ਇਹ ਉਹ ਜਨ ਨਿਰਮਲੇ ਸੁੱਧ ਪਵਿੱਤਰ ਹਨ ਜੀ, ਜਿਨ ਸਤਿਗੁਰ ਨਾਲ ਪਿਆਰ, ਜਿਨ੍ਹਾਂ ਦਾ ਸਤਿਗੁਰਾਂ ਨਾਲ ਪਿਆਰ ਹੈ, ਸਨੇਹ ਹੈ। ਪਿਆਰ ਦਾ ਤਾਂ ਸਨੇਹ, ਜਿਨ੍ਹਾਂ ਦਾ ਸਤਿਗੁਰ ਨਾਲ ਪ੍ਰੇਮ ਹੈ। ਬਲਿਹਾਰ ਜਾਈਏ, ਆਇਤ ਇੱਕੋ ਮਹਾਂਪੁਰਸ਼ ਹਰ ਸਾਲ ਆਪਣੇ ਜਥੇ ਨੂੰ ਵੀ ਬੁਲਾਉਂਦਾ ਹੁੰਦਾ। ਗੁਰੂ ਗ੍ਰੰਥ ਸਾਹਿਬ ਨਾਲ ਐਸਾ ਸਨੇਹ ਲੱਗਿਆ, ਸੰਤ ਬਾਬਾ ਮੀਹਾਂ ਸਿੰਘ ਜੀ ਮਹਾਂਪੁਰਖਾਂ ਦੀ ਸੰਗਤ ਹੋਈ ਸੀ, ਉਹਨਾਂ ਨੂੰ ਗ੍ਰਸਤੀ ਸੀ। ਜਦੋਂ ਬੈਰਾਗ ਲੱਗਿਆ, ਗੁਰੂ ਗ੍ਰੰਥ ਸਾਹਿਬ ਨਾਲ ਇੰਨਾ ਸਨੇਹ ਹੋ ਗਿਆ। ਉਹਨਾਂ ਸਮਿਆਂ 'ਚ ਪੱਖੇ ਨਹੀਂ ਸੀ ਹੁੰਦੇ, ਆ ਬਿਜਲੀ ਹੈ ਨਹੀਂ ਸੀ। ਜਿਹੜਾ ਹੁਣ ਮੌਸਮ ਚੱਲਦਾ, ਇਹ 'ਚ ਮੱਛਰ ਹੋ ਜਾਂਦਾ, ਗਾਹਾਂ ਹੋ ਜਾਣਾ ਕਾਫੀ ਜ਼ਿਆਦਾ। ਸਾਰੀ ਸਾਰੀ ਰਾਤ ਗੁਰੂ ਗ੍ਰੰਥ ਸਾਹਿਬ ਨੂੰ ਪੱਖਾ ਕਰੀ ਜਾਣਾ, ਚੌਰ ਕਰੀ ਜਾਣੀ। ਆਪਣੇ ਜਿਹੜੇ ਲੱਤਾਂ ਦੋਨੇ ਉਹ ਖਾ ਲੈਣੀਆਂ ਮੱਛਰ ਨੇ, ਪਰ ਪਰਵਾਹ ਨਾ ਕਰਨੀ। ਸਾਰੀ ਸਾਰੀ ਰਾਤ ਗੁਰੂ ਗ੍ਰੰਥ ਸਾਹਿਬ ਦੀ ਸੇਵਾ 'ਚ ਰਹਿਣਾ ਉਹਨਾਂ ਨੇ। ਸਾਧ ਸਿੰਘ ਜੀ, ਅੱਜ ਅੱਖਾਂ ਨਾਲ ਜਾ ਕੇ ਵੇਖਿਆ ਜਾ ਸਕਦਾ ਹੈ ਕਿ ਜਿਸ ਵੇਲੇ ਮਹੀਨੇ ਦਾ ਇੱਕ ਸਤਸੰਗ ਲਗਾਤਾਰ ਰੱਖਦੇ ਨੇ, ਮਾਘ ਦੇ ਮਹੀਨੇ, ਤਿਲ ਸੱਟਣ ਨੂੰ ਥਾਂ ਨਹੀਂ ਹੁੰਦਾ, ਤੇ ਸ਼ਾਂਤ ਰਸ ਦੇ ਵਿੱਚ ਹੈ। ਜਨ ਨਾਨਕ ਸਤਿਗੁਰੂ ਪੂਜਿਆ, ਤਿੰਨ ਹਰ ਪੂਜ ਕਰਾਵਾ। ਤੇ ਫਿਰ ਵੀ ਆਪਣੇ ਪੈਰਾਂ ਦੀ ਪੂਜਾ ਨਹੀਂ ਕਰਾਉਂਦੇ, ਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਾਉਂਦੇ ਆ। ਤੇ ਇਸ ਕਰਕੇ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਭਾਣਾ ਮੰਨਦੇ ਆ, ਸਤਿਗੁਰਾਂ ਨਾਲ ਪਿਆਰ ਹੈ, ਸਨੇਹ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਕਿਰਪਾ ਕਰ ਦਿੰਦੇ ਹਨ। ਸਤਿਗੁਰ ਕਾ ਭਾਣਾ ਕਮਾਵਦੇ, ਸਤਿਗੁਰਾਂ ਦਾ ਭਾਣਾ ਹੁਕਮ ਕਮਾਉਂਦੇ ਆ, ਜਿਹੜੇ ਸਤਿਗੁਰ ਦੀ ਰਜ਼ਾ ਮੰਨਦੇ ਆ। ਤੇ ਉਪਦੇਸ਼ ਦੇ ਵਿੱਚ, ਉਪਦੇਸ਼ ਜਿਹੜਾ ਸਤਿਗੁਰਾਂ ਨੇ ਦਿੱਤਾ ਹੈ, ਉਹਦੀ ਕਮਾਉਂਦੇ ਆ, ਕਮਾਵਦੇ, ਕਮਾਈ ਕਰਦੇ ਹਨ। ਬਿਕ ਹਉਮੈ ਤਜ ਵਿਕਾਰ, ਬਿਕ ਜ਼ਹਿਰ ਰੂਪ ਜਿਹੜੇ ਵਿਸ਼ੇ ਵਿਕਾਰ ਸੀ, ਹਉਮੈ ਹੰਗਤਾ ਸੀ, ਕਾਮ ਕ੍ਰੋਧ ਦੇ ਵਿਕਾਰ ਤਜ ਛੱਡ ਦਿੱਤੇ, ਫਿਰ ਉਹਨਾਂ ਨੇ ਤਿਆਗ ਦਿੱਤੇ। ਮਨ ਹਟ ਕਿਤੇ ਉਪਾਇ ਨਾ ਛੂਟੀਐ, ਜੇਕਰ ਮਨ ਦੇ ਹਠ ਨਾਮ ਜਿੱਦ ਦਾ ਹੁੰਦਾ, ਮਨ ਦੀ ਜਿੱਦ ਕਰਕੇ ਕਿਤੇ ਕਿਸੇ ਪ੍ਰਕਾਰ ਉਪਾਏ ਯਤਨ ਕਰੀਏ ਨਾ ਛੁੱਟੀ ਹੈ। ਗੁਰ ਉਪਦੇਸ਼ ਕਮਾਉਣ ਤੋਂ ਬਿਨਾਂ ਜੰਮਣ ਮਰਨ ਤੋਂ ਛੁਟਕਾਰਾ ਨਹੀਂ ਹੁੰਦਾ, ਮੁਕਤੀ ਨਹੀਂ ਪ੍ਰਾਪਤ ਹੁੰਦੀ ਕਿਸੇ ਯਤਨ ਦੇ ਨਾਲ। ਸਿਮਰਤ ਸਾਤਰ ਸੁਧ ਹੋ ਜਾਏ, ਭਾਵੇਂ 27 ਸਿਮਰਤੀਆਂ, 52 ਉਪਨਿਸ਼ਦਾਂ, 6 ਸ਼ਾਸਤਰ ਸੋਧੋ। ਸੋਧਣ ਦਾ ਮਤਲਬ ਵਿਚਾਰ ਲਓ, ਜਾ ਕੇ ਪੜ੍ਹ ਲਓ, ਉੱਥੇ ਵੀ ਇਹੀ ਲਿਖਿਆ ਮਿਲੇਗਾ। ਮਿਲ ਸੰਗਤ ਸਾਧੂ ਉੱਭਰੇ, ਜਿਹੜੇ ਭਾਈ ਮਹਾਤਮਾ ਤੇ ਗੁਰੂ ਸਾਹਿਬ ਜੀ ਦੀ ਸ਼ਬਦ ਸੰਗਤ ਦੇ ਵਿੱਚ ਮਿਲ ਸੰਗਤ ਸਾਧੂ ਉੱਭਰੇ, ਜਿਹੜੇ ਮਹਾਤਮਾ ਜਨ ਗੁਰ ਸਤਿਗੁਰਾਂ ਦਾ ਸ਼ਬਦ ਉਪਦੇਸ਼ ਕਮਾਉਂਦੇ ਨੇ, ਜੋ ਉਹਨਾਂ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਆ ਕੇ ਮਿਲਦੇ ਹਨ। ਗੁਰ ਕਾ ਸ਼ਬਦ ਕਮਾਏ, ਉਹ ਫਿਰ ਨਾਮ ਜਪਦੇ ਆ। ਜਮਾਂ ਤੋਂ ਉੱਭਰੇ ਉਹ ਬਚਣਗੇ, ਕਮਾਈ ਕਰਕੇ ਸ਼ਬਦ ਦੀ ਕਮਾਈ ਕੀਤੀ, ਨਾਮ ਜਪਿਆ ਤੇ ਜਪਾਇਆ, ਉਹ ਬਚ ਗਏ, ਉੱਭਰੇ। ਤੇ ਨਹੀਂ ਤਾਂ ਫਿਰ ਸਾਰੇ ਸੰਸਾਰ ਜਿਹੜਾ ਡੁੱਬਦਾ ਜਾਂਦਾ ਹੈ। ਹਰ ਕਾ ਨਾਮ ਨਿਧਾਨ ਹੈ, ਪਰਮੇਸ਼ਰ ਦਾ ਨਾਮ ਹੈ ਜਿਹੜਾ, ਇਹ 9 ਨਿਧਾਂ ਦਾ ਖਜ਼ਾਨਾ ਹੀ ਹੈ। 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਨਾਮ ਦਾ ਖਜ਼ਾਨਾ, ਜਿਹੜਾ ਨਾਮ ਨਿਧੀਆਂ ਦਾ ਖਜ਼ਾਨਾ ਹੈ, ਜਿਸ ਅੰਤ ਨਾ ਪਾਰਾਵਾਰ, ਜਿਸ ਨਾਮ ਰੂਪੀ ਖਜ਼ਾਨੇ ਦੇ ਪਾਰ ਔਰ ਆਰ, ਇਹਦਾ ਅੰਤ ਨਹੀਂ ਹੈ, ਕੋਈ ਬੇਅੰਤ ਗੁਣ ਹਨ ਇਹਦੇ। ਗੁਰਮੁਖ ਸਈ ਸੋਹਦੇ, ਉਹ ਗੁਰਮੁਖ ਸੋਹੰਦੇ ਨਾਮ ਹੈ ਸੋਭਨੀਕ ਹੋਣ ਦਾ। ਉਹ ਸੋਭਨੀਕ ਹਨ, ਕਿਹੜੇ ਦੱਸਦੇ ਨੇ ਅੱਗੇ। ਜਨ ਕਿਰਪਾ ਕਰੇ ਕਰਤਾਰ, ਤੇ ਜਿਨ੍ਹਾਂ ਦੇ ਉੱਤੇ ਕਰਤਾਰ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਉਹਨਾਂ ਨੂੰ ਨਾਮ ਦੇ ਵਿੱਚ ਜੋੜ ਲੈਣਾ ਕੀਤਾ ਹੈ, ਉਹ ਐਸੇ ਫਿਰ ਗੁਰਮੁਖ ਸੋਹਦੇ ਸੋਭਨੀਕ ਹੋ ਗਏ ਲੋਕ ਪਰਲੋਕ ਵਿੱਚ। ਨਾਨਕ ਦਾਤਾ ਏਕ ਹੈ, ਮਹਾਰਾਜ ਸਾਹਿਬ ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ ਹੋਈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਉਹ ਪਰਮਾਤਮਾ ਹੈ, ਇੱਕੋ ਹੀ ਦਾਤਾ ਹੈ, ਦੂਜਾ ਔਰ ਨਾ ਕੋਈ। ਦੂਜਾ ਨਾਮ ਹੈ ਦੂਸਰੇ ਦਾ, ਔਰ ਹੋਰ ਕੋਈ ਸੰਸਾਰ ਵਿੱਚ ਰੱਬ ਤੋਂ ਬਿਨਾਂ ਦਾਤਾ ਨਹੀਂ ਹੈ। ਉਹ ਪਰਮੇਸ਼ਰ ਵਾਹਿਗੁਰੂ ਵਿੱਚ ਕਿਵੇਂ ਪਾਈਦਾ ਹੈ, ਇਹ ਸਵਾਲ ਕੀਤਾ ਸਿੱਖਾਂ ਨੇ। ਗੁਰ ਪ੍ਰਸਾਦੀ ਪਾਈਐ, ਮਹਾਰਾਜ ਕਹਿੰਦੇ ਬਈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਪ੍ਰਸਾਦੀ ਗੁਰੂ ਦੀ ਕਿਰਪਾ, ਗੁਰੂ ਦੀ ਕਿਰਪਾ ਨਾਲ ਐਸਾ ਵਾਹਿਗੁਰੂ ਪਾਈਐ, ਪਾ ਲਈਦਾ। ਪਰ ਪੂਰਬਲੇ ਜਿਹੜੇ ਨਿਸ਼ਕਾਮ ਕਰਮ ਹਨ, ਕਰਮ ਪ੍ਰਾਪਤ ਹੋਏ। ਪੂਰਬਲੇ ਨਿਸ਼ਕਾਮ ਕਰਮ ਕਰਕੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਕਿਰਪਾ ਕਰਕੇ ਪਰਾ ਪਤ, ਪਰਾ ਨਾਮ ਉਤਕ੍ਰਿਸ਼ਟ, ਉੱਤਮ ਪਤ ਦੀ, ਪਤ ਨਾਮ ਇੱਜ਼ਤ ਦਾ ਪਾਈ ਹੈ। ਤੇ ਉਹਨਾਂ ਨੂੰ ਪਰਾ ਪਤ, ਉਹ
ਉਤਕ੍ਰਿਸ਼ਟਾ ਐਸੀ ਪਤ ਇੱਜ਼ਤ ਮਿਲ ਜਾਂਦੀ ਹੈ, ਪਤੀ ਪਰਮਾਤਮਾ ਮਿਲ ਜਾਂਦਾ ਹੈ। ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਪਾਵਨ ਬਚਨ ਹੈ ਜੀ। ਪੰਖੀ ਵਿਰਕ ਸੁਹਾਵੜਾ। ਇਹਦੇ ਵਿੱਚ ਹੁਣ ਦ੍ਰਿਸ਼ਟਾਂਤ ਦਿੱਤਾ ਹੈ, ਬਾਹਰ ਦੇ ਦ੍ਰਿਸ਼ਟਾਂਤ ਨਾਲ ਬੜੀ ਬ੍ਰਹਮ ਗਿਆਨ ਦੀ ਗੱਲ ਸਮਝਾਈ ਹੈ। ਪੰਖੀ ਵਿਰਕ ਸੁਹਾਵੜਾ, ਜਿਹੜਾ ਜੀਵ ਹੈ, ਜੀਵਾਤਮਾ, ਇਹਨੂੰ ਪੰਛੀ ਦੀ ਤਰ੍ਹਾਂ ਸਮਝ ਲਓ। ਆਖੇ ਜੀ ਪੰਛੀ ਦੇ ਖੰਭ ਹੁੰਦੇ ਆ, ਕਹਿੰਦੇ ਇਹਦੇ ਵਿਦਨ ਖੇਦ ਰੂਪੀ ਖੰਭ ਇਹਨੇ ਧਾਰਨ ਕੀਤੇ ਹੈ। ਸੰਸਾਰ ਰੂਪੀ ਵਿਰਸ਼ ਦੇ ਉੱਤੇ ਸੁਹਾਵੜਾ ਸੋਭਨੀਕ ਹੋ ਰਹੇ ਹੈ। ਬਿਰਖਾ ਹੇਠ ਸਭ ਜਨਤੇ ਇਕੱਠੇ, ਇੱਕ ਤੱਤੇ ਇੱਕ ਬੋਲੇ ਮਿੱਠੇ। ਬੈਰਾਗ ਵਿਵੇਕ ਰੂਪੀ ਖੰਭਾਂ ਨੂੰ ਧਾਰਨ ਕਰਕੇ ਸਤਸੰਗ ਰੂਪੀ ਵਿਰਸ਼ ਦੇ ਉੱਤੇ ਸੋਭਨੀਕ ਹੋ ਰਹੇ ਨੇ ਗੁਰਮੁਖ ਪੰਛੀ ਦੀ ਨਿਆਈ। ਤੇ ਗੁਰੂ ਸਾਹਿਬ ਬਿਰਖ ਕਲਪਤਰ ਬਿਰਸ਼ ਜਿਹੜਾ ਸਵਰਗ ਦਾ ਮੰਨਿਆ, ਸੁਹਾਵੜਾ ਸੋਭਨੀਕ ਬਿਰਸ਼ ਦੀ ਨਿਆਈ, ਜਿਨ੍ਹਾਂ ਨੂੰ ਅਮਰ ਫਲ ਲੱਗਦੇ ਆ। ਇਹ ਉਹ ਅਮਰ ਫਲ ਜਿਹੜੇ ਨੇ ਗੁਰੂ ਕਿਸੇ ਗੁਰਮੁਖ ਜਨ ਗੁਰੂ ਪਾਸੋਂ ਜਿਹੜੇ ਸਤਸੰਗੀ ਨੇ, ਉਹ ਸੱਚੇ ਨਾਮ ਦਾ ਫਿਰ ਚੋਗਾ ਚੁਗਣ ਦੀ ਗੱਲ ਦੱਸਦੇ ਨੇ ਅੱਗੇ। ਸਤ ਚੁਗੈ ਗੁਰ ਭਾਏ। ਉਹ ਸੱਚੇ ਨਾਮ ਦਾ ਚੋਗਾ ਚੁਗਦੇ ਆ, ਜਿਵੇਂ ਬਿਰਸ਼ ਤੇ ਆ ਕੇ ਬਿਰਸ਼ ਦੇ ਫਲ ਖਾਂਦੇ ਆ। ਸਤਿਗੁਰੂ ਮਹਾਰਾਜ ਸਾਹਿਬ ਜੀ ਸੁਹਾਵੜਾ ਬਿਰਖ ਹੈ, ਇੱਛਾ ਪੂਰੀਆਂ ਹੁੰਦੀਆਂ ਨੇ ਤੇ ਨਾਮ ਗਿਆਨ ਰੂਪੀ ਫਲ ਜਿਹੜੇ ਉਹ ਛਕਦੇ ਆ, ਸ਼ਾਂਤੀ ਦੀ ਸ਼ਾਨ ਦਾ ਆਨੰਦ ਮਾਣਦੇ ਆ। ਸੱਚ ਚੁਗੈ ਗੁਰ ਭਾਏ, ਉਹਨਾਂ ਦੇ ਹਿਰਦੇ ਪਰਮੇਸ਼ਰ ਦਾ ਪ੍ਰੇਮ ਪੈਦਾ ਹੋ ਜਾਂਦਾ ਹੈ, ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਭਾਏ ਪ੍ਰਕਾਸ਼ ਹੋ ਜਾਂਦਾ ਹੈ। ਇਸ ਪ੍ਰਕਾਰ ਫਿਰ ਉਹ ਸੇਵੀ ਤਬਿਓ ਬਿਰਖਸ਼ਾ ਫਲ ਛਾਇਆ ਸਮਾਨ ਬੇਤਾ ਜਈ ਦਇਆ ਤੁਮ ਫਲ ਨਾਸਤੀ ਛਾਇਆ ਕੇ ਨਵਾਰੀਅਤੇ। ਬਿਰਸ਼ ਦੀ ਸੇਵਾ ਕਰਿਆ ਫਲ ਵੀ ਮਿਲਦਾ ਹੈ, ਸੇਵਾ ਕਰਿਆ ਸ਼ਾਮ ਵੀ ਮਿਲਦੀ ਹੈ। ਕਹਿੰਦੇ ਜੇ ਫਲ ਤੱਕ ਪਹੁੰਚਣਾ ਹੋ ਸਕੀ, ਛਾਇਆ ਤਾਂ ਤੈਨੂੰ ਮੁਕਤੋਂ ਮੁਕਤੀ ਮਿਲ ਜਾਣੀ, ਹੇਠਾਂ ਖੜੇ ਨੂੰ ਮਿਲ ਜਾਣੀ, ਉਹਦੇ ਲਈ ਤਾਂ ਖੇਚਲ ਵੀ ਨਹੀਂ ਕਰਨੀ ਪੈਣੀ ਕੋਈ। ਸਤਸੰਗ ਕਰਨ ਵਾਲੇ ਨੂੰ ਸ਼ਾਂਤੀ ਰੂਪ ਛਾਂ ਮਿਲਦੀ ਹੈ। ਹਰ ਰਸ ਪੀਵੈ ਸਹਿਜ ਰਹੈ। ਐਸੇ ਜੀਵ ਰੂਪ ਪੰਛੀ ਹਰੀ ਪਰਮੇਸ਼ਰ ਵਾਹਿਗੁਰੂ ਦੇ ਰਸ, ਆਤਮਿਕ ਰਸ ਨੂੰ ਪੀਵੈ ਪੀਣਾ ਕਰਦੇ ਨੇ ਅਤੇ ਸਹਿਜ ਸ਼ਾਂਤੀ ਵਿੱਚ ਰਹਿੰਦੇ ਆ। ਫਿਰ ਉਹ ਜੀਵ ਰੂਪ ਪੰਛੀ ਬਾਸ਼ਨਾ ਕਰਕੇ ਉਡੈ ਨ ਆਵੇ ਜਾਏ। ਉਹ ਫਿਰ ਬਾਸ਼ਨਾ ਹੀ ਉਡਾਉਂਦੀ ਹੈ, ਨਾ ਉੱਡਦੇ ਨੇ ਬਾਸ਼ਨਾ ਕਰਕੇ। ਸੰਕਲਪਾਂ ਵਿਕਲਪਾਂ ਰੂਪ ਖੰਭਾਂ ਨਾਲ ਉਡਾਰੀ ਨਹੀਂ ਮਾਰਦੇ ਫਿਰ, ਤੇ ਨਾ ਜੰਮਣ ਮਰਨ ਦੇ ਵਿੱਚ ਆਉਣ ਜਾਣ ਤੋਂ ਭਾਵ ਜਨਮ ਧਾਰ ਕੇ ਨਾ ਆਵੇ ਨਾ ਮਰ ਕੇ ਜਾਏ। ਉਹਨਾਂ ਨੂੰ ਨਾ ਆਉਣਾ ਤੇ ਨਾ ਜਾਣਾ, ਆਵਣ ਜਾਣ ਰਹੇ ਹੋ। ਇਸ ਨਾਲ ਲੋਕ ਪ੍ਰਲੋਕ ਆਉਂਦੇ ਜਾਂਦੇ ਨੇ, ਮੁਕਤ ਹੋ ਜਾਂਦੇ ਨੇ। ਨਿਜ ਘਰ ਵਾਸਾ ਪਾਇਆ। ਨਿਜ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਵਾਸਾ ਟਿਕਾਣਾ ਪਾ ਲਿਆ, ਪਾ ਲੈਂਦੇ ਨੇ। ਇਸ ਕਰਕੇ ਐਸੇ ਜਿਹੜੇ ਗੁਰਮੁਖ ਜਨ ਹਨ, ਹਰ ਹਰ ਨਾਮ ਸਮਾਏ। ਹਰ ਹਰੀ ਪਰਮੇਸ਼ਰ ਦੇ, ਹਰ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਜੋ ਹੈ, ਉਸ ਅਕਾਲ ਪੁਰਖ ਦੇ ਨਾਮ ਵਿੱਚ ਸਮਾਏ ਮਿਲ ਜਾਂਦੇ ਨੇ। ਫਿਰ ਉਹ ਆਪਣੇ ਮਨ ਨੂੰ ਇਸ ਤਰ੍ਹਾਂ ਕਹਿੰਦੇ ਹਨ, ਮੰਦਰੇ ਗੁਰ ਕੀ ਕਾਰ ਕਮਾਏ। ਰੇ ਹੇ ਮੇਰੇ ਮਨਾ, ਤੂੰ ਗੁਰ ਸਤਿਗੁਰੂ ਦੀ ਦੱਸੀ ਹੋਈ ਸਿੱਖਿਆ, ਉਹ ਸਿੱਖਿਆ ਦੇ ਅਨੁਸਾਰ ਗੁਰੂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਤੇ ਭਗਤੀ ਟਹਿਲ ਰੂਪ ਜਿਹੜੀ ਹੈ, ਭਗਤੀ ਰੂਪ ਟਹਿਲ ਇਹ ਕਰਨਾ ਕਰ। ਕਾਰ ਕਮਾਏ, ਇਹ ਕਮਾਉਣਾ ਕਰ। ਗੁਰ ਕੀ ਕਾਰ ਇਹੀ ਆ ਗੁਰੂ ਦੀ ਟਹਿਲ, ਜਿਹੜਾ ਨਾਮ ਦਾ ਜਪਣਾ ਜਪਾਉਣਾ ਹੈ। ਗੁਰ ਕੈ ਭਾਣ ਜੀ ਚੱਲਹਿ। ਤੇ ਹੱਥੀਂ ਸੇਵਾ ਕਰਨੀ ਉਹ ਵੀ ਟਹਿਲ ਹੈ, ਪਰ ਇਹ ਅੰਤਰੀਵ ਟਹਿਲ ਜਾਣਨੀ। ਜਿਹੜਾ ਗੁਰੂ ਦੇ ਸਤਿਗੁਰਾਂ ਦੇ ਭਾਣੇ ਤੋਂ ਭਾਵ ਰਜਾ ਹੁਕਮ ਦੇ ਵਿੱਚ ਚੱਲਿਆ ਚੱਲਦਾ ਹੈ, ਉਹ ਜਿਹੜਾ ਹੁਕਮ ਦੇ ਵਿੱਚ ਚੱਲਣ ਵਾਲਾ ਹੈ, ਗੁਰ ਕੇ ਭਾਣੇ ਜੇ ਚੱਲੇ ਤਾਂ ਅਨਦਿਨ ਰਚ ਹੈ ਹਰਨਾਏ। ਤਾਂ ਤੂੰ ਅਨ ਦਿਨ ਰਾਤ ਹਰੀ ਪਰਮੇਸ਼ਰ ਦੇ ਨਾਏ ਨਾਮ ਵਿੱਚ ਰਾਚੇ ਰਚ ਜਾਵੇਂਗਾ, ਅਕਾਲ ਪੁਰਖ ਦੇ ਨਾਮ 'ਚ ਲਿਵਲੀਨ ਹੋ ਜਾਏਗਾ। ਕਿਵੇਂ? ਕਹਿੰਦੇ ਜਿਸ ਤਰ੍ਹਾਂ ਘਿਓ ਤੇ ਖੰਡ ਨੂੰ ਮਿਲਾ ਦਈਏ, ਆਪਸ ਵਿੱਚ ਹੀ ਮਿਲ ਜਾਂਦੇ ਆ ਨਾ, ਇੱਕ ਪਦਾਰਥ ਵਧੀਆ ਬਣ ਜਾਂਦਾ ਹੈ। ਇਸੇ ਢੰਗ ਤਰੀਕੇ ਦੇ ਨਾਲ ਵਾਹਿਗੁਰੂ ਦੇ ਨਾਮ ਦੇ 'ਚ ਅਭੇਦ ਹੋ ਜਾਂਦੇ। ਪਰਮੇਸ਼ਰ ਦਾ ਨਾਮ ਤਾਂ ਹੈਗਾ ਘੀ ਅਤੇ ਪ੍ਰੇਮ ਦੇ ਰੂਪੀ ਖੰਡ ਹੈ, ਇਉਂ ਆਪਸ ਵਿੱਚ ਹੀ ਮਿਲ ਕੇ ਨਾ ਇੱਕ ਮਿਕ ਹੋ ਜਾਂਦੇ। ਉਹ ਬੜਾ ਸਵਾਦਲ ਜਿਵੇਂ ਭੋਜਨ ਬਣ ਜਾਂਦਾ ਹੈ। ਇਸੇ ਤਰ੍ਹਾਂ ਪ੍ਰੇਮ ਤੇ ਨਾਮ ਦੋਨਾਂ ਨੂੰ ਇਕੱਠੇ ਕਰਨੇ। ਪ੍ਰੇਮ ਦੇ ਸਹਿਤ ਨਾਮ ਜਪੇ ਤਾਂ ਘੀ ਸ਼ੱਕਰ ਵਾਂਗੂ
ਉਹ ਰਸਦਾਇਕ ਪਦਾਰਥ ਬਣ ਜਾਂਦਾ ਹੈ, ਆਤਮਕ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਆ ਜੀ। ਪੰਖੀ ਵਿਰਖ ਸੁਹਾਵੜੇ, ਜੀਵ ਰੂਪ ਪੰਛੀ ਸੰਸਾਰ ਰੂਪੀ ਵਿਰਖ ਇਹਦੇ 'ਚ ਬਾਸਾ ਪਾ ਕੇ ਤੇ ਸੰਸਾਰ ਰੂਪੀ ਵਿਰਸ਼ ਵਿੱਚ ਜੀਵ ਰੂਪ ਪੰਛੀ ਸੁਹਾਵੜੇ ਸੋਭਨੀਕ ਹੋ ਰਹੇ ਹਨ। ਉਡਹਿ ਚਹੁ ਦਿਸ ਜਾਹੇ, ਬਾਸ਼ਨਾ ਰੂਪ ਖੰਭਾਂ ਨਾਲ ਉੱਡੇ ਉੱਡਦੇ ਐ, ਬਾਸ਼ਨਾ ਹੀ ਉਡਾਈ ਫਿਰਦੀ ਹੈ। ਇਹ ਚਾਰੇ ਪਾਸੇ ਦਿਸ਼ਾਵਾਂ ਦੇ ਵਿੱਚ ਪਦਾਰਥਾਂ ਨੂੰ ਭਾਲਦੇ ਹੋਏ ਕਦੇ ਸਵਰਗ ਵਿੱਚ ਕਦੇ ਮਾਤਲੋਕ ਵਿੱਚ ਪੰਖੀ ਬਿਰਖ ਸੁਹਾਵੜੇ ਉੱਡੇ। ਦੁਬਾਰੇ ਬੋਲੇ ਉੱਡੇ। ਉਡਹਿ ਚਹੁ ਦਿਸ ਜਾਹੇ, ਇਹ ਚਾਰੇ ਦਿਸ਼ਾ ਪੂਰਬ ਪੱਛਮ ਉੱਤਰ ਦੱਖਣ ਇਹ ਚਾਰੇ ਦਿਸ਼ਾ ਦੇ ਵਿੱਚ ਕਹਿੰਦੇ ਲੱਭਦੇ ਫਿਰਦੇ ਐ, ਸੁਖ ਲੱਭਦੇ ਫਿਰਦੇ ਐ, ਉੱਡਦੇ ਫਿਰਦੇ ਐ। ਮਾਤਲੋਕ ਦੇ ਪਦਾਰਥ ਮਿਲ ਜਾਣ, ਸਵਰਗ ਦੇ ਮਿਲ ਜਾਣ, ਪੂਰਬ ਪੱਛਮ ਉੱਤਰ ਦੱਖਣ ਚਾਰੇ ਖਾਣੀਆਂ ਅੰਡਜ ਜੇਰ ਸਿਹਤ ਅਜ ਉਤਪਜ ਇਹਨਾਂ ਵਿੱਚ ਦੌੜਦੇ ਫਿਰਦੇ ਆ, ਪਰ ਸੁੱਖ ਕਿਤੇ ਨਹੀਂ ਮਿਲਦਾ ਨਾਮ ਤੋਂ ਬਿਨਾ। ਜੀਤਾ ਉਡਹਿ ਦੁੱਖ ਘਨੇ, ਜਿੰਨਾ ਬਾਸ਼ਨਾ ਵਿੱਚ ਉਡਾਰੀਆਂ ਮਾਰਦੇ ਨੇ ਉਨਾ ਹੀ ਘਣਾ ਬਹੁਤਾ ਹੀ ਦੁੱਖ ਜੰਮਣ ਮਰਨ ਦਾ ਪ੍ਰਾਪਤ ਹੋ ਰਿਹਾ ਹੈ ਨਿਤ ਹਮੇਸ਼ਾ ਹੀ ਇਹਨਾਂ ਨੂੰ। ਨਿਤ ਦਾਜਹਿ ਤੈ ਬਿਲ ਲਾਹੇ, ਉਹ ਨਿਤ ਹਮੇਸ਼ਾ ਤ੍ਰਿਸ਼ਨਾ 'ਚ ਅੱਗ ਦੇ 'ਚ ਦਾਜਾ ਸੜਦੇ ਐ। ਤੈ ਅਤੇ ਨਰਕ ਦੇ ਵਿੱਚ ਜਾਂ ਮਾਤਾ ਦੇ ਗਰਭ ਵਿੱਚ ਜਾਂ ਕ੍ਰੋਧ ਦੇ ਵਿੱਚ ਦਾਜਾ ਸੜਦੇ ਰਹਿੰਦੇ ਨੇ। ਤੇ ਫਿਰ ਸੜਦਾ ਹੋਇਆ ਬੰਦਾ ਬਿਰਲਾਪ ਹੀ ਕਰਦਾ। ਉਹ ਕਿਤੇ ਗਾਹਾਂ ਕਿਸੇ ਦੇ ਉਸ ਵੇਲੇ ਹੈ ਦੀ ਆਵਾਜ਼ ਹੀ ਦੇਊਗਾ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ। ਉਹ ਸੜਦੇ ਹੋਏ ਹਾਏ ਹਾਏ ਕਰਦੇ ਨੇ, ਬਿਰਲਾਪ ਕਰਦੇ ਨੇ, ਚੀਕਾਂ ਮਾਰਦੇ ਨੇ। ਬਿਨ ਗੁਰ ਮਹਲ ਨਾ ਜਾਪਈ, ਬਿਨਾਂ ਸਤਿਗੁਰੂ ਤੋਂ ਮਹਲ ਸਰੂਪ ਦੀ, ਸੱਚਖੰਡ ਰੂਪੀ ਮਹਿਲ ਦੀ, ਤੁਰਿਆ ਪਦ ਰੂਪੀ ਮਹਿਲ ਦੀ ਇਹ ਨਾ ਜਾਪੀ, ਜਾਣਿਆ ਨਹੀਂ ਜਾ ਸਕਦਾ। ਇਹ ਮਹਲ ਨਹੀਂ ਉਹਨਾਂ ਨੂੰ ਪ੍ਰਾਪਤ ਹੋ ਸਕਦਾ ਹੈ। ਨਾ ਅੰਮ੍ਰਿਤ ਫਲ ਪਾਹੇ, ਇਹ ਨਾ ਹੀ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲਾ ਅਮਰ ਫਲ ਜਿਹੜਾ ਬ੍ਰਹਮਾਨੰਦ ਹੈ, ਨਾਮ ਰੂਪੀ ਅੰਮ੍ਰਿਤ ਫਲ ਹੈ, ਉਹ ਨਹੀਂ ਪਾਇਆ ਜਾ ਸਕਦਾ ਹੈ। ਗੁਰਮੁਖ ਬਰਮ ਹਰਿਆਵਲਾ, ਗੁਰੂ ਸਾਹਿਬ ਜੀ ਗੁਰਮੁਖਾਂ ਦੇ ਤਾਂ ਹੀ ਨਾ ਬਰਮ ਰੂਪ ਹਰਿਆਵਲੇ ਵਿਰਸ਼ ਮਿਲੇ ਗੁਰਮੁਖਾਂ ਦੇ ਤਾਂ ਗੁਰਸਿੱਖਾਂ ਨੂੰ। ਨਿਤਰ ਪ੍ਰਤੀ ਸਿੱਖਾਂ ਨੂੰ ਭਾਉ ਭਗਤੀ ਦਾ ਉਪਦੇਸ਼ ਦੇਣ ਵਾਲੇ ਇਹ ਸ਼ੁਭ ਗੁਣਾਂ ਦੀ ਹਰਿਆਵਲ ਬਖਸ਼ਿਸ਼ ਕਰਕੇ ਹਰੇ ਭਰੇ ਕਰਦੇ ਆ। ਗੁਰਸਿੱਖਾਂ ਨੂੰ ਵੀ ਹਰੇ ਭਰੇ ਕਰ ਦਿੰਦੇ ਆ। ਤੇ ਗੁਰੂ ਸਾਹਿਬ ਜੀ ਐਸੇ ਹਨ, ਦੱਸ ਦਿਨ ਅੱਗੇ ਸੱਚਾ ਸਹਿਜ ਸੁਭਾਏ, ਸੱਚੇ ਅਕਾਲ ਪੁਰਖ ਦਾ ਸਰੂਪ ਹਨ ਜੋ ਸਹਿਜ ਸੁਭਾਅ ਹੀ ਸੁਤੇ ਸਿੱਧ ਹੀ ਸੋ ਪਾਏ ਸੋ ਸ੍ਰੇਸ਼ਟ ਪਾਏ ਪ੍ਰੇਮ ਦੇਣ ਵਾਲੇ। ਸਹਿਜ ਸੁਭਾਵ ਕੀ ਗਿਆਨ ਦਾ ਸੁਭਾਏ ਪ੍ਰਕਾਸ਼ ਦੇਣ ਵਾਲੇ ਨੇ। ਗੁਰੂ ਸਾਹਿਬ ਜੀ ਬ੍ਰਹਮ ਰੂਪ ਹਰਿਆਵਲੇ ਬਿਰਸ਼ਨ, ਬ੍ਰਹਮ ਵਿੱਚ ਹੀ ਚੇਤਨਪੁਣਾ ਜਿਹੜਾ ਰੂਪ ਇਹ ਹਰਿਆਵਲਾ ਹੈ। ਗੁਰਮੁਖ ਜਨਾਂ ਨੇ ਜਾਣਿਆ, ਸੱਚੇ ਨਾਮ ਨੂੰ ਜਪਦੇ ਨੇ, ਸਹਿਜੇ ਉਹਦੇ ਚ ਭਾਏ ਪ੍ਰਕਾਸ਼ ਨੂੰ ਪਾ ਲੈਂਦੇ ਨੇ। ਸਾਖਾ ਤੀਨ ਨਿਵਾਰੀਆ, ਤੇ ਉਹਨਾਂ ਨੇ ਤੀਨ ਨਾਮ ਹੈ ਤਿੰਨ ਦਾ। ਸ਼ਾਖਾ ਸ਼ਾਖਾਵਾਂ ਕਿਹੜੀਆਂ? ਰਾਜਸੀ, ਤਾਮਸੀ, ਸਾਂਤਕੀ। ਇਹ ਸੁਭਾਅ ਨਿਵਾਰੀਆਂ, ਇਹਨੇ ਛੱਡ ਦੇਣਾ ਕੀਤਾ ਹੈ। ਤਮੋਗੁਣ ਕਰਕੇ ਕਰਮਕਾਂਡ ਕਰੀਦਾ, ਰਜੋਗੁਣ ਕਰਕੇ ਉਪਾਸਨਾ, ਸਤੋਗੁਣ ਕਰਕੇ ਗਿਆਨ ਦੇ ਵਚਨ। ਉਹਨਾਂ ਨੇ ਇਹ ਨਿਵਾਰੀਆਂ ਤਿਆਗ ਕੇ ਇੱਕ ਰੂਪ ਹੋ ਗਏ ਹਨ। ਇੱਕ ਸ਼ਬਦ ਲਿਵ ਲਾਏ, ਇੱਕ ਸ਼ਬਦ ਲਿਵ ਬਿਰਤੀ ਨੂੰ ਲਾ ਲਿਆ ਹੈ। ਐਸੀਆਂ ਤਿੰਨ ਸ਼ਾਖਾਂ ਛੱਡ ਕੇ ਇੱਕ ਇੱਕ ਗੁਰੂ ਦੇ ਸ਼ਬਦ ਉਪਦੇਸ਼ ਵਿੱਚ ਚਿੱਤ ਬਿਰਤੀ ਨੂੰ ਲਾ ਲਿਆ, ਨਾਮ ਵਿੱਚ ਬਿਰਤੀ ਨੂੰ ਲਾਇਆ। ਜਾਗਰਤ, ਸੁਪਨ, ਸੁਖੋਪਤੀ ਇਹ ਤਿੰਨੇ ਸ਼ਾਖਾਂ ਮੇਟ ਦਿੱਤੀਆਂ ਹਨ। ਜਾਂ ਫਿਰ ਬਾਲ ਜਵਾਨੀ ਅਤੇ ਬਿਰਧਪਣਾ ਇਹ ਤਿੰਨ ਸ਼ਾਖਾ ਸੀ, ਇਹਨਾਂ ਦੀ ਹੰਗਤਾ ਛੱਡ ਦਿੱਤੀ। ਉੱਤਮ, ਮੱਧਮ, ਕਨਿਸ਼ਟਪਣਾ ਅਤੇ ਦੇਵਤਾ, ਦੈਤ, ਮਨੁੱਖਪਣਾ ਇਹ ਤਿੰਨ ਸ਼ਾਖਾ ਜਾਣਨੀਆਂ। ਜਾਂ ਫਿਰ ਸੁਤਵਿਤ, ਲੋਕ ਈਖਣਾ ਤੀਨੀ, ਪੁੱਤਰ ਵਾਸਨਾ ਪੁੱਤ ਪ੍ਰਾਪਤ ਹੋਵੇ, ਧਨ ਵਾਸਨਾ ਧਨ ਮਿਲੇ, ਲੋਕ ਮੇਰੀ ਵਡਿਆਈ ਕਰਨ। ਇਹ ਤਿੰਨੇ ਸ਼ਾਖਾ ਮੇਟ ਦਿੱਤੀਆਂ ਉਹਨਾਂ ਨੇ। ਅੱਠੇ ਪਹਿਰ ਇੱਕ ਸ਼ਬਦ ਦੇ ਵਿੱਚ ਲਿਵ ਬਿਰਤੀ ਲਾਈ ਹੈ। ਅੰਮ੍ਰਿਤ ਫਲ ਹਰ ਏਕ ਹੈ, ਅੰਮ੍ਰਿਤ ਅਮਰ ਕਰਨ ਵਾਲਾ ਇੱਕ ਕੇਵਲ ਹਰ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਹੈ। ਗੁਰਸਿੱਖੋ ਆਪੇ ਦੇ ਖਵਾਏ, ਜਿਨ੍ਹਾਂ ਨੂੰ ਸਤਿਗੁਰੂ ਆਪ ਖਵਾ ਦੇਣ, ਨਾਮ ਜਪਾ ਕੇ ਉਹਨਾਂ ਨੂੰ ਤਤਵੇਤੀ ਮਹਾਪੁਰਸ਼ਾ ਦਾ ਸਰੂਪ ਹੀ ਬਣਾ ਦੇਣ, ਤੇ ਮਹਾਪੁਰਸ਼ ਉਸ ਰਸ ਨੂੰ ਖਾਂਦੇ ਹੈ ਜਿਹੜਾ ਅੰਮ੍ਰਿਤ ਫਲ ਨਾਮ ਹੈ। ਮਨਮੁਖ ਉਬੇ ਸੁੱਕ ਗਏ, ਮਨਮੁਖ ਤਾਂ ਨਿਕੰਮੇ ਐਸੇ ਨ। ਉਹ ਨਿਕੰਮਾਪਣ ਕੀ ਹੈ? ਹਿਰਦੇ ਉਬੇ ਖੜੇ ਉਹ ਸੁੱਕੇ ਵਿਰਸ਼ ਦੀ ਤਰ੍ਹਾਂ ਹੋ ਗਏ। ਸੋਕੜ ਵਿਰਸ਼ ਹੁੰਦਾ ਨਾ, ਉਹਦੀਆਂ ਜੜਾਂ ਤੱਕ ਸੁੱਕ ਜਾਂਦਾ ਉਹ।
ਤੇ ਉਹਦਾ ਜਿਹੜਾ ਫਿਰ ਬਿਰਸ਼ ਸੁੱਕਿਆ ਹੋਇਆ ਹੈ ਉਹਨੂੰ ਫਲ ਤਾਂ ਕੀ ਲੱਗਣਾ, ਪੱਤੇ ਵੀ ਖਤਮ ਹੋ ਜਾਂਦੇ ਨੇ। ਨਾ ਫਲ ਤਿੰਨਾ ਛਾਉ, ਤੇ ਉਹਨਾਂ ਨੂੰ ਨਾ ਪੱਤੇ ਰਹੇ, ਜੇ ਪੱਤੇ ਹੋਣਗੇ ਤਾਂ ਹੀ ਛਾਂ ਹੋਊਗੀ। ਨਾ ਉਹਨਾਂ ਨੂੰ ਕੋਈ ਫਲ ਲੱਗਦਾ ਹੈ, ਨਾ ਉਹਨਾਂ ਦੇ ਬਿਰਸ਼ਾਂ ਦੇ ਪੱਤੇ, ਨਾ ਉਹਨਾਂ ਦੀ ਛਾਂ। ਐਉਂ ਮਨਮੁਖ ਜਿਹੜੇ ਨੇ ਉਹਨਾਂ ਦੇ ਸ਼ਰਧਾ ਰੂਪੀ ਜੜ ਸੁੱਕ ਗਈ ਹੈ, ਸ਼ਰਧਾ ਨਹੀਂ ਰਹੀ, ਉਹਦੇ ਨਾਲ ਹਰਿਆਵਲ ਸੀ, ਸ਼ਰਧਾ ਜੜ ਹੈ। ਸੁਭਾ ਗੁਣਾ ਰੂਪੀ ਜਿਹੜੀਆਂ ਟਾਹਣੀਆਂ ਨੇ ਇਹ ਵੀ ਉਹਨਾਂ ਨੂੰ ਨਹੀਂ ਰਹੀਆਂ ਹਾਂ। ਨਾ ਫਲ ਫਿਰ ਬੋਲਿਓ, ਨਾ ਫਲ ਤਿੰਨਾ ਛਾਉ, ਤੇ ਉਹਨਾਂ ਨੂੰ ਫਿਰ ਬ੍ਰਹਮ ਗਿਆਨ ਰੂਪੀ ਦਾ ਫਲ ਨਹੀਂ ਲੱਗਦਾ, ਸ਼ਾਂਤੀ ਰੂਪੀ ਛਾਂ ਨਹੀਂ ਹੈ ਉਹਨਾਂ ਦੇ ਕੋਲ, ਤੇ ਸ਼ੁਭ ਗੁਣਾ ਦੇ ਪੱਤੇ ਨਹੀਂ ਹੈ, ਇਸ ਕਰਕੇ ਸ਼ਾਂਤੀ ਨਹੀਂ ਹੈ। ਤਿੰਨਾ ਪਾਸ ਨਾ ਬੈਸੀਐ, ਉਹਨਾਂ ਖੜ ਸੁੱਕ ਬਿਰਸ਼ਾਂ ਦੇ ਪਾਸ ਕੋਈ ਛਾਂ ਲੈਣ ਵਾਸਤੇ ਥੋੜੀ ਬੈਠਦਾ, ਜਿਹੜਾ ਬਿਰਸ਼ ਸੁੱਕਿਆ ਹੋਵੇ ਕੌਣ ਬੈਠਦਾ ਉੱਥੇ। ਇਸ ਕਰਕੇ ਤਿੰਨਾਂ ਪਾਸ ਨਾ ਬੈਸੀ ਹੈ, ਕੋਈ ਸੁਖ ਲੈਣ ਵਾਸਤੇ ਉਹਨਾਂ ਦੇ ਕੋਲ ਨਹੀਂ ਬੈਠਦਾ ਹੈ। ਜਿਨ੍ਹਾਂ ਦੇ ਬਿਰਸ਼ਾਂ ਦੀ ਛਾਂ ਹੈ, ਜਿਨ੍ਹਾਂ ਨੂੰ ਫਲ ਲੱਗੇ ਨੇ, ਉਹਨਾਂ ਕੋਲ ਨੱਠ ਕੇ ਜਾਂਦੇ ਆ। ਉਹਨਾਂ ਘਰ ਨਾ ਗਿਰਾਓ, ਜੇ ਕਿਸੇ ਨੇ ਚੰਗਾ ਘਰ ਬਣਾਉਣਾ ਹੋਵੇ ਜਾਂ ਫਿਰ ਸਮਝ ਲਓ ਧਾਰਮਿਕ ਅਸਥਾਨ ਧਰਮਸ਼ਾਲਾ ਬਣਾਉਣੀ ਹੋਵੇ, ਗਰਾਉਂ ਨਾਮ ਪਿੰਡ ਦਾ, ਪਿੰਡ ਦੀ ਕੋਈ ਸਾਂਝੀ ਜਗ੍ਹਾ ਬਣਾਉਣੀ ਹੋਵੇ, ਤਾਂ ਉੱਥੇ ਫਿਰ ਜਿਹੜੇ ਦਾਨੇ ਲੋਕ ਨੇ ਉਹ ਕਹਿੰਦੇ ਭਾਈ ਸੁੱਕਾ ਬਿਰਸ਼ ਨਾ ਲਿਆਇਓ, ਇਹ ਚੰਗਾ ਨਹੀਂ ਹੁੰਦਾ, ਇਹ ਬਦਸ਼ਗਨੀ ਮੰਨਦੇ ਆ। ਕਹਿੰਦੇ ਉਹ ਘਰ ਦੇ ਕੰਮ ਬਣਾ ਆਇਆ, ਨਾ ਕੋਈ ਘਰ ਲਿਆ ਕੇ ਉਹਨੂੰ ਵਰਤਦਾ, ਨਾ ਕੋਈ ਧਾਰਮਿਕ ਜਮਾ ਗਰਾਉਂ ਦੇ ਵਿੱਚ ਵਰਤਦਾ। ਉਹਨਾਂ ਬਿਰਸ਼ਾਂ ਦਾ ਹਾਲ ਕੀ ਹੁੰਦਾ, ਉਹਨਾਂ ਬਿਰਸ਼ਾਂ ਨੂੰ ਪਾਈ ਫਿਰ ਜਿਹੜੇ ਜੰਗਲਾਂ ਦੇ ਵਿੱਚ ਲੱਕੜਾਂ ਕੱਟਣ ਵਾਲੇ ਲੱਕੜਹਾਰੇ ਨੇ ਉਹ ਵੱਢ ਟੁੱਕ ਕੇ ਨਾ ਲਿਆ ਕੇ ਫਿਰ ਚੁੱਲ੍ਹੇ 'ਚ ਦਿੰਦੇ ਆ, ਹੋਰ ਕਿਸੇ ਕੰਮ ਨਹੀਂ ਆਉਂਦਾ। ਤੇ ਉਹਨਾਂ ਬਿਰਸ਼ ਰੂਪ ਮਨਮੁਖ ਕੁਸੰਗੀ ਜਿਹੜੇ ਨੇ ਕਹਿੰਦੇ ਉਹਨਾਂ ਦੇ ਪਾਸ ਬੈਠਣਾ ਨਹੀਂ ਚਾਹੀਦਾ, ਕੋਈ ਨਹੀਂ ਬੈਠਦਾ ਜਿਹੜੇ ਚੰਗੇ ਸੁਭਾਅ ਵਾਲੇ। ਉਹਨਾਂ ਨੂੰ ਸਰੂਪ ਵੀ ਘਰ ਦੀ ਪ੍ਰਾਪਤੀ ਨਹੀਂ ਹੈ, ਸਤਸੰਗ ਰੂਪੀ ਗਰਾਉਂ ਦੀ ਪ੍ਰਾਪਤੀ ਨਹੀਂ, ਉਹ ਖਾਲੀ ਨਹੀਂ, ਸ਼ਾਂਤੀ ਰੂਪੀ ਛਾਂ ਨਹੀਂ ਹੈ, ਸ਼ੁਭ ਗੁਣਾਂ ਦੇ ਪੱਤੇ ਨਹੀਂ ਹੈ। ਉਹਨਾਂ ਨੂੰ ਤਾਂ ਫਿਰ ਕੀ ਕਰਨਗੇ, ਅੱਗੇ ਦੱਸ ਦੇਣਾ ਅਗਲੀ ਪੰਕਤੀ 'ਚ। ਕੱਟੀਐ ਹੈ ਤੈ ਨਿਤ ਜਾਲੀਐ ਹੈ, ਤੇ ਜਿਵੇਂ ਬਿਰਸ਼ਾਂ ਨੂੰ ਕੱਟ ਕੇ ਲੱਕੜਹਾਰੇ ਸਾੜਦੇ ਆ, ਕਹਿੰਦੇ ਮਨਮੁਖੀ ਖੜ ਸੁੱਕ ਬਿਰਸ਼ ਜਿਹੜੇ ਮਾਤਾ ਦੇ ਗਰਭ ਵਿੱਚ ਜਾਲੀ ਹੈ, ਸਾੜੇ ਜਾਂਦੇ ਹੈ। ਨਿਤ ਪਰੇ ਜੂਨਾਂ ਦੇ ਵਿੱਚ ਉਹਨਾਂ ਨੂੰ ਕੱਟਿਆ ਜਾਂਦਾ ਹੈ, ਜਮ ਰੂਪੀ ਲੱਕੜਹਾਰਾ ਕੱਟੀਏ ਕੱਟਣਾ ਕਰਦਾ ਹੈ। ਨਿਤ ਨਰਕਾਂ ਦੀ ਅੱਗ ਵਿੱਚ ਜਾਲੀਏ ਸਾੜਦਾ ਰਹਿੰਦਾ, ਕਿਉਂਕਿ ਉਹਨਾਂ ਸ਼ਬਦ ਨਾ ਨਾਓ, ਉਹਨਾਂ ਨੇ ਗੁਰੂ ਦਾ ਸ਼ਬਦ ਉਪਦੇਸ਼ ਦੁਆਰਾ ਪਰਮੇਸ਼ਰ ਦਾ ਨਾਮ ਨਹੀਂ ਜਪਿਆ। ਆਹ ਹਾਲ ਹੋਏਗਾ ਉਹਨਾਂ ਨੂੰ। ਹੁਕਮੇ ਕਰਮ ਕਮਾਵਣੇ, ਜੀ ਪਰਮੇਸ਼ਰ ਦੇ ਹੁਕਮ ਵਿੱਚ ਕਰਮਾਂ ਨੂੰ ਕਮਾਉਂਦੇ ਆ। ਉਹ ਜਿਹੜਾ ਪਰਮੇਸ਼ਰ ਦਾ ਹੁਕਮ ਹੈ, ਅਕਾਲ ਪੁਰਖ ਵਾਹਿ ਜਿਵੇਂ ਵੇਹੇ ਕਰਮ ਕਮਾਉਂਦੇ ਤੇ ਵੇ ਉਹ ਫਲ ਤੇ ਫਲਦੇ ਹਨ। ਪਾਇਆ ਕਿਰਤ ਫਿਰਾਓ, ਪਾਏ ਹੋਏ ਕਰਮਾਂ ਦੇ ਅਨੁਸਾਰ ਜੂਨਾਂ ਵਿੱਚ ਚੱਕਰ ਕੱਟਦੇ ਫਿਰਦੇ ਆ, ਮੁਕਤ ਨਹੀਂ ਹੋ ਸਕਦੇ, ਇਹ ਉਹਨਾਂ ਦੀ ਹਾਲਤ ਰਹਿੰਦੀ ਹੈ। ਹੁਕਮੇ ਦਰਸ਼ਨ ਦੇਖਣਾ, ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਗੁਰਮੁਖ ਵਾਹਿਗੁਰੂ ਸਾਹਿਬ ਦਾ ਦਰਸ਼ਨ ਕਰਦੇ ਆ ਭਾਈ। ਫਿਰ ਮਹਾਰਾਜ ਸਾਹਿਬ ਜੀ ਦੇ ਭਾਣੇ ਦੇ ਚਿਰ ਚੱਲਦੇ ਨੇ, ਕੈਸਾ ਹੁਕਮ ਮੰਨਦੇ ਨੇ ਦੱਸਦੇ ਨੇ। ਜਹ ਭੇਜਹਿ ਤਹ ਜਾਓ, ਜਿੱਥੇ ਸਤਿਗੁਰੂ ਭੇਜਣ ਉੱਥੇ ਖੁਸ਼ ਹੋ ਕੇ ਚਲੇ ਜਾਂਦੇ ਆ। ਸੇਵਾ ਲਈ ਕੋਈ ਵੀ ਹੁਕਮ ਕਰਨ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਨੇ। ਹੁਕਮ ਵਿੱਚ ਸੰਸਾਰ ਦਾ ਉਧਾਰ ਕਰਨ ਵਾਸਤੇ, ਲੱਖਾਂ ਦਾ ਭਲਾ ਕਰਨ ਵਾਸਤੇ ਉਹ ਵੈਕੁੰਠ ਦੇ ਵਿੱਚ ਪਰਲੋਕ ਸੁਧਾਰ ਕਰਕੇ, ਲੱਖਾਂ ਦਾ ਭਲਾ ਕਰਕੇ ਵੈਕੁੰਠ ਵਿੱਚ ਜਾ ਕੇ ਫਿਰ ਵੱਸਦੇ ਹੈ। ਤੈਂ ਜਾਓ, ਉੱਥੇ ਵੈਕੁੰਠ ਚਲੇ ਜਾਂਦੇ ਹੈ। ਤੇ ਜਿੱਥੇ ਵੀ ਜਾਂਦੇ ਹੈ, ਜਹ ਵੈਸਾਲੇ ਤੈਂ ਵੈਸਾ ਸੁਆਮੀ, ਜਹ ਭੇਜੇ ਤਾਂ ਜਾਵਾਂ, ਸਭ ਨਗਰੀ ਮੇਂ ਏਕੋ ਰਾਜਾ ਸੋਏ ਪਵਿੱਤ ਹੈ ਥਾਵਾਂ। ਸਤਿਗੁਰੂ ਜਿੱਥੇ ਵੀ ਆਪਣੇ ਸਰੂਪ ਵਿੱਚ ਭੇਜਦੇ ਹੈ, ਉੱਥੇ ਵਾਹਿਗੁਰੂ ਦੇ ਸਰੂਪ ਵਿੱਚ ਲੀਨ ਹੋ ਜਾਂਦੇ ਨੇ। ਉਹ ਆਪਣੇ ਸਰੂਪ ਵਿੱਚ ਲੀਨਤਾ ਕਰਾ ਕੇ ਵਾਹਿਗੁਰੂ ਹੀ ਲੀਨ ਕਰਾ ਦਿੰਦੇ ਨੇ ਸਤਿਗੁਰੂ। ਹੁਕਮੇ ਹਰ ਹਰ ਮਨ ਵਸੈ, ਭਾਣੇ ਵਿੱਚ ਹੀ ਸਾਰਿਆਂ ਨੂੰ ਹਰ ਹਰੇ ਪਰੇ ਕਰਨ ਵਾਲਾ ਹਰ ਪਰਮੇਸ਼ਰ ਦਾ ਨਾਮ ਮਨ ਦੇ ਵਿੱਚ ਵਸਦਾ ਹੈ। ਹੁਕਮੇ ਸੱਚ ਸਮਾਓ, ਹੁਕਮ ਭਾਣਾ ਮੰਨਣ ਦੇ ਨਾਲ ਇਹ ਲਾਭ ਪ੍ਰਾਪਤ ਹੁੰਦਾ ਹੈ। ਸੱਚ ਦੇ ਸਰੂਪ ਦੇ ਵਿੱਚ ਸਮਾਓ ਮਿਲਾਪ ਹੋ ਜਾਂਦਾ ਹੈ। ਹੁਕਮ ਨਾ ਜਾਣੈ ਬੱਪੜੇ, ਜਿਹੜੇ ਤੁੱਛ ਜੀਵ ਔਰ ਬੱਪੜੇ ਵਿਚਾਰੇ ਪਰਮੇਸ਼ਰ ਦੇ ਹੁਕਮ ਨੂੰ ਜਾਣਦੇ ਨਹੀਂ ਹਨ, ਜਿਹੜੇ ਭੁੱਲੇ ਫਿਰਹਿ ਗਵਾਰ, ਉਹਨਾਂ ਨੂੰ ਪਤਾ ਹੀ ਨਹੀਂ ਵੀ ਇੱਕ ਹੁਕਮ ਕੀ ਆ। ਕਹਿੰਦੇ ਗਵਾਰ ਉਹ ਤਾਂ ਮੂਰਖਾਂ ਦੇ ਮੂਰਖ ਨੇ ਵੱਡੇ, ਉਹ ਭੁੱਲੇ ਬੇਸਮਝ ਤੁਰੇ ਫਿਰਦੇ ਨੇ ਐਵੇਂ ਹੀ।
ਪਰਮੇਸ਼ਰ ਦੇ ਹੁਕਮ ਨੂੰ ਨਹੀਂ ਸਮਝਦੇ ਹਨ, ਜਿਹੜੇ ਮਨ ਹਠ ਕਰਮ ਕਮਾਵਦੇ। ਮਨ ਦੇ ਹੱਠ ਜਿੱਦ ਦੇ ਨਾਲ ਕੰਮ ਕਰਨਾ ਹੈ, ਕਹਿੰਦਾ ਨਹੀਂ ਮੈਂ ਤਾਂ ਆਹੀ ਕੰਮ ਕਰੂੰ, ਮੈਨੂੰ ਤਾਂ ਇਹੀ ਚੰਗਾ ਲੱਗਦਾ ਹੈ। ਮਨ ਦੀ ਜਿੱਦ ਨਾਲ ਜਿਹੜੇ ਕਰਮ ਕਰਾਉਂਦੇ ਨੇ, ਮਨ ਦੀ ਜਿੱਦ ਨਾਲ ਜਲ ਧਾਰੇ ਕਰਦੇ ਨੇ, ਧੂਣੀਆਂ ਕਰਦੇ ਨੇ, ਅਨੇਕਾਂ ਇਸ ਤਰ੍ਹਾਂ ਦੇ ਕਰਮ ਕਰਦੇ ਹਨ। ਨਿਤ ਨਿਤ ਹੋਏ ਖੁਆਰ, ਉਹ ਨਿਤ ਨਿਤ ਹਮੇਸ਼ਾ ਹਮੇਸ਼ਾ ਹੰਕਾਰ ਦੇ ਵਿੱਚ, ਉਹ ਤਾਂ ਫਿਰ ਜਤ ਸਤ ਗਵਾ ਕੇ ਖੁਆਰ ਦੁਖੀ ਹੋਏ ਹੁੰਦੇ ਹਨ। ਅੰਤਰ ਸ਼ਾਂਤ ਨ ਆਵਈ, ਉਹਨਾਂ ਦੇ ਅੰਦਰ ਸ਼ਾਂਤੀ ਨਹੀਂ ਆਵਈ ਆਉਂਦੀ, ਕਿਸੇ ਪ੍ਰਕਾਰ ਸ਼ਾਂਤੀ ਨਹੀਂ ਆਉਂਦੀ ਹੈ। ਨਾ ਸਤ ਲੱਗੇ ਪਿਆਰ, ਸਦਾ ਵਿਸ਼ੇ ਵਿਕਾਰਾਂ ਵਿੱਚ ਜਲਦੇ ਰਹਿੰਦੇ ਨੇ, ਸ਼ਾਂਤੀ ਨਹੀਂ ਹੈ। ਤੇ ਸੱਚੇ ਨਾਮ ਦੇ ਉਹਨਾਂ ਦਾ ਪਿਆਰ ਸਨੇਹ ਨਹੀਂ ਲੱਗਦਾ ਹੈ। ਗੁਰਮੁਖੀਆ ਮੋਹ ਸੋਹਣੇ, ਇਹ ਗੁਰਮੁਖੀਆਂ, ਉਹਨਾਂ ਗੁਰਮੁਖੀਆਂ ਸਖੀਆਂ ਦੇ ਅੰਤਸ਼ਕਰਨ ਨੂੰ ਵੀ ਮੂੰਹ ਚਿਹਰੇ ਸੋਭਨੀਕ ਹੁੰਦੇ ਨੇ। ਸੋਹਣੇ ਦਾ ਸੋਭਨੀਕ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਪਰਮੇਸ਼ਰ ਸਰੂਪ ਜਾਣ ਕੇ ਗੁਰੂ ਨੂੰ ਗੁਰ ਕਾ ਹੇਤ ਪਿਆਰ, ਗੁਰੂ ਦੇ ਪਿਆਰ ਦਾ ਹੇਤ ਕਾਰਨ ਸਮਝਿਆ ਹੋਇਆ ਹੈ। ਗੁਰਾਂ ਦੇ ਨਾਲ ਜਿਨ੍ਹਾਂ ਨੇ ਹੇਤ ਪ੍ਰੇਮ ਕੀਤਾ, ਉਹਨਾਂ ਦਾ ਵਾਹਿਗੁਰੂ ਨਾਲ ਪਿਆਰ ਲੱਗ ਜਾਂਦਾ ਹੈ। ਸੱਚੀ ਭਗਤੀ ਸੱਚ ਰਤੇ, ਪਰਮੇਸ਼ਰ ਦੀ ਸੱਚੀ ਭਗਤੀ ਹੈ। ਦੇਵੀ ਦੇਵਤਿਆਂ ਦੀ ਭਗਤੀ ਨੂੰ ਸੱਚੀ ਨਹੀਂ ਕਿਹਾ ਜਾ ਸਕਦਾ। ਇਹ ਜਿਹੜੀ ਭਗਤੀ ਹੈ ਪਰਮੇਸ਼ਰ ਦੀ ਸੱਚੀ ਹੈ, ਕਿਉਂ? ਪਰਮਾਤਮਾ ਸੱਚਾ ਹੈ। ਮਨ ਕਰਕੇ ਸੱਚੇ ਨਾਮ ਵਿੱਚ ਫਿਰ ਉਹ ਰਤੇ ਰੰਗੇ ਰਹਿੰਦੇ ਹਨ। ਦਰ ਸੱਚਾ ਸਚਿਆਰ, ਸੱਚੀ ਦਰਗਾਹ ਦੇ ਵਿੱਚ ਸਚਿਆਰ ਸੱਚ ਦੀ ਪ੍ਰਾਪਤੀ ਵਾਲੇ ਹੋ ਕੇ ਫਿਰ ਇਉਂ ਸ਼ੋਭਾ ਪਾਉਂਦੇ ਹਨ। ਆਏ ਸੇ ਪ੍ਰਵਾਨ ਹੈ, ਸੇ ਉਹ ਮਨੁੱਖ ਜਨਮ ਧਾਰ ਕੇ ਆਏ ਹੋਏ ਪ੍ਰਵਾਨ ਨਹੀਂ, ਇੱਕ ਜਣੀ ਸਫਲੇ ਹੋ ਗਏ, ਵਾਹਿਗੁਰੂ ਨੂੰ ਭਾਗੇ ਪ੍ਰਮਾਣ ਨਹੀਂ ਕਰ ਲਏ। ਵਾਹਿਗੁਰੂ ਨੇ ਵੀ ਠੀਕ ਹੈ ਮੰਨ ਲਈ, ਤੁਸੀਂ ਠੀਕ ਹੋ। ਸਭ ਕੁਲ ਕਾ ਕਰਹਿ ਉਧਾਰ, ਉਹ ਆਪ ਤਾਂ ਮੁਕਤ ਹੋਈ ਨੇ, ਉਹ ਤਾਂ ਆਪਣੀਆਂ ਸਾਰੀਆਂ ਕੁਲਾਂ ਤਾਰਨੀਆਂ। ਪ੍ਰਭ ਕੇ ਸਿਮਰਨ ਸਭ ਕੁਲ ਉਧਾਰ ਹੈ, ਇਉਂ ਕੁਲਾਂ ਦਾ ਕਲਿਆਣ ਕਰ ਲਈ ਉਹਨਾਂ ਨੇ। ਸਭ ਨਦਰੀ ਕਰਮ ਕਮਾਵਦੇ, ਗੁਰਮੁਖ ਸਭ ਸਾਰੇ ਇਉਂ ਜਾਣਦੇ ਹੈ ਕਿ ਪਰਮੇਸ਼ਰ ਦੀ ਨਦਰੀ ਕਿਰਪਾ ਦ੍ਰਿਸ਼ਟੀ ਨਾਲ ਹੀ ਜੀਵ ਚੰਗੇ ਕਰਮ ਕਮਾਉਂਦੇ ਆ, ਜਾਣੀ ਹੰਗਤਾ ਤੋਂ ਰਹਿਤ ਹੋਣ ਦਾ ਐਸਾ ਢੰਗ ਦੱਸਦੇ ਨੇ। ਨਦਰੀ ਬਾਹਰ ਨਾ ਕੋਏ, ਪਰਮੇਸ਼ਰ ਸਭਨਾਂ ਨੂੰ ਆਪਣੀ ਨਜ਼ਰ ਵਿੱਚ ਰੱਖਦਾ ਹੈ। ਉਹਦੀ ਨਦਰੀ ਨਜ਼ਰ ਤੋਂ ਬਾਹਰ ਕਿਸੇ ਨੂੰ ਵੀ ਕੁਝ ਨਹੀਂ ਪ੍ਰਾਪਤ ਹੁੰਦਾ, ਕਿਸੇ ਨੂੰ ਵੀ ਨਹੀਂ ਰੱਖਦਾ। ਭਾਵ ਸਾਰਿਆਂ ਨੂੰ ਆਪਣੀ ਨਜ਼ਰ, ਸਭਨਾਂ ਉੱਪਰ ਨਜ਼ਰ ਪ੍ਰਭ ਤੇਰੀ ਆਪਣੀ ਨਜ਼ਰ ਵਿੱਚ ਰੱਖਦਾ, ਨਿਗਾਹ ਰੱਖਦਾ ਸਾਰਿਆਂ ਤੇ। ਜੈਸੀ ਨਜ਼ਰ ਕਰ ਦੇਖੈ ਸੱਚਾ, ਜੀਵਾਂ ਦੇ ਕਰਮਾਂ ਅਨੁਸਾਰ ਜੈਸੀ ਨਜ਼ਰ ਦ੍ਰਿਸ਼ਟੀ ਕਰਕੇ ਪਰਮੇਸ਼ਰ ਦੇਖਦਾ ਹੈ, ਤੇ ਉਹ ਜੀਵ ਨੂੰ ਉਸੇ ਤਰ੍ਹਾਂ ਦਾ ਹੀ ਤੈਸਾ ਹੀ ਕੋ ਹੋਏ, ਉਹ ਜੀਵ ਨੂੰ ਐਸਾ ਹੀ ਫਲ ਉਹਨੂੰ ਇਹੋ ਜਿਹਾ ਪ੍ਰਾਪਤ ਹੋ ਜਾਂਦਾ ਹੈ। ਕੋਈ ਕਰਮਕਾਂਡੀ ਹੈ, ਸਵਰਗ ਵਿੱਚ ਭੇਜ ਦਿੰਦਾ ਪਰਮੇਸ਼ਰ ਨੂੰ, ਤੇ ਕੋਈ ਮਾਤ ਲੋਕ ਦੇ ਵਿੱਚ ਕਈਆਂ ਨੂੰ ਕਰਮ ਅਨੁਸਾਰ, ਕਈਆਂ ਨੂੰ ਟੇਢੀਆਂ ਜੂਨਾਂ ਵਿੱਚ, ਕੋਈ ਬ੍ਰਹਮ ਲੋਕ ਦੇ ਵਿੱਚ, ਕੋਈ ਸੱਚੇ ਵਾਹਿਗੁਰੂ ਦੀ ਜਿਹਨਾਂ ਤੇ ਨਜ਼ਰ ਹੋ ਜੀ, ਉਹ ਇਹੋ ਜਿਹੇ ਫਲ ਉਹਨਾਂ ਨੂੰ ਵਾਹਿਗੁਰੂ ਦੇ ਰਿਹਾ ਹੈ। ਨਜ਼ਰ ਸਾਰਿਆਂ ਤੇ ਹੈ। ਜੇ ਹੁਣ ਇਹ ਧਰਤੀ ਹੈ, ਧਰਤੀ ਕਹੇ ਵੀ ਸੂਰਜ ਮੇਰੇ ਨਾਲ ਦਵੈਸ਼ ਕਰਦਾ ਹੈ, ਪਾਣੀ ਦੇ ਵਿੱਚ ਆਪਣਾ ਮੂੰਹ ਦਿਖਾਉਂਦਾ, ਮੈਨੂੰ ਕਦੇ ਨਹੀਂ ਦਿਖਾਇਆ, ਫਿਰ ਸੂਰਜ ਕਹੂਗਾ ਵੀ ਧਰਤੀ ਮੇਰਾ ਤਾਂ ਕਸੂਰ ਨਹੀਂ, ਤੇਰੇ 'ਚ ਕਠੋਰਪਣਾ ਹੈ, ਮੈਂ ਤਾਂ ਨਹੀਂ ਦਿਖਦਾ ਤੈਨੂੰ, ਤੇਰੇ ਵਿੱਚ ਮੇਰਾ ਪ੍ਰਤੀਬਿੰਬ ਤਾਂ ਨਹੀਂ ਦਿਸਦਾ। ਪਾਣੀ ਦੇ ਵਿੱਚ ਦਰਵੀਭੂਤ ਗੁਣ ਹੈ। ਇਸੇ ਤਰ੍ਹਾਂ ਫਿਰ ਨਜ਼ਰ ਤਾਂ ਹੈ ਸਾਰਿਆਂ ਦੇ ਉੱਤੇ, ਕਿਸੇ ਥੋੜੀ ਕਿਸੇ ਹੈ ਕਨੇਰੀ, ਉਹ ਫਿਰ ਉਹਦੀ ਕਰਮਾਂ ਦੀ ਕਮਾਈ ਦੇ ਅਨੁਸਾਰ ਹੈ। ਵਾਹਿਗੁਰੂ ਦੇ ਵਿੱਚ ਦਵੈਸ਼ ਨਹੀਂ ਕਿ ਵਾਹਿਗੁਰੂ ਨੇ ਕਿਸੇ ਨੂੰ ਮਾੜਾ ਬਣਾਤਾ ਚੰਗਾ, ਨਹੀਂ, ਕਰਮਾਂ ਉਹ ਤਾਂ ਫਲ ਦਿੰਦਾ ਹੈ। ਜੀਵ ਨੇ ਕਰਮ ਆਪ ਕੀਤੇ ਨੇ। ਹੁਣ ਇਸ ਕਰਕੇ ਸਾਨੂੰ ਸ੍ਰੇਸ਼ਟ ਕਰਮ ਕਰਨੇ ਚਾਹੀਦੇ ਹੈ, ਇਹ ਸਿੱਖਿਆ ਹੈ। ਪਿੱਛੇ ਜਿਹੜੇ ਕਰੇ ਨੇ ਉਹਨਾਂ ਅਨੁਸਾਰ ਤਾਂ ਪ੍ਰਲਦ ਬਣ ਗਈ, ਇਹਦਾ ਤਾਂ ਹੁਣ ਕੁਝ ਹੋ ਨਹੀਂ ਸਕਦਾ। ਗਾਹਾਂ ਨੂੰ ਚੰਗੇ ਕਰਮ ਕਰਨੇ ਹੈ, ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ, ਆਪਸ ਵਿੱਚ ਹੀ ਪਿਆਰ ਸਮਤਾ ਰੱਖਣੀ ਹੈ, ਕਿਸੇ ਦਾ ਬੁਰਾ ਨਹੀਂ ਸੋਚਣਾ, ਪਿਆਰ ਦੇ ਸਹਿਤ ਜ਼ਿੰਦਗੀ ਬਤੀਤ ਕਰਨੀ ਹੈ। ਤੇ ਮਹਾਂਪੁਰਖਾਂ ਨੇ ਬਚਨ ਕੀਤਾ ਸੀ ਇੱਕ ਵਾਰੀ, ਉਹ ਬਾਗ ਦੇ ਵਿੱਚ ਸੀ, ਸਾਰਾ ਜਥਾ ਬੈਠਾ, ਲੈਲਪੁਰੀਆਂ ਦਾ ਬਾਗ ਵੱਜਦਾ, ਅੱਜ ਵੀ ਉੱਥੇ ਜਾਂਦੇ ਆ, 3 ਪੁਸਤਾਂ ਤੋਂ 4 ਤੋਂ ਮੰਨਦੇ ਆ ਰਹੇ ਹੈ। ਤੇ ਲੈਲਪੁਰ ਦੇ ਵਿੱਚ ਉੱਥੇ ਸਾਰਾ ਜਥਾ ਜਾਇਆ ਕਰਕੇ ਸੀ। 46 ਦੇ ਵਿੱਚ ਮਹਾਂਪੁਰਖ ਗਏ ਸੀ ਉੱਥੇ, ਉਹਨਾਂ ਨੂੰ ਦੱਸਿਆ ਸੀ ਵੀ ਭਾਣਾ ਵਰਤਣ ਵਾਲਾ ਹੈ, ਉਹ ਬੜਾ ਆਸਾਨ ਮੰਨਦੇ ਆ, ਹੁਣ ਤੱਕ ਹੀ ਦੱਸਦੇ ਆ। ਉਹਨਾਂ ਦੇ ਬਾਗ ਦੇ ਵਿੱਚ ਹੁਣ 150 ਸਿੰਘ ਹੈ, ਵਿੱਚ ਥੋੜੇ ਜਿਹੇ ਸੁਭਾਅ ਹੁੰਦੇ ਆ ਵੱਖਰੇ ਵੱਖਰੇ,
ਸੰਗਤਰਿਆਂ ਦਾ ਬਾਗ ਸੀ, ਹੁਣ ਵੀ ਹੈ ਉਹਨਾਂ ਦੇ ਕੋਲ, ਬਹੁਤ ਸੋਹਣੇ ਸੰਗਤਰੇ। ਉਹ ਸੰਗਤਰੇ ਤੋੜ ਲਏ ਸਿੰਘਾਂ ਨੇ ਵੀ, ਨਾਲੇ ਸੰਥਿਆ ਪਕਾਵਾਂਗੇ, ਛਾਂ 'ਚ ਬੈਠ ਕੇ ਨਾਲੇ ਸੰਗਤਰੇ ਤੋੜ ਕੇ ਖਾ ਲਏ। ਉਹ ਸਰਦਾਰ ਨੇ ਸੋਚਿਆ ਵੀ ਕੰਮ ਮਾੜਾ ਹੋ ਗਿਆ, ਵੀ ਕੁਛ ਕੱਚੇ ਫਲ ਵੀ ਟੁੱਟ ਗਏ ਸਿੰਘਾਂ ਦੇ ਕੋਲੋਂ, ਵੀ ਚੰਗਾ ਨਾ ਹੋਇਆ ਵੀ ਜੇ ਮੈਂ ਕਿਹਾ ਸੰਤ ਗੁੱਸਾ ਨਾ ਕਰਨ। ਉਹ ਜਾ ਕੇ ਬੜੇ ਢੰਗ ਨਾਲ ਕਹਿੰਦਾ, ਮਹਾਰਾਜ ਜੀ ਵੀ ਬੇਨਤੀ ਹੈ ਇੱਕ। ਕਹਿੰਦੇ ਕਹੋ ਕੀ ਕਹਿਣਾ ਚਾਹੁੰਦਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਬਚਨ ਹੈ। ਕਹਿੰਦੇ ਮਹਾਰਾਜ ਜੀ ਵੀ ਦੇਖੋ ਅਸੀਂ ਤੁਹਾਡੇ ਬਾਗ ਤੁਹਾਡਾ। ਸੰਤ ਕਹਿੰਦੇ ਕਹਾਣੀਆਂ ਨਾ ਪਾ, ਮੈਂ ਬਾਣੀ ਦਾ ਪਾਠ ਕਰਦਾ ਕਰਦਾ ਉਹ ਬਾਹਲਾ ਟਾਈਮ ਨਹੀਂ, ਵਾਧੂ ਟਾਈਮ ਨਹੀਂ ਸੀ ਬਰਬਾਦ ਕਰਨ ਦਿੰਦੇ ਕਿਸੇ ਨੂੰ ਵੀ। ਕਹਿੰਦੇ ਗੱਲ ਕਸ ਕੀ ਹੈ? ਕਹਿੰਦਾ ਮਹਾਰਾਜ ਬਸ ਗੱਲ ਇੰਨੀ ਕੁ ਹੈ ਵੀ ਸੰਗਤਰੇ ਤੋੜ ਕੇ ਵਰਤਾਉਣ ਦੀ ਸੇਵਾ ਸਾਡੇ ਕੋਲ ਰਹਿਣ ਦਿਓ। ਕਹਿੰਦੇ ਅੱਛਾ। ਮਹਾਂਪੁਰਖ ਸਮਝ ਗਏ ਵੀ ਸਾਡੇ ਸਿੰਘਾਂ ਨੇ ਗੜਬੜ ਕਰਤੀ। ਕਹਿੰਦੇ ਕੋਈ ਨਹੀਂ। ਮਹਾਂਪੁਰਖਾਂ ਨੇ ਜਥਾ ਇਕੱਠਾ ਕਰ ਲਿਆ। ਕਹਿੰਦੇ ਭਾਈ ਗੱਲ ਸੁਣ ਲਓ, ਤੁਸੀਂ ਗੁਰਮੁਖੋ ਬਾਣੀ ਪੜ੍ਹਨ ਆਏ ਹੋ, ਗੁਣ ਧਾਰਨ ਕਰਨ ਆਏ ਹੋ। ਕਹਿੰਦੇ ਅੱਜ ਮੈਨੂੰ ਇੱਕ ਫੁਰਨਾ ਫੁਰਿਆ। ਕਹਿੰਦੇ ਮੈਂ ਫਿਰ ਇੱਕ ਦੋਹਰਾ ਬਣਾਇਆ ਜਿਹੜਾ ਤੁਹਾਡੇ ਕੰਮ ਆਊਗਾ। ਕਹਿੰਦੇ ਉਹ ਦੋਹਰਾ ਨੋਟ ਕਰ ਲਓ। ਸਿੰਘਾਂ ਨੇ ਕਿਹਾ ਪਤਾ ਨਹੀਂ ਕਿਹੜੀ ਦਰਸ਼ਟਕੂਟ ਲਿਖਾਉਣ ਲੱਗੇ ਨੇ, ਕਾਪੀਆਂ ਕੱਢ ਲਈਆਂ ਸਾਰਿਆਂ ਨੇ। ਸੰਤ ਕਹਿੰਦੇ ਭਾਈ ਦੇਖੋ ਤੁਸੀਂ ਹੋ ਸੰਤ, ਸਾਧ ਨਾਮ ਨਿਰਮਲਤਾ ਕੇ ਕਰਮ। ਕਹਿੰਦੇ ਸੰਤਨ ਕੋ ਐਸਾ ਚਾਹੀਏ, ਲਿਖ ਲਿਆ, ਸੰਤਨ ਕੋ ਐਸਾ ਚਾਹੀਏ। ਕਹਿੰਦੇ ਸੰਤਨ ਕੋ ਐਸਾ ਚਾਹੀਏ ਦੁਖੇ ਦਿਖਾਵੇ ਨਾ ਹੈ, ਨਾ ਆਪ ਦੁਖੀ ਹੋਵੇ ਨਾ ਕਿਸੇ ਨੂੰ ਦੁਖੀ ਕਰੇ। ਹਾਂ ਜੀ, ਬਹੁਤ ਵਧੀਆ ਗੱਲ ਹੈ। ਹੁਣ ਅਗਲੀ ਗੱਲ ਸੀ, ਕਹਿੰਦੇ ਫਲ ਫੁੱਲ ਤੋੜੇ ਨਹੀਂ ਬਸੇ ਬਗੀਚੇ ਮਾਹੇ। ਰਹੀਏ ਬਾਗ ਦੇ ਵਿੱਚ ਪਰ ਕਿਸੇ ਦਾ ਫੁੱਲ ਨਹੀਂ ਤੋੜੀਦਾ ਨਾ ਫਲ ਤੋੜੀਦਾ। ਜਿਹਨੇ ਤੋੜੇ ਸੀ ਕੂਣੀਆਂ ਮਾਰਨ, ਕਹਿੰਦੇ ਤੈਂ ਫਸਾਇਆ ਸਾਨੂੰ। ਤੇ ਇਹਦਾ ਭਾਵ ਕੀ ਹੈ? ਸਿੱਖਿਆ ਲਓ ਇੱਥੋਂ। ਜਥੇ 'ਚ ਪਰਲਬ ਤੁਹਾਡੀ ਜਿੰਨਾ ਚਿਰ ਬੈਠੇ ਆਪਾਂ ਇਕੱਠੇ ਆ, ਨਾ ਕਿਸੇ ਦਾ ਦਿਲ ਦੁਖੀ ਕਰੋ ਤੇ ਨਾ ਆਪਣਾ ਦਿਲ ਦੁਖੀ ਕਰੋ। ਹਰ ਇੱਕ ਦਾ ਭਲਾ ਸੋਚੋ। ਜੇ ਔਗਣਾ ਕਰਕੇ ਕੋਈ ਪਿੱਛੇ ਵੀ ਹੈ ਉਹਨੂੰ ਬਾਂਹ ਫੜ ਕੇ ਅੱਗੇ ਤੋਰੋ, ਉਹਦੇ ਔਗਣ ਮੇਟ ਕੇ ਤਾਂ ਕਿ ਉਹ ਵੀ ਤਰੱਕੀ ਕਰੇ। ਗੁਰੂ ਕਿਰਪਾ ਕਰੇ। ਤੇ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਭਾਈ ਨਜ਼ਰ ਤਾਂ ਸਾਰਿਆਂ ਦੇ ਉੱਤੇ ਹੀ ਹੈ, ਪਰ ਕਰਮ ਵੱਖਰੇ ਵੱਖਰੇ ਹੈ ਜੀਵਾਂ ਦੇ। ਨਾਨਕ ਨਾਮ ਵਡਾਈਆ। ਤੇ ਜਿਨ੍ਹਾਂ ਨੂੰ ਨਾਮ ਜਪਣ ਦੀਆਂ ਵਡਿਆਈਆਂ ਮਹਾਰਾਜ ਨੇ ਦੇ ਦਿੱਤੀਆਂ ਭਾਈ, ਗੁਰੂ ਸਾਹਿਬ ਜੀ ਕਥਨ ਕਰਦੇ ਨਾਮ ਜਪਣ ਵਾਲਿਆਂ ਨੂੰ ਸਾਰੀਆਂ ਵਡਿਆਈਆਂ ਪ੍ਰਾਪਤ ਹੋ ਜਾਂਦੀਆਂ। ਸਤਿਗੁਰਾਂ ਦੀ ਕਿਰਪਾ ਜਿਨ੍ਹਾਂ ਤੇ ਹੋ ਗਏ, ਕਰਮ ਪ੍ਰਾਪਤ ਹੋਏ। ਸਤਿਗੁਰਾਂ ਦੀ ਕਿਰਪਾ ਕਰਕੇ, ਚੰਗੇ ਕਰਮ ਕਰਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨਾਂ ਨੂੰ ਕਰਮ ਬਖਸ਼ੀ ਕਰਕੇ ਪਰਾਪਤ ਉਤਕ੍ਰਿਸ਼ਟਾ ਪਤ ਇੱਜ਼ਤ ਪ੍ਰਾਪਤ ਹੋ ਜਾਂਦੀ ਹੈ। ਪਰਮੇਸ਼ਰ ਦੀ ਪ੍ਰਾਪਤੀ ਰੂਪੀ ਇੱਜ਼ਤ ਪ੍ਰਾਪਤ ਹੋ ਜਾਂਦੀ ਹੈ। ਉਹ ਵਾਹਿਗੁਰੂ ਦੇ ਅਭੇਦ ਹੋ ਜਾਂਦੇ ਨੇ। ਇਹ ਸਤਿਗੁਰਾਂ ਦੀ ਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਸਿਧਾਂਤ ਹੈ ਤੇ ਆਪਾਂ ਨੂੰ ਇਹਦੇ ਉੱਤੇ ਅਮਲ ਕਰਕੇ ਆਪਣਾ ਜੀਵਨ ਸਵੱਛ ਬਣਾਉਣਾ ਚਾਹੀਦਾ ਹੈ। ਰਹਿਤ ਵਹਿਤ ਤਿਆਰ ਪਰ ਤਿਆਰ ਰੱਖਣੀ ਚਾਹੀਦੀ ਹੈ। ਤੇ ਸੇਵਾ ਸਿਮਰਨ ਤੋਂ ਬਿਨਾਂ ਜੀਵਨ ਬਰਬਾਦ ਹੋ ਰਿਹਾ। ਇਹਨੂੰ ਸੰਭਾਲ ਲਓ ਜਿੰਨਾ ਸੰਭਾਲ ਹੁੰਦਾ ਹੈ, ਨਹੀਂ ਤਾਂ ਵੇ ਪਛਤਾਵਾ ਹੀ ਪੱਲੇ ਰਹਿ ਜਾਏਗਾ। ਗੁਰੂ ਕਿਰਪਾ ਕਰੇ। ਆਓ ਹੁਣ ਇੱਥੇ ਅੱਜ ਦਾ ਨਿਤਨੇਮ ਕਥਾ ਦਾ ਸਮਾਪਤ ਹੁੰਦਾ ਹੈ। ਕੱਲ ਨੂੰ ਫੇਰ ਸਮੇਂ ਸਿਰ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ ਜੀ। ਜੈਸੀ ਨਦਰ ਕਰ ਦੇਖੈ ਸੱਚਾ, ਤੈਸਾ ਹੀ ਕੋ ਹੋਏ। ਨਾਨਕ ਨਾਮ ਵਡਾਈਆ, ਕਰਮ ਪ੍ਰਾਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ